ਲੀਡਰਸ਼ਿਪ ਜਿਹੜੀ ਦੋਨੇ ਦੇਸ਼ਾਂ ਦੇ ਵਿੱਚ 1991 ਤੋਂ ਲੈ ਕੇ 2022 ਤੱਕ ਬੋਰਿਸ ਜੈਲਸਨ, ਵਲਾਦੀਮੀਰ ਪੁਤਿਨ, ਡਿਮਿਟਰੀ ਅਤੇ ਵਲਾਦੀਮੀਰ ਪੁਤਿਨ। ਅਤੇ ਡਿਮਿਟਰੀ ਨੇ ਜਦ ਉਹ ਪ੍ਰੈਜ਼ੀਡੈਂਟ ਸੀ ਤਾਂ ਉਸ ਸਮੇਂ ਪੁਤਿਨ ਪ੍ਰਾਈਮ ਮਿਨਿਸਟਰ ਸੀ। ਸੋ ਬੋਰਿਸ ਤੋਂ ਬਾਅਦ ਪੁਤਿਨ ਹੀ ਹੈ। ਯੂਕਰੇਨ ਦੇ ਵਿੱਚ ਕਈ ਰਾਸ਼ਟਰਪਤੀ ਨੇ ਜਿਹੜੇ ਉਹ ਰੂਸ ਪੱਖੀ ਆਏ ਨੇ, ਕਈ ਜਿਹੜੇ ਨੇ ਉਹਨਾਂ ਦੇ ਅਗੇਂਸਟ ਰਹੇ ਨੇ। ਅਤੇ ਲਿਓਨਿਡ ਕ੍ਰੈਬਚੁਕ ਤੋਂ ਸ਼ੁਰੂ ਕਰਕੇ ਫਿਰ ਲਿਓਨਿਡ ਕੁਚਮਾ, ਵਿਕਟਰ ਯੂਸ਼ੈਂਕੋ, ਉਹ ਤੋਂ ਬਾਅਦ ਵਿਕਟਰ ਯੈਨੂਕੋਵਿਚ, ਪੈਟਰੋ ਪੋਰੋਸ਼ੈਂਕੋ, ਉਹਦੇ ਬਾਅਦ ਜ਼ੈਲੈਂਸਕੀ ਹੈ। ਅਤੇ ਕੈਨੇਡੀਅਨ ਦਾ ਇੱਕ ਰਾਸ਼ਟਰਪਤੀ ਬਣਨਾ, ਮੈਂ ਹੁਣ ਆਪਾਂ ਪੰਜਾਬ ਵੇਖ ਕੇ ਹੀ ਆਇਆ, ਇਹ ਨਹੀਂ ਹੈ ਬਸ ਇਹ ਡੈਸਟਨੀ ਹੈ। ਕੰਨੇ ਭੰਨਣ ਦਾ ਕੋਈ ਫਾਇਦਾ ਨਹੀਂ, ਕੰਡੇ ਉਹ ਨਹੀਂ ਬਣਿਆ, ਇਹ ਨਹੀਂ ਬਣਿਆ, ਉਹ ਨਹੀਂ ਬਣਿਆ, ਆਹ ਨਹੀਂ ਬਣਿਆ। ਜਿਹੜਾ ਕੁਛ ਬਣਨਾ ਉਹਨੂੰ ਕੋਈ ਨਹੀਂ ਰੋਕ ਸਕਦਾ, ਉਹ ਬਣਨਾ। ਹੁਣ ਯੂਕਰੇਨ ਅਤੇ ਰਸ਼ੀਆ ਕਿੱਡਾ, ਪਾਪੂਲੇਸ਼ਨ ਕਿੰਨੀ ਹੈ? ਯੂਕਰੇਨ ਦੀ ਪਾਪੂਲੇਸ਼ਨ ਸਿਰਫ 44 ਮਿਲੀਅਨ ਹੈ, ਆਪਾਂ ਤੋਂ ਥੋੜ੍ਹੀ ਜਿਹੀ ਵੱਧ ਹੈ। ਰੂਸ ਦੀ 144 ਮਿਲੀਅਨ, ਡਿਕਲਾਈਨ ਹੋ ਰਹੀ ਹੈ ਦੋਨਾਂ ਦੀ। ਫਰਟੈਲਿਟੀ ਰੇਟ ਬਹੁਤ ਘੱਟ ਨੇ, ਉਹਦਾ 1.5%, ਇਹਦਾ 1.2 ਹੈ। ਹੁਣ ਯੂਕਰੇਨ ਕਿੱਡਾ ਵੱਡਾ? ਯੂਕਰੇਨ 6,03,550 ਸਕੁਏਅਰ ਕਿਲੋਮੀਟਰ ਵਰਗ ਕਿਲੋਮੀਟਰ, 45ਵਾਂ ਲਾਰਜੈਸਟ ਹੈ ਵਰਲਡ 'ਚ। ਰਸ਼ੀਆ 1,70,98,250 ਵਰਗ ਕਿਲੋਮੀਟਰ ਆ, ਲਾਰਜੈਸਟ ਇਨ ਵਰਲਡ। ਇਹਦੇ ਚੋਂ ਨਿਕਲ ਵੀ ਗਏ ਜਿਹੜੇ 14 ਦੇਸ਼, ਉਹਦੇ ਬਾਅਦ ਵੀ ਰੂਸ ਬਹੁਤ ਵੱਡਾ ਹੈ, ਸਭ ਤੋਂ ਵੱਡਾ ਦੇਸ਼ ਹੈ ਦੁਨੀਆ ਦਾ। ਹੁਣ ਨੈਟੋ 1949 ਦੇ ਵਿੱਚ ਨਾਰਥ ਅਮਰੀਕਨ ਟ੍ਰੀਟੀ ਆਰਗੇਨਾਈਜੇਸ਼ਨ, ਇਹ 1949 ਸ਼ੁਰੂ ਹੋਈ। ਕੈਨੇਡਾ, ਫਰਾਂਸ, ਡੈਨਮਾਰਕ, ਬੈਲਜੀਅਮ, ਆਈਸਲੈਂਡ, ਲਗਜ਼ਮਬਰਗ, ਨੈਦਰਲੈਂਡ ਜਿਹਨੂੰ ਹਾਲੈਂਡ ਕਹਿੰਦੇ ਸੀ, ਇਟਲੀ, ਨਾਰਵੇ, UK, ਯੂਨਾਈਟਿਡ ਕਿੰਗਡਮ ਅਤੇ US, ਇਹਨਾਂ ਨੇ ਸ਼ੁਰੂ ਕੀਤੀ ਦੇਸ਼ਾਂ ਨੇ। 12 ਨੇ, ਹੁਣ 30 ਨੇ ਟੋਟਲ ਜਿਹੜੇ ਦੇਸ਼ ਨੇ। ਕੈਨੇਡਾ, ਕਰੋਏਸ਼ੀਆ, ਫਰਾਂਸ, ਜਰਮਨੀ, ਗਰੀਸ, ਹੰਗਰੀ, ਚੈਕ ਰਿਪਬਲਿਕ, ਡੈਨਮਾਰਕ, ਐਸਟੋਨੀਆ, ਅਲਬੇਨੀਆ, ਬੈਲਜੀਅਮ, ਬਲਗੇਰੀਆ, ਆਈਸਲੈਂਡ, ਲਗਜ਼ਮਬਰਗ, ਮੋਂਟੀਨੇਗਰੋ, ਨੈਦਰਲੈਂਡਸ, ਇਟਲੀ, ਲਾਤਵੀਆ, ਲਿਥੂਏਨੀਆ, ਨਾਰਥ ਮੈਸੇਡੋਨੀਆ, ਨਾਰਵੇ, ਪੋਲੈਂਡ, ਸਲੋਵਾਕੀਆ, ਯੂਨਾਈਟਿਡ ਕਿੰਗਡਮ, ਪੁਰਤਗਾਲ, ਰੋਮੇਨੀਆ, ਯੂਨਾਈਟਿਡ ਸਟੇਟਸ, ਸਲੋਵੇਨੀਆ, ਸਪੇਨ ਅਤੇ ਤੁਰਕੀ। 2020 'ਚ ਮੈਸੇਡੋਨੀਆ ਆਇਆ ਇਹਦੇ ਵਿੱਚ, ਜਿਹੜਾ ਆਖਰੀ ਆਇਆ। ਇੱਥੋਂ ਇਹ ਸ਼ਿੰਗੜੀ ਛਿੜੀ। ਯੂਕਰੇਨ ਨੂੰ ਨੈਟੋ ਦਾ ਮੈਂਬਰ ਬਣਾਉਣ ਨੂੰ ਅਮਰੀਕਾ ਅਤੇ ਉਹਦੇ ਨਾਲ ਦੇ ਦੇਸ਼ਾਂ ਨੇ ਬਹੁਤ ਜ਼ੋਰ ਲਾਇਆ। ਕਾਰਨ ਇਹ ਕਿ ਰੂਸ ਦੇ ਕੰਢੇ, ਰੂਸ ਦੇ ਸਿਰ 'ਤੇ ਅਸੀਂ ਆਪਣੀ, ਕਿੱਥੇ ਤਾਂ ਇੱਕ ਦੇਸ਼ ਹੈ, ਕਿੱਥੇ ਸਾਰੇ 30 ਦੇਸ਼ਾਂ ਦੀਆਂ ਜੰਗੀ ਮਸ਼ਕਾਂ, ਜਿਵੇਂ ਪੋਲੈਂਡ ਦੇ ਵਿੱਚ ਹੋਈਆਂ, ਜਿਸ ਤਰ੍ਹਾਂ ਰੋਮਾਨੀਆ ਦੇ ਵਿੱਚ ਹੋਈਆਂ, ਕਿ ਵੀ ਸਾਡੀਆਂ ਜੰਗੀ ਜਿਹੜੀਆਂ ਮਸ਼ਕਾਂ ਨੇ ਉਹ ਇਕੱਠੀਆਂ ਹੋਣ, ਖਾਸ ਤੌਰ 'ਤੇ ਪੋਲੈਂਡ ਦੀਆਂ, ਰੋਮਾਨੀਆ ਇਹਦੇ ਜਿਹੜਾ ਵਿੱਚ ਨਹੀਂ, ਪੋਲੈਂਡ ਦੀਆਂ ਜੰਗੀ ਮਸ਼ਕਾਂ ਜਿਹੜੀਆਂ ਨੇ ਰੂਸ ਨੂੰ ਤੰਗ ਕਰਦੀਆਂ ਸੀ ਬਹੁਤ ਜ਼ਿਆਦਾ। ਉਹ ਹੁਣ ਜੇ ਯੂਕਰੇਨ 'ਚ ਬਹਿ ਜਾਂਦੀ ਹੈ ਨੈਟੋ ਆ ਕੇ, ਤਾਂ ਰਹਿੰਦਾ ਹੀ ਕੱਖ ਨਹੀਂ ਉਹਦੇ 'ਤੇ। ਇਹ ਅਸਲ ਇਹਨੂੰ ਸੀਤ ਜੰਗ ਕਹਿ ਦਈਏ, ਪਹਿਲਾਂ ਸੀ ਇਸ ਤਰ੍ਹਾਂ ਹੀ ਅਤੇ ਹੁਣ ਵੀ। ਮਿਲਟਰੀ ਦੇ ਕੱਲ੍ਹ ਤੁਹਾਨੂੰ ਦੱਸਿਆ ਹੀ ਹੈ ਵੀ 2 ਲੱਖ ਯੂਕਰੇਨ ਦੇ ਵਿੱਚ ਹੈ, 9 ਲੱਖ ਰਸ਼ੀਆ 'ਚ ਹੈ, 9 ਲੱਖ ਰਿਜ਼ਰਵ ਯੂਕਰੇਨ ਦੀ ਹੈ, 20 ਲੱਖ ਰਸ਼ੀਆ ਦੀ ਹੈ। ਆਰਟਿਲਰੀ ਜਿਹੜੀ ਹੈ ਯੂਕਰੇਨ ਕੋਲ 2000 ਹੈ, ਰਸ਼ੀਆ ਕੋਲ 7500 ਹੈ। ਆਰਮਡ ਵਹੀਕਲ ਜਿਹੜੇ ਬਖਤਰਬੰਦ ਗੱਡੀਆਂ ਨੇ ਅਤੇ
ਉਹ ਜਿਹੜੀਆਂ ਤੋਪਖਾਨਾ ਹੈ 2000 ਤੇ 7500, ਆਰਮਡ ਵਹੀਕਲ ਨੇ ਜਿਹੜੇ 12000 ਨੇ, ਰਸ਼ੀਆ ਕੋਲ 30000 ਹੈ, ਟੈਂਕ 2600 ਆ ਯੂਕਰੇਨ ਕੋਲ, ਅਤੇ 12500 ਰੂਸ ਕੋਲ ਹੈ। ਉਸ ਤੋਂ ਬਾਅਦ ਅਟੈਕ ਹੈਲੀਕਾਪਟਰ 34 ਨੇ ਯੂਕਰੇਨ ਕੋਲ, 544 ਰੂਸ ਕੋਲ ਨੇ। ਉਸ ਤੋਂ ਬਾਅਦ ਜਿਹੜੇ ਲੜਾਕੂ ਜਹਾਜ਼ ਨੇ 98 ਨੇ ਯੂਕਰੇਨ ਕੋਲ, ਰਸ਼ੀਆ ਕੋਲ 1550 ਹੈ। 62 ਅਰਬ ਡਾਲਰ ਰੂਸ ਖਰਚਦਾ ਆਪਣੇ ਡਿਫੈਂਸ 'ਤੇ, ਯੂਕਰੇਨ ਖਰਚਦਾ 6 ਅਰਬ। ਹੁਣ ਜਿਹੜਾ ਓਇਲ ਅਤੇ ਗੈਸ ਸਭ ਤੋਂ ਵੱਡੀ ਜਿਹੜੀ ਕਮਾਈ ਹੈ, ਦੋਨੇ ਹੀ ਰਿਚ ਨੇ। ਵਰਲਡ ਦਾ ਸਭ ਤੋਂ ਹਾਈਐਸਟ ਪ੍ਰੂਵਨ ਗੈਸ ਰਿਜ਼ਰਵ ਹੈ ਜਿਹੜਾ ਉਹ ਰੂਸ ਕੋਲ ਹੈ, ਰਸ਼ੀਆ ਕੋਲ ਹੈ। 49 ਬਿਲੀਅਨ ਕਿਊਬਿਕ ਮੀਟਰ, ਘਣ ਮੀਟਰ, 49 ਬਿਲੀਅਨ, 49 ਅਰਬ। 70% ਕੰਟਰੀ ਦਾ ਜਿਹੜਾ ਗੈਸ ਰਿਜ਼ਰਵ ਹੈ ਉਹਦੀ ਮਲਕੀਅਤ ਹੈ ਜਿਹੜੀ ਗੈਸਪ੍ਰੋਮ ਕੋਲ ਆ, ਜਿਹੜੀ ਸਟੇਟ ਓਨਡ ਐਨਰਜੀ ਜਾਇੰਟ ਹੈ, ਜਿੱਥੋਂ ਸਭ ਸ਼ਿੰਗੜੀ ਛਿੜਦੀ ਹੈ, ਜਿੱਥੋਂ ਅਮੀਰੀ ਹੁੰਦੀ ਹੈ। ਯੂਰਪ ਦੀ ਨੈਚੁਰਲ ਗੈਸ ਦੀ ਸਪਲਾਈ ਜਿਹੜੀ 1/3 ਇਕੱਲੇ ਰੂਸ ਤੋਂ ਆਉਂਦੀ ਹੈ। ਉਹਦੇ ਬਾਅਦ ਯੂਰਪ 'ਚ ਐਨਰਜੀ ਕ੍ਰਾਈਸਿਸ। ਚਲੋ ਤੁਸੀਂ ਉਹਨਾਂ 'ਤੇ ਸੈਂਕਸ਼ਨਸ ਤਾਂ ਲਾ ਦਿਓ, ਪਰ ਚੁੱਲ੍ਹੇ ਗਰਮ ਕਿਵੇਂ ਹੋਣਗੇ? ਕਿੱਥੋਂ ਲਿਆਉਂਗੇ ਗੈਸ? ਫਰਵਰੀ 22 ਨੂੰ ਜਰਮਨੀ ਦੀ ਇੱਕ ਬਹੁਤ ਵੱਡੀ ਪਾਈਪਲਾਈਨ ਜਿਹੜੀ ਨਾਰਥ ਸਟਰੀਮ ਹੈ 2 ਨੰਬਰ, ਜਿਸ ਨੇ 12 ਬਿਲੀਅਨ ਰਸ਼ੀਅਨ ਦੇ ਕਰੀਬ ਰਸ਼ੀਅਨ ਗੈਸ ਪਾਈਪਲਾਈਨ ਦਾ ਪ੍ਰੋਜੈਕਟ ਸੀ, ਜਿਹੜਾ 151 ਮਿਲੀਅਨ ਕਿਊਬਿਕ ਮੀਟਰ ਗੈਸ ਜਿਹਨੇ ਲੈ ਕੇ ਜਾਣੀ ਸੀ, ਉਹਨੂੰ ਹਾਲਟ ਕਰ ਦਿੱਤਾ। ਓਇਲ ਰਿਜ਼ਰਵ ਵੀ ਬਹੁਤ ਵੱਡਾ, ਉਹਦੇ ਕੋਲ 80 ਬਿਲੀਅਨ ਬੈਰਲ ਹੈ, 5% ਵਰਲਡ ਦੀ ਟੋਟਲ ਹੈ। ਯੂਕਰੇਨ ਦੇ ਕੋਲ ਓਇਲ ਅਤੇ ਗੈਸ 395 ਮਿਲੀਅਨ ਬੈਰਲ ਹੈ। ਓਇਲ ਉਹਦੇ ਕੋਲ ਇੰਨਾ ਕੀ ਉਹਦੇ ਕੋਲ ਗੈਸ ਹੈ। ਹੁਣ ਇਹ ਜਿਹੜੀਆਂ ਵੱਡੀਆਂ ਲਾਈਨਾਂ ਨੇ ਰੂਸ ਤੋਂ, ਉਹ ਵਿਛੀਆਂ ਹੋਈਆਂ ਨੇ, ਜਿਹੜੀਆਂ ਜਾਂਦੀਆਂ ਨੇ ਯੂਰਪ ਦੇ ਵਿੱਚ, ਯੂਰਪ ਦੇ ਦੇਸ਼ਾਂ 'ਚ। ਹੁਣ ਐਕਸਪੋਰਟ ਜਿਹੜਾ ਕਰਦਾ ਉਹ ਮੇਨ ਐਕਸਪੋਰਟ ਜਿਹੜਾ ਹੈ ਉਹ ਕਿੱਥੇ ਕਿੱਥੇ ਨੂੰ ਭੇਜਦਾ, ਕੀ ਕਰਦਾ? ਰੂਸ ਆ ਜਿਹੜਾ ਸਭ ਤੋਂ ਵੱਡਾ, ਉਹਦਾ ਐਕਸਪੋਰਟ ਚੀਨ ਦਾ, ਫਿਰ ਹਾਲੈਂਡ ਹੈ, ਨੈਦਰਲੈਂਡਸ ਹੈ, ਬੈਲਾਰੂਸ ਹੈ, ਜਰਮਨੀ ਹੈ, ਇਟਲੀ ਹੈ, ਤੁਰਕੀ ਹੈ, ਸਾਊਥ ਕੋਰੀਆ, US, ਕਜ਼ਾਕਿਸਤਾਨ ਅਤੇ UK। ਅੱਛਾ, ਯੂਕਰੇਨ ਜਿਹੜਾ ਟੌਪ ਉਹਦਾ ਐਕਸਪੋਰਟ ਸੀ, ਰਸ਼ੀਆ ਸੀ, ਚਾਈਨਾ ਹੈ, ਜਰਮਨੀ, ਪੋਲੈਂਡ, ਇਟਲੀ, ਤੁਰਕੀ, ਇਜਿਪਟ, ਇੰਡੀਆ ਅਤੇ ਨੈਦਰਲੈਂਡ ਅਤੇ ਹੰਗਰੀ। ਕਰੂਡ ਪੈਟਰੋਲੀਅਮ, ਰਿਫਾਈਨਡ ਪੈਟਰੋਲੀਅਮ, ਉਹਦੇ ਬਾਅਦ ਕੋਲਾ, ਪੈਟਰੋਲੀਅਮ ਗੈਸ ਆ, ਇਹ ਵੱਡੇ ਆ ਰੂਸ ਦੇ। ਯੂਕਰੇਨ ਦੀ ਮੱਕੀ ਆ ਅਤੇ ਕਣਕ ਹੈ, ਅਤੇ ਆਇਰਨ ਜਿਹੜਾ ਕੱਚਾ ਲੋਹਾ ਹੈ ਉਹ ਹੈ, ਥੋੜ੍ਹਾ ਜਿਹਾ ਪਕਾਇਆ ਲੋਹਾ ਹੈ, ਉਹਦੇ ਬਾਅਦ ਹੌਟ ਰੋਲਡ ਆਇਰਨ ਹੈ। ਜ਼ਿਆਦਾਤਰ ਇਹੀ ਹੈ, ਕਣਕ, ਮੱਕੀ ਅਤੇ ਲੋਹਾ, ਇਹ ਯੂਕਰੇਨ ਦਾ। ਅੱਛਾ, ਹੁਣ ਰਸ਼ੀਅਨ ਤੇਲ 'ਤੇ ਕਿਹੜਾ ਦੇਸ਼ ਆ ਜਿਹੜਾ ਉਹ ਨਿਰਭਰ ਹੈ? 2019 ਦੇ ਅੰਕੜੇ ਨੇ, ਸਾਊਦੀ ਅਰਬ ਨੇ 145 ਬਿਲੀਅਨ ਦਾ ਕਰੂਡ ਆਇਲ ਜਿਹੜਾ ਐਕਸਪੋਰਟ ਕੀਤਾ, ਰਸ਼ੀਆ ਨੇ ਕੀਤਾ 123 ਬਿਲੀਅਨ ਦਾ, ਇਰਾਕ ਨੇ ਕੀਤਾ 73 ਬਿਲੀਅਨ ਦਾ, ਕੈਨੇਡਾ ਨੇ ਕੀਤਾ 67 ਬਿਲੀਅਨ ਦਾ, ਅਮਰੀਕਾ ਨੇ ਕੀਤਾ 61 ਬਿਲੀਅਨ ਦਾ। ਰਸ਼ੀਆ ਦਾ ਸਭ ਤੋਂ ਵੱਧ ਜਿਹੜਾ ਤੇਲ ਹੈ, ਕੱਚਾ ਤੇਲ ਆ, ਉਹ ਚੀਨ ਖਰੀਦਦਾ। ਰਸ਼ੀਅਨ ਤੇਲ 'ਤੇ ਬੈਲਾਰੂਸ, ਚੀਨ ਤੋਂ ਬਾਅਦ ਬੈਲਾਰੂਸ, ਕਿਊਬਾ, ਕਿਊਰੈਕੋ, ਕਜ਼ਾਕਿਸਤਾਨ ਅਤੇ ਲਾਤਵੀਆ। ਸੋ ਇਹਨਾਂ ਦੇਸ਼ਾਂ ਨੂੰ ਇਹ ਜਿਹੜਾ ਇਹ ਤੇਲ ਵੇਚਦਾ। ਹੁਣ ਆਓ ਜੋ ਹਥਿਆਰਾਂ 'ਤੇ। ਲੋਹਾ ਕੌਣ ਖਰੀਦਦਾ? ਰੂਸ ਦਾ। ਰਸ਼ੀਆ ਵਰਲਡ ਦਾ ਸੈਕੰਡ ਲਾਰਜੈਸਟ ਹਥਿਆਰਾਂ ਦਾ ਵਿਕਰੇਤਾ ਹੈ, ਅਮਰੀਕਾ ਤੋਂ ਬਾਅਦ। 20% ਦੁਨੀਆ ਦੇ ਜਿੰਨੇ ਹਥਿਆਰ ਵਿਕਦੇ ਉਹਦਾ 20% ਰੂਸ ਵੇਚਦਾ।
2016 ਤੋਂ 20 ਤੱਕ $28 ਬਿਲੀਅਨ ਦੇ ਉਹਨੇ ਹਥਿਆਰ ਵੇਚੇ, $28 ਅਰਬ ਦੇ 45 ਦੇਸ਼ਾਂ ਨੂੰ। 90% ਆਪਣੇ ਹਥਿਆਰ ਉਹ 10 ਕੰਟਰੀਆਂ ਨੂੰ ਵੱਡੀਆਂ ਨੂੰ ਵੇਚਦਾ। ਬਿਗੈਸਟ ਉਹਦਾ ਕਸਟਮਰ ਆ ਜਿਹੜਾ ਇੰਡੀਆ, ਜਿਹੜਾ 23% ਰਸ਼ੀਆ ਦਾ ਹਥਿਆਰ ਖਰੀਦਦਾ, 7 ਬਿਲੀਅਨ ਦੇ ਪਿਛਲੇ 5 ਸਾਲਾਂ 'ਚ। ਅੱਧੇ ਹਥਿਆਰ ਭਾਰਤ ਦੇ 49.3 ਰੂਸ ਤੋਂ ਜਾਂਦੇ ਨੇ। ਚਾਈਨਾ ਸੈਕੰਡ ਲਾਰਜੈਸਟ ਬਾਇਰ ਹੈ ਰਸ਼ੀਅਨ ਵੈਪਨਰੀ ਦਾ, 5 ਬਿਲੀਅਨ। ਉਹਦੇ ਬਾਅਦ ਅਲਜੀਰੀਆ, ਇਜਿਪਟ, ਵੀਅਤਨਾਮ, ਇਹਨਾਂ ਨੇ ਇਹ ਬਾਅਦ 'ਚ ਖਰੀਦਦੇ ਆ। ਬਾਕੀ ਵੀ ਦੇਸ਼ ਲੈਂਦੇ ਆ ਵੱਡੇ। ਇੰਡੀਆ, ਉਹ ਤੋਂ ਬਾਅਦ ਚੀਨ, ਚੀਨ ਤੋਂ ਬਾਅਦ ਅਲਜੀਰੀਆ, ਅਲਜੀਰੀਆ ਤੋਂ ਬਾਅਦ ਇਜਿਪਟ, ਮਿਸਰ, ਮਿਸਰ ਤੋਂ ਬਾਅਦ ਵੀਅਤਨਾਮ, ਵੀਅਤਨਾਮ ਤੋਂ ਬਾਅਦ ਕਾਜ਼ਖਸਤਾਨ, ਫਿਰ ਇਰਾਕ, ਬੈਲਾਰੂਸ, ਤੁਰਕੀ, ਸੀਰੀਆ, ਬੰਗਲਾਦੇਸ਼, ਸਰਬੀਆ, ਪਾਕਿਸਤਾਨ, ਐਂਗੋਲਾ ਵੀ ਲੈਂਦਾ, ਇਰਾਨ ਵੀ ਲੈਂਦਾ, ਅਰਮੀਨੀਆ ਵੀ ਲੈਂਦਾ, ਦੁਬਈ ਵੀ ਲੈਂਦਾ, ਜਾਰਡਨ ਅਤੇ ਛੋਟੇ ਛੋਟੇ। ਸੋ ਇਹ ਅੰਕੜੇ ਕੁਛ ਤੁਹਾਡੇ ਮੈਂ ਸਨਮੁਖ ਕੀਤੇ ਨੇ ਵੀ ਕਹਾਣੀ ਖੜੀ ਕਿੱਥੇ ਆ। ਹੁਣ ਭਾਰਤ ਸਭ ਤੋਂ ਵੱਧ ਹਥਿਆਰ ਰੂਸ ਤੋਂ ਲੈਂਦਾ। ਅੱਜ ਦੀ ਯਾਰੀ ਨਹੀਂ ਹੈ ਰੂਸ ਦੀ, ਇੰਦਰਾ ਗਾਂਧੀ ਦੇ ਸਮੇਂ ਦੀ। ਇੰਦਰਾ ਗਾਂਧੀ ਦੇ ਵੱਡੇ ਡਿਸੀਜ਼ਨ ਜਿਹੜੇ ਨੇ ਉਹ ਰੂਸ ਤੋਂ ਚੱਲਦੇ ਰਹੇ। ਕਮਿਊਨਿਸਟ ਪਾਰਟੀ ਜਿਹੜੀ ਭਾਰਤ ਦੀ ਹੈ, ਉਹਦੇ ਦਿਸ਼ਾ ਨਿਰਦੇਸ਼ ਰੂਸ ਤੋਂ ਆਉਂਦੇ ਰਹੇ। ਕਮਿਊਨਿਸਟ ਲੋਕਾਂ ਦਾ ਹਲੇ ਵੀ ਮੱਕਾ ਜਿਹੜਾ ਉਹਨਾਂ ਦਾ ਰੂਸ ਹੈ। ਹੁਣ ਇਸ ਜੰਗ ਦੀ ਗੱਲ ਚੱਲ ਰਹੀ ਹੈ। ਇੱਕ ਸਕੂਲ ਆਫ ਥਾਟ ਇਹ ਹੈ ਕਿ 20 ਦੇ ਕਰੀਬ ਜਿਹੜੇ ਜਾਂ 25 ਦੇ ਕਰੀਬ ਨਿਊਜ਼ ਆਊਟਲੈਟ ਨੇ ਜਿਹੜੇ ਅਮਰੀਕਾ, ਇੰਗਲੈਂਡ ਬੇਸਡ ਨੇ, ਉਹ ਧੌੜੀ ਲਾ ਰਹੇ ਨੇ ਰਸ਼ੀਆ ਦੀ। ਜਿਹੜਾ ਰਸ਼ੀਆ ਟੂਡੇ RT ਹੈ, ਉਹ ਅਸਲ ਪਿਕਚਰ ਦੇ ਰਿਹਾ। ਮੈਂ ਮੰਨ ਸਕਦਾ ਕਿ ਮੀਡੀਆ ਇੱਕ ਬਹੁਤ ਵੱਡਾ ਥੰਮ ਹੈ ਜਿਹੜਾ ਸੱਜੇ ਨੂੰ ਖੱਬੇ, ਖੱਬੇ ਨੂੰ ਸੱਜੇ ਕਰਨ ਦੀ ਤਾਕਤ ਰੱਖਦਾ, ਪਰ 20-25 ਵੱਡੇ ਆਊਟਲੈਟਸ ਨੇ ਰੂਸ ਨੂੰ ਤਾਂ ਨਹੀਂ ਕਿਹਾ ਵੀ ਧਾਵਾ ਬੋਲਦੇ ਯੂਕਰੇਨ 'ਤੇ, ਮੁੜ ਕੇ ਆਉਣਾ। ਸੋ ਇਹ ਜਾਣਕਾਰੀ ਸੀ ਦੋਨੇ ਦੇਸ਼ਾਂ ਦੇ ਬਾਰੇ ਥੋੜ੍ਹੀ ਬਹੁਤੀ। ਅਤੇ ਹੁਣ ਇਹ ਨਿਬੜੂ ਕਿਵੇਂ ਗੱਲ? ਯੂਕਰੇਨ ਹੁਣੇ ਕਹਿ ਰਿਹਾ ਹੈ ਕਿ ਮੈਰੀਓਪੋਲ ਦੇ ਇੱਕ ਥੀਏਟਰ ਦੇ ਵਿੱਚ ਜਿਹੜੀ ਰੂਸ ਨੇ ਬੰਬਿੰਗ ਕੀਤੀ ਆ, 300 ਜਣਾ ਮਾਰ ਦਿੱਤਾ। ਉੱਥੇ ਉਹ ਲੋਕਾਂ ਨੇ ਸ਼ਰਨ ਲਈ ਹੋਈ ਸੀ। ਹੁਣ ਜਿਹੜਾ ਘਾਣ ਹੋ ਰਿਹਾ ਇਹ ਘਾਣ ਦੀ ਜ਼ਿੰਮੇਵਾਰੀ ਕਿਹਦੀ ਹੈ? ਕੌਣ ਦੁਨੀਆ ਵੇਖ ਰਹੀ ਹੈ? ਨੈਟੋ ਵੇਖ ਰਹੀ ਹੈ, ਸਾਰੇ ਆਪਾਂ ਵੇਖ ਰਹੇ ਹਾਂ। ਲੋਕ ਮਰ ਰਹੇ ਨੇ, ਜਵਾਕ ਜਿਹੜੇ ਨੇ ਉਹ ਉੱਜੜ ਰਹੇ ਨੇ। ਕਿਹੋ ਜਿਹਾ ਭਵਿੱਖ ਹੋਊ? ਲੋਕ ਛੱਡ ਭੱਜ ਰਹੇ ਨੇ ਨਾਲ ਦੇ ਦੇਸ਼ਾਂ 'ਚ। ਉੱਥੇ ਵੀ ਉਹ ਇਹੋ ਜਿਹੇ ਦੇਸ਼ ਨੇ, ਉਹਨਾਂ ਨੂੰ ਕਿਹੜਾ ਸੌਖਾ ਰੱਖਣੇ। ਇਹ 300 ਜਣਿਆਂ ਦਾ ਇਕੱਠਾ ਮਰ ਜਾਣਾ ਅਤੇ ਬੰਬਿੰਗ ਕਰ ਦੇਣੀ ਥੀਏਟਰ ਦੇ ਵਿੱਚ। ਹੁਣ ਇਹਦੇ 'ਤੇ ਰੂਸ ਪੱਖੀ ਲੋਕ ਕਹਿੰਦੇ ਜੀ ਨਹੀਂ, ਇਹ ਤਾਂ ਉਈਓ ਕ੍ਰੀਏਟ ਕਰਦੇ ਆ। ਕ੍ਰੀਏਟ ਕਿਵੇਂ ਕਰਦੇ ਆ? ਕਿਹੜਾ ਦੇਸ਼ ਆਪਣੇ ਤੌਰ 'ਤੇ ਆਪਣੇ ਲੋਕਾਂ ਨੂੰ ਮਾਰ ਲਓ? ਇਸ ਤਰ੍ਹਾਂ ਨਹੀਂ ਹੁੰਦਾ। ਅਤੇ ਰੂਸ ਇਸ ਲੜਾਈ ਦੇ ਵਿੱਚ ਹਾਰ ਰਿਹਾ। ਬਿਲਕੁਲ ਅੰਡਰਮਾਈਨ ਕੀਤਾ ਉਹਨੇ, ਇਸ ਨੂੰ ਅੰਡਰ ਐਸਟੀਮੇਟ ਕੀਤਾ ਵੀ ਬਸ ਗਏ ਅਤੇ ਆਏ। ਇਹ ਕਹਾਣੀ ਜਿਹੜੀ ਇਹ ਗਏ ਅਤੇ ਆਏ ਬਹੁਤ ਵਾਰ ਹੋਈ ਹੈ ਦੁਨੀਆ ਦੇ ਇਤਿਹਾਸ 'ਚ। ਬਸ ਗਏ ਅਤੇ ਦਿਨ ਚੜ੍ਹਦੇ ਨੂੰ ਮੁੜਿਆ 2 ਘੰਟੇ ਅਤੇ 2.5 ਘੰਟੇ, ਬਸ ਸਵੇਰ ਨੂੰ ਖ਼ਤਮ। ਜਦ ਫਿਰ 4-4 ਦਿਨ ਲੰਘ ਜਾਂਦੇ ਆ, ਫਿਰ ਝੂਠ ਬੋਲਣਾ ਪੈਂਦਾ। ਸੋ ਇਹ ਇਸ ਤਰ੍ਹਾਂ ਹੀ ਇਹ ਮਾਸਕੋ 'ਚ ਬੈਠੇ, ਲੋਹਾ ਤਾਂ ਹੈਗਾ ਇਹਨਾਂ ਕੋਲ, ਲੋਹਾ ਪੁਰਾਣਾ ਬਹੁਤ ਹੈ, ਪਰ ਅਤੇ ਲੋਹੇ ਦਾ ਪਤਾ ਵੀ ਨਹੀਂ ਕਿੱਧਰ ਨੂੰ ਚੱਲ ਜਾਣਾ। 2-2 ਇੰਚ ਦੇ ਫਾਸਲਾ ਰੱਖ ਕੇ ਅਤੇ ਪੂਰਾ ਐਨ GPS ਇਕੁਇਪਡ ਮਿਜ਼ਾਈਲਾਂ ਜਿਹੜੀਆਂ ਕਈ ਵਾਰ ਚੱਲ ਜਾਂਦੀਆਂ ਨੇ ਅਤੇ ਗੁਆਂਢੀ ਦੇਸ਼ 'ਚ ਜਾ ਕੇ ਡਿੱਗ ਪੈਂਦੀਆਂ ਨੇ। ਸ਼ਿੰਗੜੀ ਜਾਂ ਛੇੜਨੀ ਆ ਤਾਂ ਛੇੜਨ ਨੂੰ ਕੀ ਲੱਗਦਾ? ਘਾਣ ਕਿਹਦਾ ਹੋਣਾ? ਘਾਣ ਲੋਕਾਂ ਦਾ ਹੋਣਾ। ਦੋਨੇ ਜਿੱਧਰ ਵੀ ਮਰੇ, ਰੂਸ 'ਚ ਮਰ ਜਾਣ ਚਾਹੇ
यूक्रेन च मर जाण, आम लोग मर रहे ने। ਇਹਦਾ क्योंकि किसी ਨੂੰ कोई फर्क नहीं है। सो ये जिहड़ी लड़ाई है कद मुक्केगी, किवें मुक्केगी, कौन ਇਹਦੇ सामने आके खड़ूगा। हुण नैटो ਜਿਹਦੀ मैंबरशिप लैंदा यूक्रेन जिहड़ा है ਉਹ इस लड़ाई 'ਚ चले गया। हुण नैटो मदद नहीं कर रही। हथियार तो भेजी चलो जिन्ना मर्जी, मरना किहने आ? मरना तो यूक्रेन के लोगों ने है। तो पुतिन का जिहड़ा मगज़ क्यों खराब होया, चंगा भला वसदा ते रोटी खाण लग्या हुण 91 तो बाद 30-31 सालां च, ते फिर पंगा ले लिया। सो ये समझ तो बाहर है कि यह दुनिया नूं ਸਾਂਭਣ ਵਾਲੇ, ਦੁਨੀਆ ਦੀ ਲੀਡਰਸ਼ਿਪ ਸਕਿੱਲ ਦੇ ਵਿੱਚ ਲੀਡਰ ਕੌਣ ਹੁੰਦਾ ਕੰਟਰੀ ਦਾ, ਲੀਡਰ ਕੌਣ ਹੁੰਦਾ ਸੂਬੇ ਦਾ, ਲੀਡਰ ਕੌਣ ਹੁੰਦਾ ਤੁਹਾਡੀ ਮਿਊਨਿਸਪੈਲਿਟੀ ਦਾ, ਜਿਹਦੇ ਕੋਲ ਲੀਡਰਸ਼ਿਪ ਸਕਿੱਲ ਹੋਵੇ। ਦੇਸ਼ ਜਿੱਡਾ ਮਰਜ਼ੀ ਵੱਡਾ ਹੋਵੇ, 150 ਕਰੋੜ ਬੰਦਾ ਭਾਰਤ 'ਚ, ਪ੍ਰਧਾਨ ਮੰਤਰੀ ਇੱਕ ਹੈ, ਸੂਬਿਆਂ ਦੇ ਮੁੱਖ ਮੰਤਰੀ ਇੱਕ ਨੇ। ਕੁਛ ਤਾਂ ਉਹ 'ਚ ਖਾਸੀਅਤ ਹੁੰਦੀ ਹੈ, ਇਉਂ ਤਾਂ ਬਣ ਨਹੀਂ ਹੁੰਦਾ। ਸਰੀ 'ਚ 7 ਲੱਖ ਲੋਕ ਨੇ, ਮੇਅਰ ਬਣਨੇ ਨੇ, ਕੌਂਸਲਰ ਬਣਨਾ ਹੈ। कोई स्किल होएगी तो ही बनू, ਜਾਂ रेस 'ਚ कोई लगूगा। ऑर्डनरी बंदा नहीं लग सकता। जस्टिन ट्रूडो पढ़ाउंदा प्रधान मंत्री बन गया तो हरमन प्यारा लोगों का जिता दिता फिर अगले। सो ये वो तो नहीं है बई कुछ है नहीं, सोचण दे नहीं कोई कहानी। तो आ कन्वेंशन हो रही है कंसरवेटिव दी ਅਲਬਰਟਾ ਦੇ ਵਿੱਚ। ਕੈਨੀ ਕਹਿੰਦਾ ਮੈਂ ਤਾਂ ਪ੍ਰਾਈਵੇਟ ਸੈਕਟਰ 'ਚ ਕੱਲ੍ਹ ਨੂੰ ਚਲੇ ਜਾਵਾਂ, ਇੰਨੀ ਕਮਾਈ ਤਾਂ ਮੇਰੇ ਲਈ ਕੱਖ ਨਹੀਂ ਹੈ, ਪਰ ਮੈਂ ਕੁਛ ਚੇਂਜ ਕਰਨਾ ਚਾਹੁੰਦਾ। ਸੋ ਕੁਛ ਨਾ ਕੁਛ ਤਾਂ ਖਾਸੀਅਤ ਹੁੰਦੀ ਆ। ਪਰ ਇਹ ਅਲੀਟ ਆਫ ਅਲੀਟ ਫਿਰ ਇਹੋ ਜਿਹੇ ਗਲਤ ਡਿਸੀਜ਼ਨ ਕਿਵੇਂ ਲੈਂਦਾ ਜਿਹਦੇ 'ਚ ਲੋਕ ਉੱਜੜ ਰਹੇ ਨੇ, ਇਹ ਸਮਝਣਾ ਬਹੁਤ ਔਖਾ ਹੋਇਆ ਹੈ। ਭੱਟੀ ਸਾਹਿਬ ਕੀ ਕਹਿੰਦੇ ਹੋ ਜੀ? ਇਹ ਕਈ ਕਾਰਨ ਆ। ਇੱਕ ਤਾਂ ਜਿੱਦਾਂ ਵੈਸਟ ਹੰਕਾਰ ਇੰਨਾ ਆ ਗਿਆ ਸੀਗਾ ਨੇਟੋ 'ਚ, ਉਹ ਪੁਤਨ ਦੀ ਹਰੇਕ ਜਗ੍ਹਾ ਇਨਸਲਟ ਕਰਨੀ ਸ਼ੁਰੂ ਕਰ ਦਿੱਤੀ ਸੀ ਉਹਨਾਂ ਨੇ। ਜੇ ਉਹ ਨੇਟੋ ਦੀ ਜਿਹੜੀ ਜੀਤ ਹੋਣੀ ਸਮੇਂ ਤੇ ਜਾਂ ਦੂਜੀਆਂ ਸਮੇਂ ਤੇ ਚਾਹੁੰਦਾ ਸੀਗਾ, ਉਹ ਵਰਲਡ ਦੀ ਸੈਕੰਡ ਬਿਗੇਸਟ ਪਾਵਰ ਦਾ ਮਾਲਕ ਆ, ਵਰਲਡ 'ਚੋਂ ਸਭ ਤੋਂ ਸਟਰੋਂਗੈਸਟ ਪਰਸਨ ਆ। ਤੇ ਲੱਲੂ ਪੰਜੂ ਫਰਾਂਸ ਜਾਂ ਜਰਮਨ ਜਾਂ ਏਦਾਂ ਦੇ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਜਾਂ ਚਾਂਸਲਰ ਸੀਗੇ, ਉਹ ਸ਼ੇਖ ਹੈਂਡ ਉਹਨਾਂ ਨਾਲ ਕਰਦੇ, ਉਹਦੇ ਨਾਲ ਉਹ ਹੱਥ ਵਧਾਉਂਦਾ ਸੀਗਾ। ਖੈਰ ਲੱਲੂ ਪੰਜੂ ਨਹੀਂ, ਉਹ ਵੀ ਦੇਸ਼ਾਂ ਦੇ ਰਾਸ਼ਟਰਪਤੀ ਨੇ। ਹੈ ਤਾਂ ਹੈ, ਬਟ ਸਟਿਲ ਲੱਲੂ ਪੰਜੂ ਨਹੀਂ ਕਹਿ ਸਕਦੇ। ਹਾਂ, ਕੈਰੀ ਔਨ। ਹਾਂ, yeah, compared to him, but still they are more genius than him, ਇਹ ਨਹੀਂ ਆਪਾਂ ਕਹਿ ਸਕਦੇ। ਹਾਂਜੀ, ਅੱਗੇ ਚੱਲੋ। ਫਿਰ ਉਹਨਾਂ ਨੇ ਕੀ ਕੀਤਾ ਗਿਆ, ਹੁਣ ਸਾਰਾ ਜਿਹੜਾ ਉਹ ਵੈਸਟ ਇੱਕ ਇਕੱਠਾ ਹੋ ਕੇ ਉਹਦੇ ਖਿਲਾਫ ਹੋਇਆ ਸੀਗਾ। ਫਿਰ ਜਦੋਂ ਹੁਣ ਤੁਸੀਂ ਇੱਕ ਚਲੋ ਦੂਰ ਦਰਾਡੇ ਤੁਸੀਂ ਜੋ ਵੀ ਕਰੀ ਜਾਂਦੇ ਆ, ਜੋ ਵੀ ਉਹ ਠੀਕ ਆ। ਹੁਣ ਇੱਕ ਬੰਦਾ ਜਿਹੜਾ ਹੁਣ ਸਾਡੇ ਇੰਡੀਆ ਦੇ ਮੁੰਡ 'ਚ ਚਾਈਨਾ ਬੈਠਾ ਜੀ, ਅਮਰੀਕਾ ਬੈਠਾ ਕਿ 7 ਸਮੁੰਦਰ ਪਾਰ ਜੀ। ਹੁਣ ਜੇ ਚਾਈਨਾ ਨਾਲ ਜੇ ਲੜਾਈ ਛਿੜਦੀ ਆ ਤਾਂ ਚਾਈਨਾ ਨੈਕਸਟ ਡੋਰ ਬੈਠਾ, ਹੁਣ ਤੁਹਾਡੇ ਤੇ ਇੱਕਦਮ ਅਟੈਕ ਕਰ ਦਿੱਤਾ, ਬਿਲਕੁਲ ਠੀਕ ਹੈ, ਹੱਲਾ ਕਰ ਦੇਣਾ। ਇਹ 7 ਸਮੁੰਦਰੋਂ ਪਾਰ ਜਾਣਾ ਇਹਨਾਂ ਨੇ ਜੀ, ਜੇ ਹੈਲਪ ਕਰਨ ਗਏ। ਹੁਣ ਨੇਟੋ ਵਾਲਿਆਂ ਦਾ ਜੇ ਉਹ ਇਸ ਮੈਂਬਰ ਬਣ ਜਾਂਦਾ ਜੀ, ਇਹਨਾਂ ਨੇ ਤਾਂ ਉੱਥੇ ਜਾ ਕੇ ਉਹਨੂੰ ਚਰਚ ਫਿਰ ਉਹਦੇ ਮੁੰਡ ਘੇਰ ਲਾਣਾ। ਔਰ ਜਦੋਂ ਸਾਰੇ ਉੱਥੇ ਬਹਿ ਗਏ, ਫਿਰ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਕਰਕੇ ਇਹ ਤੇ ਇਹਨਾਂ ਲੜਾਈ ਛੇੜਨੀ ਆ ਤੇ ਇਹਨੂੰ ਖਤਮ ਕਰਨ ਲਈ। ਸੋ ਦੇਸ਼ ਜਾਂ ਕੋਈ ਵੀ ਆਦਮੀ ਇਹ ਨਹੀਂ ਚਾਹੁੰਦਾ ਕਿ 25-30 ਬੰਦੇ ਇਕੱਠੇ ਹੋ ਕੇ ਮੇਰੇ ਗੁਆਂਢ 'ਚ ਆ ਕੇ ਬਹਿ ਜਾਣ ਕਿ ਕਿਸੇ ਵੀ ਟਾਈਮ ਤੇ ਮੇਰੇ ਤੇ ਅਟੈਕ ਕਰ ਦੇਣ। ਇੱਕ ਤਾਂ ਉਹ ਪੁਆਇੰਟ ਸੀ ਜੀ। ਦੂਸਰਾ ਪੁਆਇੰਟ ਇਹ ਆ ਕਿ ਗਲਤੀ ਇਹਨਾਂ ਦੀ ਵੀ, ਅਮਰੀਕਾ ਵਾਲਿਆਂ ਦੀ ਆ ਸਾਰੀ। ਇਹਨਾਂ ਨੇ ਜਿੱਥੇ ਜਿੱਥੇ ਪੰਗੇ ਲਾਏ ਆ, ਕਦੀ ਇਹਨਾਂ ਨੇ ਨਾ ਦੂਜੇ ਨੂੰ UNO ਨੂੰ ਮੰਨਿਆ, ਇਰਾਕ ਤੇ ਹਮਲਾ ਕੀਤਾ, ਉਦੋਂ UNO ਮਨਾ ਕਰ ਰਿਹਾ ਸੀਗਾ, ਬੁਸ਼ ਨੇ ਮੰਨੀ ਕਿਸੇ ਦੀ ਗੱਲ, ਚੁੱਪਚਾਪ ਜਾ ਕੇ ਕਹਿੰਦਾ ਜਿਹੜਾ ਮੇਰੇ ਨਾਲ ਆਉਣਾ ਆ ਜਾਓ, ਜਿਹੜਾ ਮੇਰੇ ਨਾਲ ਆ ਉਹ ਮੇਰੇ ਨਾਲ ਆ, ਜਿਹੜਾ ਨਹੀਂ ਆਦਾ ਉਹ ਮੇਰਾ ਦੁਸ਼ਮਣ ਆ। ਉਦੋਂ ਤਾਂ UNO ਵੀ ਕੁਛ ਨੀ ਬੋਲਿਆ, ਉਦੋਂ ਤਾਂ ਨੇਟੋ ਵਾਲੇ ਵੀ ਕੁਛ ਨੀ ਬੋਲੇ। 28 ਬੰਦਿਆਂ ਨੇ ਜਾ ਕੇ 28 ਕੰਟਰੀਆਂ ਨੇ ਇੱਕ ਬੰਦੇ ਤੇ ਅਟੈਕ ਕਰ ਦਿੱਤਾ ਝੂਠ ਬੋਲ ਕੇ ਕਿ ਉਹਦੇ ਕੋਲ
ਜੋ ਜੇ ਬਾਇਓਲੋਜੀਕਲ ਵੈਪਨਸ ਆ ਬਿਲਕੁਲ ਉੱਥੋਂ ਨਿਕਲਿਆ ਵੀ ਕੁਛ ਨਹੀਂ। ਕੱਖ ਨਹੀਂ ਨਿਕਲਿਆ। ਫਿਰ ਉਸ ਬੰਦੇ ਤੇ ਇਹਨਾਂ ਨੇ ਵਾਰ ਕ੍ਰਾਈਮ ਦਾ ਕੋਰਸ ਯੂਐਨਓ ਚ ਚਲਾਇਆ ਕਿਸੇ ਨੇ, ਕਿਸੇ ਦੀ ਹਿੰਮਤ ਹੀ ਨਹੀਂ ਪਈ। ਸੋ ਉਹਨੂੰ ਚਾਰਜ ਫਿਰ ਜਦੋਂ ਤੂੰ ਉਹਨ ਦੇਖਿਆ ਕਿ ਉਹਨਾਂ ਨੂੰ ਕੁਛ ਨਹੀਂ ਹੋਇਆ ਤਾਂ ਮੈਨੂੰ ਕੀ ਕਰ ਸਕਦੇ ਆ, ਮੈਂ ਸੈਕਿੰਡ ਬਿਗੇਸਟ ਪਾਵਰ ਆ। ਨਿਊਕ ਪਾਵਰ ਲੜਾਈ ਇਹ ਛੇੜ ਨਹੀਂ ਸਕਦੇ। ਸਾਰਿਆਂ ਤੋਂ ਜ਼ਿਆਦਾ ਜਿੰਨੇ ਨੇਟੋ ਕੋ ਤੋੜ ਲਿਆ ਨਿਊਕ ਪਾਵਰ ਉਨੀ ਉਹਦੇ ਕੋਲ ਇਕੱਲੇ ਕੋ ਪਈ ਆ। ਸੋ ਨਿਬੜੂ ਕਿਵੇਂ ਭੱਟੀ ਸਾਹਿਬ? ਨਿਬੜਨਾ ਇਹ ਆ ਕਿ ਇੱਕ ਤਾਂ ਯੂਕਰੇਨ ਵਾਲੇ ਨੂੰ ਉਹ ਪਹਿਲਾਂ ਮਿਹਨਤਾਂ ਕਰ ਰਿਹਾ ਕਿ ਤੂੰ ਨਾ ਕਰ। ਉਹਨੂੰ ਕੁਛ ਕਿਹਾ ਥੋੜੀ। ਤੂੰ 2014 ਚ ਉਦੋਂ ਵੀ ਅਮਰੀਕਾ ਨੇ ਕਰਵਾਇਆ ਸੀ ਜੋ ਕਰਵਾਇਆ ਸੀਗਾ, ਉਹ ਨਸ ਕੀਤਾ, ਅਮਰੀਕਾ ਨੇ ਕਰਵਾਇਆ ਸੀਗਾ। ਉਹ ਤੋਂ ਬਾਅਦ ਚਲੋ 2014 ਤੋਂ ਬਾਅਦ ਹੁਣ 8-9 ਸਾਲ ਉਹ ਚੁੱਪਚਾਪ ਬੈਠੇ ਸੀਗੇ ਨਾ। ਫਿਰ ਉਹ ਆਲਮੋਸਟ 3-4 ਮਹੀਨੇ ਪਿਛਲੇ ਮੇਰੇ ਖਿਆਲ 2 ਸਾਲ ਤੋਂ ਇਹਦੇ ਦੁਆਲੇ ਲਗਾਇਆ ਪਏ ਨਾ ਵੀ ਕੰਮ ਉਹਦਾ ਮੈਂਬਰ ਨਾ ਬਣ। ਪਰ ਉਹਦੇ ਦਿਲ ਚ ਇਹ ਸੀਗਾ ਕਿ ਮੇਰੇ ਪਿੱਛੇ ਸਾਰੀ ਦੁਨੀਆ ਬੈਠੀ ਆ, ਇਹ ਨੇਟੋ ਦੇ 17 ਬੰਦੇ ਜੋ ਵੀ ਆ। ਪਰ ਜਦੋਂ ਅਟੈਕ ਹੋਇਆ ਤਾਂ ਇਹਨਾਂ ਨੇ ਸਾਰਿਆਂ ਨੇ ਉਹ ਜਿੱਦਾਂ ਕਹਿੰਦੇ ਹੁੰਦੇ ਨਾ ਕਿ ਅੱਗ ਲਗਾਈ ਤੇ ਕੁੱਤਾ ਨਿਆਈ, ਉਹ ਹਾਲ ਹੈ ਨਾ ਉਹਦਾ ਯੂਕਰੇਨ ਦਾ ਹੀ ਨਹੀਂ ਕੀਤਾ। ਥੈਂਕ ਯੂ ਬਾਈ ਜੀ, ਖਬਰਾਂ ਦਾ ਸਮਾਂ ਹੋ ਗਿਆ ਭੱਟੀ ਸਾਹਿਬ, ਥੈਂਕ ਯੂ। ਲਓ ਜੀ, ਪਹਿਲੇ ਵਿਸ਼ੇ ਤੇ ਗੱਲਬਾਤ ਕਰਨ ਲਈ ਸਰ ਅਜਮੇਰ ਸਿੰਘ ਮੇਰੇ ਨਾਲ ਨੇ, ਲਾਈਨ ਨੰਬਰ 1। ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਤੁਸੀਂ ਕਹਿੰਦੇ ਕਿ ਇਹਦਾ ਸੋਲੂਸ਼ਨ ਕੀ ਹੋ ਸਕਦਾ? ਦੇਖੋ ਨਾਟੋ ਵਾਲੇ ਤਾਂ ਇਨਵੋਲਵ ਨਹੀਂ ਹੋ ਸਕਦੇ ਹੁਣ ਲੜਾਈ ਦੇ ਵਿੱਚ। ਜੀ ਜੀ। ਤੇ ਪਾਵਰਫੁਲ ਉਹ ਹੈਗਾ ਹੀ ਆ ਰਸ਼ੀਆ, ਇਹ 'ਚ ਕੋਈ ਸ਼ੱਕ ਨਹੀਂ ਆ ਜੀ। ਦੂਜੀ ਗੱਲ ਆ ਕਿ ਇਹ ਗੱਲ ਸਿਰਫ ਹੁਣੀ ਨਹੀਂ ਸ਼ੁਰੂ ਹੋਈ। 3-4 ਸਾਲ ਪਹਿਲਾਂ ਜਦੋਂ ਮਿਸਟਰ ਟਰੰਪ ਪ੍ਰੈਜ਼ੀਡੈਂਟ ਸੀਗੇ, ਇਹ ਗੱਲ ਉਦੋਂ ਤੋਂ ਸ਼ੁਰੂ ਹੋਈ ਆ। ਇਹ ਸੋਲੂਸ਼ਨ ਵੀ ਉਹਨਾਂ ਨੇ ਕੱਢਣਾ, ਇੱਕ ਬਿਜ਼ਨਸਮੈਨ ਦੇ ਤੌਰ ਤੇ ਇਹ ਸੋਲੂਸ਼ਨ ਹੋਊਗਾ। ਕਿਉਂਕਿ ਮੀਡੀਆ ਨੇ ਕਈ ਗੱਲਾਂ ਬਹੁਤ ਛਪਾਈਆਂ ਜਦੋਂ ਮਿਸਟਰ ਟਰੰਪ ਪੁਤਿਨ ਨਾਲ ਮਿਲੇ ਵੀ ਸੀਗੇ ਤੇ ਫੋਨਾਂ ਤੇ ਗੱਲਾਂ ਹੁੰਦੀਆਂ ਰਹੀਆਂ। ਉਹ ਗੱਲਾਂ ਸਾਹਮਣੇ ਆਈਆਂ ਹੀ ਨਹੀਂ ਹੁਣ ਤੱਕ। ਤੇ ਇਹ ਬਿਜ਼ਨਸ ਸੋਲੂਸ਼ਨ ਹੀ ਹੋ ਸਕਦਾ, ਇਹ ਕੱਢ ਸਕਦੇ ਆ। ਧੰਨਵਾਦ ਹੋਟੀ ਸਾਹਿਬ, ਥੈਂਕ ਯੂ। ਸਰ ਹਰਦਿਆਲ ਸਿੰਘ ਨਾਗਰਾ ਜੀ, ਲਾਈਨ ਨੰਬਰ 2। ਗਿੱਲ ਸਾਹਿਬ ਤੋਂ ਪਿਆਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਨਾਗਰਾ ਸਾਹਿਬ। ਆਪਣਾ ਨਾ ਕਹਿੰਦਾ ਬੜਿਆਂ ਲੋਕਾਂ ਦੀ ਲੜਾਈ ਤੇ ਛੋਟਿਆਂ ਦਾ ਆਪਣਾ ਕਚੂੰਬ ਨਿਕਲਦਾ। ਇੱਕ ਪਾਸੇ ਰਸ਼ੀਆ, ਇੱਕ ਪਾਸੇ ਅਮਰੀਕਾ। ਨਹੀਂ ਦੇਖਿਆ ਹੋਣਾ ਵੀ ਇਰਾਕ ਦਾ ਸਾਦਿਮ ਹੁਸੈਨ ਉਹ ਵੀ ਏਦਾਂ ਹੰਕਾਰ ਰਿਹਾ ਸੀਗਾ। ਉਹ ਛੋਟੇ ਮੁਲਕ ਆਪਣਾ ਕੁਵੈਤ ਉਹ ਤੇ ਜਾ ਬੈਠਾ ਤਾਂ ਅਮਰੀਕਾ ਨੇ ਉਹਨੂੰ ਸੁਝਾਇਆ ਵੀ ਬੰਦਿਆਂ ਮਗਰ ਆਇਆ ਤੂੰ ਮੁੜਿਆ ਰਹਿਣ ਦੇ, ਛੋੜਿਆ ਮੁਲਕ ਤੂੰ ਇਸਦਾ ਨਾ ਕਰ। ਉਹੀ ਪੁਤਨ ਵੀ ਪੁੱਤ ਰਿਹਾ ਆ। ਪੁਤਨ ਦੇ ਸਿੰਘ ਮੈਂ ਕਹਿੰਦਾ ਇਹ ਹੈਗਾ ਕੁੜੀ ਹਵਾ ਦੁਨੀਆ ਦਾ ਨੈਕਸਟ ਕਰ ਰਹੇ ਨਾ ਆਪ ਵੀ ਨੈਕਸਟ ਹੋਣਾ ਹੈ। ਪੁਤਨ ਇੱਕ ਪਾਸੇ ਜਿਹੜੇ ਯੂਕਰੇਨ ਉਹਦੇ ਭਰਾ ਹੀ ਆ ਨਾ, ਆਪਣੇ ਭਰਾ ਨੂੰ ਮਾਰ ਰਿਹਾ। ਅਮਰੀਕਾ ਕੀ ਕਰੂ ਉੱਥੇ? ਯੂਕਰੇਨ ਵਾਲਾ ਦੇ ਪਿੱਛੇ ਰੱਬ ਪਰਮਾਤਮਾ ਆਊ, ਉਹਨੂੰ ਬਚਾਓ। ਪੁਤਨ ਦਾ ਬਣਿਆ ਪੁਤਨ ਬਣਾ ਪੁਤਨ। ਇਹਦਾ ਦੇਖੋ ਉੱਥੇ ਲੋਕਾਂ ਇਹਨੂੰ ਪਾ ਰੱਸੀ ਇਹਨੂੰ ਘਿੜਸਣਾ ਪੁਤਨ ਨੂੰ। ਜੋ ਹੋਇਆ ਨਾ ਆਪਣਾ ਉਸ ਆਪਣਾ ਉਹਦਾ ਯਾਰ ਰੱਗ ਦਾ ਜਿਹੜਾ ਸੀਗਾ ਪ੍ਰੈਜ਼ੀਡੈਂਟ, ਜੋ ਹਾਲ ਉਹਦਾ ਉਹੀ ਪੁਤਨ ਦਾ ਹੋਣਾ। ਦੇਖ ਲਿਓ ਤੁਸੀਂ ਕਿਤਨਾ ਕਰ ਤੁਸੀਂ ਆਪਣਾ ਪ੍ਰੋਗਰਾਮ ਠੀਕ ਕਰੋ। ਤੁਹਾਨੂੰ ਨੌਲੇਜ ਬਹੁਤ ਹੈ, ਬਾਕੀ ਤੁਸੀਂ ਸਲਾਹ ਦੇ ਦਿਓ ਉਹਨੂੰ। ਧੰਨਵਾਦ ਜੀ ਨਾਗਰਾ ਸਾਹਿਬ, ਥੈਂਕ ਯੂ। ਸਰ ਇੰਦਰਜੀਤ ਸਿੰਘ ਦਿਓ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਵੈਲਕਮ ਬੈਕ ਜੀ। ਧੰਨਵਾਦ ਬਹੁਤ ਬਹੁਤ ਦਿਓਲ ਸਾਹਿਬ, ਧੰਨਵਾਦ। ਹਾਂਜੀ ਸਰ, ਮੈਂ ਤਾਂ ਜਾਣੀ ਜਿੱਥੋਂ ਤੱਕ ਮੇਰੀ ਸਮਝ ਆ, ਮੈਂ ਤਾਂ ਇਹ ਸੋਚਦਾ ਜੀ ਵੀ ਇੱਕ ਤਾਂ ਨਾ ਵੀ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਹੈ ਜ਼ੈਲੈਂਸਕੀ, ਥੋੜਾ ਜਿਹਾ ਇਨਐਕਸਪੀਰੀਅੰਸ ਵੀ ਸੀ ਹਨਾ। ਹੁਣ ਦੇਖੋ ਵੀ ਸਾਰਾ ਕੁਛ ਢਾਹ ਢੇਰੀ ਕਰਾ ਕੇ ਵੀ ਕਹਿੰਦਾ ਨਾ ਵੀ ਹੁਣ ਮੈਂ ਗੱਲ ਕਰਨ ਨੂੰ ਤਿਆਰ ਆ, ਮੈਂ ਨੈਟੋ ਦਾ ਮੈਂਬਰ ਨਹੀਂ ਬਣਦਾ ਹਨਾ। ਜੇ ਹੁਣ ਆਪਾਂ ਜਦੋਂ ਜੀ ਉਸ ਖਿੱਤੇ ਨੂੰ ਸਮਝਦੇ ਹਾਂ ਤਾਂ ਇਫ ਆਈ ਐਮ ਨਾਟ ਰੋਂਗ ਵੀ ਯੂਰਪ ਦਾ ਸੈਕੰਡ ਲਾਰਜੈਸਟ ਕੰਟਰੀ ਆ ਯੂਕਰੇਨ। ਜੀ ਜੀ ਜੀ। ਹੁਣ ਰਸ਼ੀਆ ਕਿਵੇਂ ਹੋਣ ਦੇ ਦੂਗਾ ਜੀ? ਹੁਣ ਕੋਈ ਵੀ ਬੰਦਾ ਨਹੀਂ ਚਾਹੂਗਾ ਨਾ ਆਪਣੇ ਘਰ ਮੂਹਰੇ ਕੋਈ ਡਾਂਗ ਲੈ ਕੇ ਬਹਿ ਜੇ ਹਨਾ ਜੀ, ਠੀਕ ਹੈ ਨਾ। ਜਦੋਂ ਅਮਰੀਕਾ ਨੇ ਛੋਟੇ ਛੋਟੇ ਮੁਲਕ ਪੋਲੈਂਡ ਵਰਗੇ ਚਲੋ ਨੈਟੋ ਚ ਸ਼ਾਮਲ ਕੀਤੇ, ਉਦੋਂ ਨਹੀਂ ਬੋਲਿਆ ਹਨਾ ਜੀ। ਤੇ
ਹੁਣ ਇਹਦਾ ਹੱਲ ਤਾਂ ਇਹੀ ਨਿਕਲਣਾ ਨਾ ਵੀ ਮਤਲਬ ਐਂਡ ਤੇ ਵੀ ਜੰਗ ਰਸ਼ੀਆ ਤੋਂ ਵੀ ਨਹੀਂ ਜਿੱਤੀ ਜਾਣੀ, ਵੀ ਟੇਬਲ ਤੇ ਬਹਿ ਕੇ ਨਿਕਲਣਾ ਵੀ ਉਹ ਵੀ ਇਹੀ ਹੋਊਗਾ ਵੀ ਉਹ ਨੈਟੋ ਦਾ ਮੈਂਬਰ ਨਹੀਂ ਬਣੂਗਾ। ਦੂਜੀ ਗੱਲ ਦੇਖੋ ਵੀ ਇਹ ਚੀਜ਼ 'ਚ ਕਿਹੜੀ ਗੱਲ ਉੱਭਰ ਕੇ ਆਈ ਆ, ਵੀ ਇੱਕ ਰਿਫਿਊਜੀ ਵਾਲੀ ਗੱਲ ਕਿੰਨੀ ਉੱਭਰ ਕੇ ਆਈ ਆ ਨਾ, ਵੀ ਦੇਖੋ ਵੀ ਤੁਸੀਂ ਪੱਤਰਕਾਰ ਆ, ਵੱਡੇ ਵੱਡੇ ਨਿਊਜ਼ ਅਦਾਰਿਆਂ ਦਾ, ਜਾਣੀ ਇੱਕ ਮੈਂ ਸੁਣ ਰਿਹਾ ਸੀ, ਮੈਂ ਐਗਜ਼ੈਕਟ ਉਹਦੇ ਵਰਡ ਕੋਟ ਕਰਦਾ, ਉਹ ਕਹਿੰਦੀ ਦਿਸ ਇਜ਼ ਨਾਟ ਅ refugees from Syria and Afghanistan. This is like civilized and white people. ਹਾਂਜੀ, ਮਤਲਬ ਮੈਂ ਉਹ ਪੱਤਰਕਾਰ ਸੀ ਉਹਦੇ ਵਰਡ ਕੋਟ ਕਰ ਰਿਹਾ ਹਨਾ। ਤੇ ਤੀਜੀ ਗੱਲ ਇਹ ਹੁਣ ਇਹ ਤੇ ਵੀ ਕੈਨੇਡਾ ਨੂੰ ਵੀ ਆਪਦੀ ਫੋਰਨ ਪਾਲਿਸੀ ਦੇਖਣ ਦੀ ਲੋੜ ਆ ਨਾ, ਵੀ ਜਦੋਂ ਪਹਿਲਾਂ ਉਹ ਬੀਬੀ ਫੜੀ ਆਪਾਂ ਚਾਈਨਾ ਵਾਲੀ, ਉਦੋਂ ਆਪਾਂ ਨੂੰ ਅਮਰੀਕਾ ਨੇ ਫਸਾ ਕੇ ਰੱਖਤਾ ਹਨਾ। ਹੁਣ ਅਮਰੀਕਾ ਤਾਂ ਉਨਾ ਅਗਰੈਸਿਵ ਹੋ ਨਹੀਂ ਰਿਹਾ ਜਿੰਨਾ ਟਰੂਡੋ ਸਾਹਿਬ ਅਗਰੈਸਿਵ ਚੱਲ ਰਹੇ ਆ, ਬਹੁਤ ਜ਼ਿਆਦਾ ਜੀ। ਹੁਣ ਤਾਂ ਇਹ ਗੱਲ ਆ ਵੀ ਮਤਲਬ ਯੂਕਰੇਨ ਨੂੰ ਵੀ ਸਮਝਣਾ ਚਾਹੀਦਾ ਨਾ ਵੀ ਦੋ ਬੰਦੇ ਲੜਦੇ ਆ, ਵੀ ਅਸੀਂ ਭਾਈ ਤੁਹਾਨੂੰ ਹਟਾਉਣਾ ਨਹੀਂ, ਵੀ ਹਥਿਆਰ ਦੇ ਦਿਓ, ਵੀ ਚਲੋ ਭਾਈ ਤੁਸੀਂ ਲੜੋ, ਵੀ ਜਿੰਨਾ ਚਿਰ ਤੁਹਾਡਾ ਆਖਰੀ ਬੰਦਾ ਨਹੀਂ ਮਰਦਾ ਹਨਾ ਜੀ। ਤੇ ਉਹ ਜਿਵੇਂ ਹੁਣ ਤੁਸੀਂ ਪੰਜਾਬ ਜਾ ਕੇ ਵੋਟਾਂ 'ਚ ਦੇਖਿਆ ਹੀ ਹੁੰਦਾ ਨਾ, ਵੀ ਜਿਹੜੇ ਤਾਂ ਅਸਲੀ ਪੋਲੀਟਿਕਸ ਕਰਨ ਵਾਲੇ ਹੁੰਦੇ ਆ ਉਹ ਤਾਂ ਮਗਰ ਬੈਠੇ ਹੁੰਦੇ ਚੁੱਪ ਕਰੇ, ਇੱਕ ਪਾਰਟੀ ਵਾਲੇ ਨੇ ਮੂਹਰੇ ਫੁਕਰਾ ਨਹੀਂ ਕੱਢਿਆ ਹੁੰਦਾ, ਫੂਕ ਕਰਦਾ ਫਿਰਦਾ ਹੁੰਦਾ, ਠੀਕ ਹੈ ਨਾ। ਇਹ ਹੁਣ ਇਹਨਾਂ ਨੂੰ ਵੀ ਫੋਰਨ ਪਾਲਿਸੀ ਚੈੱਕ ਕਰਨੀ ਚਾਹੀਦੀ ਵੀ ਆਪਾਂ ਇੰਨੀ ਅਗਰੈਸਿਵ ਚੱਲ ਰਹੇ ਆ, ਐਡਾ ਵੀ ਮਤਲਬ ਆਪਣੀ ਕੀ ਮਿਲਟਰੀ ਪਾਵਰ ਆ ਜਾਂ ਕੀ ਆ, ਉਹ ਤਾਂ ਕਦੇ ਵੀ ਅਮਰੀਕਾ ਨੇ ਮੈਕਸੀਕੋ ਤੇ ਕੈਨੇਡਾ ਤਾਂ ਪਾਵਰਫੁਲ ਹੋਣ ਹੀ ਨਹੀਂ ਦੇਣੇ ਮਿਲਟਰੀ ਵਾਈਜ਼, ਠੀਕ ਹੈ ਨਾ ਜੀ। ਜੇ ਤੁਹਾਨੂੰ ਆਪਦੀ ਸਰਹੱਦ ਤੋਂ ਕੋਈ ਖਤਰਾ ਨਹੀਂ ਤਾਂ ਫਿਰ ਰਸ਼ੀਆ ਕਿਵੇਂ, ਮੈਂ ਆਪਾਂ ਜੰਗ ਦੇ ਹੱਕ 'ਚ ਨਹੀਂ ਹੈਗੇ, ਪਰ ਰਸ਼ੀਆ ਕਿਵੇਂ ਚਾਹੂਗਾ ਨਾ ਵੀ ਥੋੜੀ 28 ਮੁਲਕ ਇਕੱਠੇ ਹੋ ਗਏ ਉਹਦੀ ਸਰਹੱਦ ਤੇ ਆ ਕੇ ਬਹਿ ਜਾਣ, ਉਹ ਵੀ ਕਿਉਂਕਿ ਯੂਕਰੇਨ ਬਹੁਤ ਇੰਪੋਰਟੈਂਟ ਆ ਜੀ। ਬਿਲਕੁਲ, ਬਸ ਆਹੀ ਕਹਿਣਾ ਸੀ ਜੀ। ਥੈਂਕ ਯੂ ਸਰ। ਧੰਨਵਾਦ ਦਿਓਲ ਸਾਹਿਬ, ਧੰਨਵਾਦ। ਸਰ ਨਿਰਮਲ ਸਿੰਘ ਜੀ, ਲਾਈਨ ਨੰਬਰ 4। ਹਾਂਜੀ ਪੁੱਤਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਬਜ਼ੁਰਗੋ, ਸਤਿ ਸ੍ਰੀ ਅਕਾਲ ਬਾਪੂ ਜੀ। ਹਾਂਜੀ, ਤੁਸੀਂ ਆ ਗਏ, ਮੈਨੂੰ ਬਹੁਤ ਖੁਸ਼ੀ ਹੋਈ। ਧੰਨਵਾਦ, ਬਹੁਤ ਬਹੁਤ। ਬਸ ਜੀ ਮੈਂ ਤਾਂ ਇੰਨੇ ਕਹਿਣਾ ਸੀ। ਧੰਨਵਾਦ, ਧੰਨਵਾਦ ਜੀ। ਅੱਜ ਨਵਕਿਰਨ ਸਿੰਘ ਪੱਤੀ ਹੋਰਾਂ ਸ਼ਾਮਲ ਨਹੀਂ ਹੋਣਾ, ਥੋੜ੍ਹੀ ਜਿਹੀ ਐਮਰਜੈਂਸੀ ਹੈ ਘਰ 'ਚ, ਉਹਨਾਂ ਦੇ ਮਾਮਾ ਜੀ ਦਾ ਦੇਹਾਂਤ ਹੋ ਗਿਆ ਜੀ, ਇਹਦੇ ਕਰਕੇ ਉਹ ਚੰਡੀਗੜ੍ਹ ਸਨ PGI, ਅਤੇ ਸੋਮਵਾਰ ਨੂੰ ਤੁਹਾਡੀ ਸੇਵਾ 'ਚ ਹਾਜ਼ਰ ਹੋਣਗੇ। ਪੰਜਾਬ ਦੀਆਂ ਕੁਛ ਖਬਰਾਂ, ਰੱਦੋ ਬਦਲ ਸ਼ੁਰੂ ਹੋ ਗਈ। ਪੰਜਾਬ ਪੁਲਿਸ ਦੇ ਵਿੱਚ ਇਮਾਨਦਾਰ ਅਫਸਰਾਂ ਨੂੰ ਹੁਣ ਜ਼ਿਲ੍ਹੇ ਇਮਾਨਦਾਰ ਅਫਸਰਾਂ ਨੂੰ ਹੁਣ ਵੱਡੇ ਅਹੁਦੇ ਮਿਲਣੇ ਚਾਹੀਦੇ ਨੇ, ਮਿਲਣਗੇ ਨਹੀਂ, ਮਿਲਣੇ ਚਾਹੀਦੇ ਨੇ। ਪੰਜਾਬ ਦੀ ਜਿਹੜੀ ਪੁਲਿਸ ਹੈ ਉਹਦੇ ਕੋਲ ਬਹੁਤ ਕੁਝ ਹੈ, ਪੁਲਿਸ ਸਭ ਤੋਂ ਵੱਡਾ ਹਿੱਸਾ ਹੈ ਪੰਜਾਬ ਦੇ ਵਿੱਚ। ਗੁਰਪ੍ਰੀਤ ਕੌਰ ਦਿਓ ਜਿਹੜੇ ਨੇ ਉਹਨਾਂ ਨੂੰ ਵਿਜੀਲੈਂਸ ਦਾ ਮੁਖੀ ਲਾ ਦਿੱਤਾ ਜੀ। ਵਿਜੀਲੈਂਸ ਇੱਕ ਪੰਜਾਬ ਪੁਲਿਸ ਦੇ ਵਿੱਚ ਹੀ ਇੱਕ ਇੰਡੀਪੈਂਡੈਂਟ ਜਿਹੜੀ ਡਿਪਾਰਟਮੈਂਟ ਹੈ, ਜਿਨ੍ਹਾਂ ਦੇ ਰਾਹੀਂ ਸਾਰਾ ਕੰਟਰੋਲ ਹੁੰਦਾ, ਜਿਨ੍ਹਾਂ ਦੇ ਰਾਹੀਂ ਉਹ ਨੱਥ ਪਾਉਂਦੇ ਆ, ਜਿੱਥੇ ਮਰਜ਼ੀ ਜਿਹਨੂੰ ਮਰਜ਼ੀ ਉਹ ਫੜ ਸਕਦੇ ਆ। SSP ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਿਜੀਲੈਂਸ SSP ਕਿਹਾ ਜਾਂਦਾ ਉਹਨਾਂ ਨੂੰ, ਬਹੁਤ ਪਾਵਰਫੁਲ SSP ਹੁੰਦਾ ਵਿਜੀਲੈਂਸ ਦਾ SSP। ਗੁਰਪ੍ਰੀਤ ਕੌਰ ਦਿਓ ਜਿਹੜੇ ਨੇ ਨਵੇਂ ਵਿਜੀਲੈਂਸ ਦੇ ਮੁਖੀ ਨੇ, ਵਨ ਆਫ ਦਾ ਓਨੈਸਟ ਆਫੀਸਰ, ਬਹੁਤ ਵਧੀਆ। ਹੋਰ ਵੀ ਬਦਲੀਆਂ ਹੋਈਆਂ ਨੇ ਕਿ ਕਮਰਦੀਪ ਸਿੰਘ ਰਾਏ ਨੇ ਜਿਹੜੇ ADGP ਨੇ, ਉਹਨਾਂ ਦੀ ਵੀ ਬਦਲੀ ਹੋਈ ਹੈ। SSP ਖੰਨਾ ਰਹੇ ਨੇ ਉਹ, ਅਤੇ ਹੁਣ ਇਹ 3 ਅਫਸਰ ਬਦਲੇ ਨੇ। ਪ੍ਰਬੋਧ ਕੁਮਾਰ IPS ਜਿਹੜੇ ਸਪੈਸ਼ਲ DGP ਸੀ ਇਨਵੈਸਟੀਗੇਸ਼ਨ ਦੇ, ਹੁਣ ਉਹ ਸਪੈਸ਼ਲ DGP ਇੰਟੈਲੀਜੈਂਸ ਦੇ ਲਾਏ ਨੇ। SS ਸ਼੍ਰੀਵਾਸਤਵਾ ADGP ਟ੍ਰੈਫਿਕ ਪੰਜਾਬ ਨੇ ਹੁਣ ADGP ਇੰਟੈਲੀਜੈਂਸ ਪੰਜਾਬ ਲਾਉਣਗੇ ਚੰਡੀਗੜ੍ਹ, ਅਤੇ ਅਮਰਦੀਪ ਸਿੰਘ ਰਾਏ ADGP ਟ੍ਰੈਫਿਕ ਲਾਏ ਨੇ। ਹਲੇ SSP ਬਦਲਣੇ ਨੇ, ਬਸ 15-20 ਦਿਨ ਦੇ ਵਿੱਚ ਸਾਰੀ ਰੱਦੋ ਬਦਲ ਹੋਣੀ ਹੈ। ਇੱਕ ਜਿਹੜਾ ਰੁਝਾਨ ਚੱਲਿਆ ਜਿਹਦੇ ਤੇ ਹਲੇ ਨਵਾਂ ਕੰਮ ਹੈ, MLA ਜਿਹੜੇ ਨਵੇਂ ਬਣੇ ਨੇ, ਬਿਲਕੁਲ ਰਿਸ਼ਵਤ ਵਾਲਾ ਜਿਹੜਾ ਬੰਦਾ ਘੱਟ ਲਵੇ ਵੱਧ ਲਵੇ, ਰਿਸ਼ਵਤ ਵਾਲੇ ਨੂੰ ਫੜਨਾ ਚਾਹੀਦਾ। ਇੱਕ ਬਾਘੇ ਪੁਰਾਣੇ ਦੀ ਵੀਡੀਓ ਵਾਇਰਲ ਹੋ ਰਹੀ ਹੈ, ਇੱਕ ਸਟਾਰ ਵਾਲਾ ਜਿਹੜਾ ਥਾਣੇਦਾਰ ਫੜ ਲਿਆ, ਜੇਬ 'ਚ ਪੈਸੇ ਪਾਏ, ਧੂਹੀ ਫਿਰਦੇ ਨੇ, ਕੱਢ 20,000 ਆ ਤੇਰੀ ਜੇਬ 'ਚ। ਸਮੇਂ ਦੀ ਗੱਲ ਹੈ,
ਇਹੀ ASI ਦਫ਼ਤਰ 'ਚ ਨਹੀਂ ਕਦੇ ਬਣ ਦਿੰਦੇ ਸੀ ਕਦੇ। ਹੁਣ ਦੇਖੋ ਕੀ ਬਣ ਰਿਹਾ। ਪਰ ਜਿੰਨੇ ਵੀ ਇਹ MLA ਨੇ ਉਹਨਾਂ ਨੂੰ ਖਾਸ ਦਿਸ਼ਾ ਨਿਰਦੇਸ਼ ਚਾਹੀਦੇ ਨੇ। ਗੱਲਬਾਤ ਕਰਨ ਦਾ ਢੰਗ ਅਫਸਰ ਨਾਲ ਜਾਂ ਮੈਡੀਕਲ ਅਫੀਸਰਸ ਨਾਲ ਗੱਲਬਾਤ ਕਰਨ ਲਈ ਆਹ ਕਰ ਦੂੰ ਉਹ ਕਰ ਦੂੰ ਟੰਗ ਦੂੰ ਮੈਂ। ਥੋੜ੍ਹੇ ਜਿਹੇ ਸ਼ਬਦ ਵਧੀਆ ਹੋਣੇ ਚਾਹੀਦੇ ਆ। ਟੰਗ ਟੰਗਈਆ ਜਿਹੜਾ ਹੈ ਬੜਾ ਔਖਾ ਕਰਦਾ। ਅਮਰਜੀਤ ਸਿੰਘ ਸੰਧੂ ਜੀ, ਲਾਈਨ ਨੰਬਰ 2। ਸਰਦਾਰ ਹਰਜੀਤ ਸਿੰਘ ਜੀ, ਪਹਿਲੀ ਗੱਲ ਤੇ ਵੈਲਕਮ। ਧੰਨਵਾਦ ਜੀ ਸਰਾਰ ਸਾਹਿਬ, ਬਹੁਤ ਬਹੁਤ। ਹਾਂਜੀ, ਕਿਉਂਕਿ ਮੈਂ ਕਿਹਾ ਵੀ ਸਾਰੇ ਫੋਨ ਕਰ ਲੈਣ, ਫਿਰ ਕਰਦੇ ਆ, ਟਾਈਮ ਨਹੀਂ ਸੀ ਮਿਲਦਾ। ਧੰਨਵਾਦ ਬਾਈ ਜੀ, ਧੰਨਵਾਦ ਧੰਨਵਾਦ ਸੰਧੂ। ਤੇ ਦੂਸਰੀ ਗੱਲ ਹੈ ਵੀ ਥੋੜੀ ਜਿਹੀ ਤਾਂ ਮੈਂ ਗੱਲ ਕਵਾਂਗਾ ਰਸ਼ੀਆ ਬਾਰੇ ਵੀ। ਜਿਸ ਤਰ੍ਹਾਂ ਇੱਕ ਭਾਈ ਸਾਹਿਬ ਨੇ ਕਿਹਾ, ਦਿਓਲ ਸਾਹਿਬ ਨੇ, ਬਹੁਤ ਮੈਂ ਉਹਨਾਂ ਨਾਲ ਸਹਿਮਤ ਹੈਗਾ। ਦੇਖੋ, ਆਪਣਾ ਨੁਕਸਾਨ ਕਰਵਾਈ ਜਾਣਾ ਨੁਕਸਾਨ। ਦੇਖੋ, ਜੇ ਹਾਲਾਤਾਂ ਦੇ ਮੁਤਾਬਕ ਜੇ ਤੁਸੀਂ ਥੋੜਾ ਜਿਹਾ ਬਦਲ ਜਾਂਦੇ ਹੋ ਤੇ ਉਹ ਬਦਲ ਜਾਣਾ ਚਾਹੀਦਾ। ਕਿਉਂਕਿ ਦੇਖੋ, ਇੱਕ ਪਾਸੇ ਤੇ ਤੁਸੀਂ ਆਵਾਜ਼ਾਂ ਮਾਰ ਰਹੇ ਹੋ ਕਿ ਭਾਈ ਮੈਨੂੰ ਬਚਾਓ, ਦੂਜੇ ਪਾਸੇ ਕਹਿ ਰਹੇ ਹੋ ਵੀ ਹਥਿਆਰ ਵੀ ਦਿਓ, ਤੇ ਉਧਰ ਨੂੰ ਵੀ ਕਰੀ ਜਾਂਦੇ ਹੋ ਇਸ਼ਾਰੇ। ਕਿਉਂਕਿ ਜਿਹੜਾ ਲੋਕਾਂ ਦਾ ਘਾਣ ਹੋ ਰਿਹਾ ਵਾ ਉਹ ਬਹੁਤ ਮਾੜੀ ਗੱਲ ਆ, ਉਹਦੇ ਤੇ ਚਿੰਤਾ। ਦੂਜੀ ਗੱਲ ਹੈ, ਜਦੋਂ ਲੋਕ ਲੜਨਗੇ ਤੇ ਇਸੇ ਕਰਕੇ ਹੀ ਮੇਰਾ ਖਿਆਲ ਰਸ਼ੀਆ ਉੱਥੇ ਬੰਬ ਸੁੱਟ ਦਿੰਦਾ, ਕਿਉਂਕਿ ਵੀ ਹੋ ਸਕਦਾ ਕਿ ਹਥਿਆਰਾਂ ਵਾਲੇ ਹੋਣ ਲੋਕ। ਸੋ ਮੇਰਾ ਕਹਿਣ ਦਾ ਮਤਲਬ ਉਹਨਾਂ ਨੂੰ ਬਚਾਉਣਾ ਚਾਹੀਦਾ ਜੋ ਉਹਨਾਂ ਲੋਕਾਂ ਨੂੰ। ਤੇ ਇਹ ਲੋਕ ਤੇ ਉਹ ਕਿਵੇਂ ਕਹਿੰਦੇ ਹੁੰਦੇ ਆ ਵੀ ਉਹਨਾਂ ਨੂੰ ਸ਼ਾਬਾਸ਼ੇ ਸ਼ਾਬਾਸ਼ੇ ਕਹਿ ਰਹੇ ਆ ਵੀ ਤਕੜੇ ਹੋਵੋ ਤਕੜੇ ਹੋਵੋ, ਅਸੀਂ ਤੁਹਾਡੇ ਨਾਲ ਆ। ਤੇ ਉਹ ਰੌਲਾ ਪਾਈ ਜਾਂਦਾ ਵਿਚਾਰਾ। ਦੂਜੀ ਗੱਲ, ਤੁਸੀਂ ਆ ਇੰਡੀਆ ਦੀ ਗੱਲ ਕੀਤੀ, ਪੰਜਾਬ ਦੀ, ਬੜੀ ਚੰਗੀ ਗੱਲ ਹੈ ਜੀ। ਕੱਲ ਮੈਂ ਇੱਕ ਗੱਲ ਵੇਖ ਰਿਹਾ ਸੀ, ਇੱਕ MLA ਸਾਹਿਬ ਸੀ, ਬਹੁਤ ਵਧੀਆ ਗੱਲ ਕਰ ਰਹੇ ਸੀ। ਤੇ ਉਹ ਜਾ ਕੇ ਉੱਥੇ ਗੱਲ ਕਰ ਰਹੇ ਸੀ ਵੀ ਤੁਸੀਂ ਕੰਮਾਂ ਤੇ ਆਉਂਦੇ ਹੋ, ਪਤਾ ਨਹੀਂ ਮੇਰਾ ਖਿਆਲ ਮਿਊਨਿਸਪੈਲਿਟੀ ਦੇ ਵਰਕਰ ਸਨ। ਤੇ ਬਹੁਤ ਵਧੀਆ ਤਰੀਕੇ ਨਾਲ ਉਹਨੇ ਗੱਲ ਕੀਤੀ। ਮੈਂ ਕਹਿੰਦਾ ਬਹੁਤ ਚੰਗੀ ਗੱਲ ਹੈਗੀ ਆ ਜਿਹੜਾ ਇਹ ਬਦਲ ਫੇਰ ਹੋ ਰਿਹਾ ਵਾ, ਜਾਂ ਲੋਕ ਜਿਹੜੇ ਨੇ ਖੁਸ਼ ਹੋਣਗੇ ਜਾਂ ਇਹ ਕੰਮ ਚੰਗਾ ਕਰਨਗੇ। ਤੇ ਦੇਖੋ, ਆਉਣ ਵਾਲੇ 10 ਸਾਲਾਂ ਵਿੱਚ ਮੇਰਾ ਖਿਆਲ ਹੈ ਇਹ ਸਰਵ ਕਰ ਸਕਣਗੇ ਤੇ ਲੋਕ ਵੀ ਖੁਸ਼ ਹੋਣਗੇ। ਤੇ ਅਸੀਂ ਵੀ ਵਿਦੇਸ਼ਾਂ ਵਿੱਚ ਸਾਡੇ ਵੱਲ ਨੂੰ ਠੰਡੀ ਹਵਾ ਆਏਗੀ ਤੇ ਅਸੀਂ ਕਹਾਂਗੇ ਪੰਜਾਬ ਥੋੜਾ ਜਿਹਾ ਅੱਗੇ ਨਾਲੋਂ ਬਦਲਿਆ ਤੇ ਲੋਕ ਥੋੜੇ ਸੌਖੇ ਹੋਏ ਆ। ਇੰਨਾ ਕਹਿਣਾ ਜੀ। ਤੁਹਾਡਾ ਧੰਨਵਾਦ ਟਾਈਮ ਦੇਣ ਦਾ, ਮਿਹਰਬਾਨੀ। ਧੰਨਵਾਦ ਸੰਧੂ ਸਾਹਿਬ, ਧੰਨਵਾਦ ਬਹੁਤ ਬਹੁਤ। ਰਵੀ, ਇੱਕ ਕਮਾਲ ਹੋ ਗਈ। ਗੂਗਲ ਟਰਾਂਸਲੇਟਰ ਨੇ ਅਮਰੀਕਾ 'ਚ ਵਸਦੀ ਇੱਕ ਫਰਾਂਸੀਸੀ ਬੋਲਣ ਵਾਲੀ ਕੁੜੀ ਦਾ ਵਿਆਹ ਨੀਰਜ ਦੇ ਨਾਲ ਕਰਾਤਾ ਪਠਾਨਕੋਟ 'ਚ। ਕਮਾਲ ਹੋ ਗਈ। ਨੀਰਜ ਤੇ ਗ੍ਰੇਲਨ ਦੀ ਦੋਸਤੀ 4 ਸਾਲ ਪਹਿਲਾਂ ਫੇਸਬੁੱਕ ਤੇ ਹੋ ਗਈ। ਅੰਗਰੇਜ਼ੀ 'ਚ ਗੱਲ ਕਰਨ ਲਈ ਨੀਰਜ ਨੇ ਗੂਗਲ ਟਰਾਂਸਲੇਟ ਦੀ ਮਦਦ ਕੀਤੀ। ਗੱਲਬਾਤ ਹੁੰਦੀ ਪਿਆਰ 'ਚ ਬਦਲ ਗਈ ਤੇ ਗ੍ਰੇਲਨ ਚੜ੍ਹ ਕੇ ਅਮਰੀਕਾ ਤੋਂ ਪਠਾਨਕੋਟ ਜਾ ਕੇ ਸਿੱਖੀ ਰਹੁ ਰੀਤਾਂ ਨਾਲ ਵਿਆਹ ਕਰਾ ਲਿਆ ਉਹਨੇ। ਗ੍ਰੇਲਨ ਟਾਟੀਆਨਾ ਉਹਦਾ ਨਾਂ ਹੈ ਤੇ ਸਾਰੀ ਦੁਨੀਆ ਗੱਲ ਕਰ ਰਹੀ ਹੈ। ਸੂਟ ਪਾਇਆ ਹੋਇਆ, ਗਲ 'ਚ ਵੱਡਾ ਹਾਰ ਹੈ ਤੇ ਟਿੱਕਾ ਲਾਇਆ ਹੈ ਗ੍ਰੇਲਨ ਦੇ। ਬਣ ਗਈ ਗੱਲ। ਫਰਾਂਸੀਸੀ ਉਹ ਆਉਂਦੀ ਸੀ ਉਹਨੂੰ ਇਕੱਲੀ, ਤੇ ਵਿਆਹ ਤਾਂ ਕਹਿੰਦਾ 2 ਸਾਲ ਪਹਿਲਾਂ ਅਸੀਂ ਚੱਕ ਦੇਣਾ ਸੀ, ਇਹ ਤਾਂ ਸਾਨੂੰ ਮਾਰ ਲਿਆ ਇਹਨਾਂ ਲਾਕਡਾਊਨ ਨੇ। 2 ਸਾਲ ਲੱਗ ਗਏ ਸਾਨੂੰ ਇਕੱਠੇ ਹੋਣ ਨੂੰ। ਦੁਨੀਆ ਕਿੰਨੀ ਨੇੜੇ ਹੈ। ਪੰਜਾਬ 'ਚ ਹਰੇਕ ਬੰਦਾ ਬੈਠਾ ਹੈ ਹੁਣ ਇਹ ਦੇਖਦਾ ਵੀ ਇਸ ਵਾਰ ਦੀ ਫਸਲ ਦੇਖਦੇ ਹਾਂ ਬਈ ਸੈਂਟਰ ਵਾਲੇ ਚੱਕਣ ਦਿੰਦੇ ਆ ਕਿ ਨਹੀਂ। ਸਭ ਤੋਂ ਵੱਡੀ ਜਿਹੜੀ ਗੱਲ ਉੱਥੇ ਹੋਣੀ ਆ, ਆਪਾਂ ਦੇਸ਼ ਪੰਜਾਬ ਦੇ ਝਰੋਖੇ 'ਚੋਂ 9:30 ਤੋਂ 11 ਵਜੇ ਤੱਕ ਆਪਾਂ ਅੱਜ ਗੱਲ ਕਰਨੀ ਆ। ਮੇਰੀ ਪੰਜਾਬ ਦੀ ਫੇਰੀ ਤੁਹਾਡੇ ਸਨਮੁਖ ਕਰਨਾ ਮੈਂ ਸਾਰਾ ਸਫ਼ਰ, ਪਿੰਡਾਂ ਦੀ ਗੱਲ ਤੇ ਸ਼ਹਿਰਾਂ ਦੀ, ਦੇਸ਼ ਦੁਆਬੇ ਦੀ, ਦੇਸ਼ ਮਾਲਵੇ ਦੀ ਤੇ ਮਾਝੇ ਦੀ ਗੱਲਬਾਤ। ਜਿੰਨਾ ਵੀ ਸਮਾਂ ਤੇ ਰਾਜਨੀਤੀ ਬਹੁਤ ਨੇੜਿਓਂ ਵੇਖੀ। ਤਖਤ ਸਾਹਿਬਾਨ ਦੇ ਦਰਸ਼ਨ ਗੁਰੂ ਸਾਹਿਬ ਨੇ ਕਿਰਪਾ ਕੀਤੀ। ਤੇ ਇਹ ਅੱਜ ਮੈਂ ਓਪਰਾ ਗੇੜਾ ਜਿਹੜਾ ਦੇਣਾ ਚਾਹੁੰਦਾ। ਫਿਰ ਜਿਉਂ-ਜਿਉਂ ਗੱਲਾਂ ਯਾਦ ਆਉਂਦੀਆਂ ਰਹਿਣੀਆਂ ਨੇ ਫਿਰ ਮੈਂ ਤੁਹਾਨੂੰ ਸੁਣਾਈ ਜਾਊਂ, ਭੁੱਲ ਨਾ ਜਾਈਏ। ਕਈ ਵਾਰ ਆ ਕੇ ਨਾ ਇੱਥੇ ਵਾਲਾ ਹੁਣ ਚੜ੍ਹ ਗਿਆ ਗੇੜਾ, ਤੇ ਪਰ ਇੱਥੇ ਇਸ ਗੇੜੇ ਤੋਂ ਬਚਣ ਦੇ ਲਈ ਵੀ ਇਹ ਭੁੱਲ ਨਾ ਜਾਈਏ, ਇਹਦੇ ਲਈ ਗੱਲਾਂ ਅੱਜ ਤੁਹਾਨੂੰ ਸੁਣਾ ਦੇਣੀਆਂ। ਵਪਾਰਕ ਸੰਦੇਸ਼ਾਂ ਤੋਂ ਬਾਅਦ ਥਿੰਕ ਇੰਸ਼ੋਰੈਂਸ ਤੋਂ ਸਰ ਪਰਮਿੰਦਰ ਸਿੰਘ ਥਿੰਦ ਸ਼ਾਮਲ ਹੋਣਗੇ। ਥਿੰਦ ਸਾਹਿਬ ਨੂੰ ਬਹੁਤ ਅੱਜ ਵੱਡੀਆਂ ਵਧਾਈਆਂ ਦੇਣੀਆਂ ਨੇ। $1 ਮਿਲੀਅਨ ਦਾ ਜਿਹੜਾ ਰਾਊਂਡ ਟੇਬਲ ਆ, ਦੂਜੀ ਵਾਰ ਉਹ ਜਿੱਤੇ ਨੇ। ਭਾਈਚਾਰੇ ਦੇ ਵਿੱਚ ਪਹਿਲੇ ਉਹ ਇੰਸ਼ੋਰੈਂਸ ਐਡਵਾਈਜ਼ਰ ਨੇ ਜਿਨ੍ਹਾਂ ਨੇ $1 ਮਿਲੀਅਨ ਰਾਊਂਡ ਟੇਬਲ
ਜਿਹੜਾ ਬਹੁਤ ਵੱਡਾ ਇਨਾਮ ਹੈ ਇੰਸ਼ੋਰੈਂਸ ਇੰਡਸਟਰੀ 'ਚ ਬੱਲੇ ਬੱਲੇ ਹੋਈ ਪਈ ਹੈ। ਤਿੰਨ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਤੁਹਾਨੂੰ ਤੇ ਸਾਰੇ ਸੁਣਨ ਵਾਲੋਂ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਸ਼ੇਰੇ ਪੰਜਾਬ ਮੈਨੇਜਮੈਂਟ ਤੁਹਾਡੇ ਨਾਲ ਦੁੱਖ 'ਚ ਸ਼ਾਮਲ ਹੁੰਦੀ ਹੈ। ਤੁਹਾਡੇ ਮਦਰ ਇਨ ਲਾ ਮੋਮੀ ਪਰਿਵਾਰ ਦੇ ਵਿੱਚ ਬੜਾ ਸੋਗ ਹੈ ਅਤੇ ਉਹ ਸਵਰਗਵਾਸ ਹੋਏ ਨੇ। ਬਹੁਤ ਵਧੀਆ ਜ਼ਿੰਦਗੀ ਉਹਨਾਂ ਨੇ ਭੋਗੀ ਹੈ ਅਤੇ ਪਰ ਫਿਰ ਵੀ ਮਾਪਿਆਂ ਦਾ ਜਾਣਾ ਅਸਹਿ ਹੈ ਜੀ। ਇਸ ਦੁੱਖ ਦੀ ਘੜੀ 'ਚ ਤੁਹਾਡੇ ਨਾਲ ਅਸੀਂ ਸ਼ਾਮਲ ਹਾਂ। ਮਾਤਾ ਜੀ ਪ੍ਰੀਤਮ ਕੌਰ ਮੋਮੀ ਪਿਛਲੇ ਦਿਨ ਸਵਰਗਵਾਸ ਹੋ ਗਏ ਅਤੇ ਸੈਟਰਡੇ ਨੂੰ 3 ਵਜੇ ਉਹਨਾਂ ਦਾ ਫਿਊਨਰਲ ਹੈ ਐਬਸਫੋਰਡ ਦੇ ਵਿੱਚ। ਅਤੇ ਇਸ ਦੇ ਨਾਲ ਹੀ $1 ਮਿਲੀਅਨ ਜਿਹੜਾ ਰਾਊਂਡ ਟੇਬਲ ਦੁੱਖ ਸੁੱਖ ਨਾਲ ਆਉਂਦੇ ਨੇ ਉਸ ਨੂੰ ਦੂਸਰੇ ਸਾਲ ਲਗਾਤਾਰ ਮਿਲਣ 'ਤੇ ਵਧਾਈਆਂ ਵੀ ਨੇ ਜੀ। ਹਾਂਜੀ, ਧੰਨਵਾਦ ਗਿੱਲ ਸਾਹਿਬ ਤੁਹਾਨੂੰ। ਅਤੇ ਇਹ ਮੰਚ ਦੇ ਨਾਲ ਜਿਹੜੇ ਸਾਰੇ ਸਰੋਤੇ ਜੁੜੇ ਹੋਏ ਨੇ ਉਹਨਾਂ ਦਾ, ਆਪਣੀ ਕਮਿਊਨਿਟੀ ਦਾ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਪਾਂ ਖਰੀਦ ਨਹੀਂ ਸਕਦੇ, ਨਾ ਹੀ ਇਹ ਕੰਮ ਕਰਕੇ ਮਿਹਨਤ ਕਰਕੇ ਇਹ ਹੈ ਵੀ ਸੱਚ ਦੇ ਨਾਲ ਖੜ ਕੇ ਅਤੇ ਉੱਥੋਂ ਤੱਕ ਪਹੁੰਚੇ ਹਾਂ ਜੀ। ਕਿਉਂਕਿ ਇਹ ਸਾਰੀ ਦੁਨੀਆ 'ਚ ਸਿਰਫ 1 ਜਾਂ 2% ਐਡਵਾਈਜ਼ਰ ਨੇ ਜਿਹੜੇ MDRT ਟੌਪ ਆਫ ਦ ਟੇਬਲ ਪਹੁੰਚਦੇ ਨੇ। ਮੈਂਬਰ ਕੋਈ ਵੀ ਬਣ ਸਕਦਾ, ਕੋਈ ਵੀ ਫਾਈਨੈਂਸ਼ੀਅਲ ਅਦਾਰੇ ਨਾਲ ਕੰਮ ਕਰਦਾ MDRT ਦਾ ਉਹ ਮੈਂਬਰ ਬਣ ਸਕਦਾ ਜੀ। ਪਰ ਉਹਦੇ 'ਚ ਵੀ ਜਿੱਦਾਂ ਸੈਮੀ ਫਾਈਨਲ ਅਤੇ ਫਾਈਨਲ ਹੁੰਦੇ ਨੇ, ਫਾਈਨਲ ਇਹ ਵੀ ਜਿਹੜਾ ਟੌਪ ਆਫ ਦ ਟੇਬਲ ਹੁੰਦਾ ਜੀ, ਉਹਦੇ 'ਤੇ ਸਿਰਫ ਇਹ ਜਿਹੜੇ $1 ਮਿਲੀਅਨ ਵਾਸਤੇ ਜਿਹੜੇ ਕੁਆਲੀਫਾਈਡ ਹਾਈਐਸਟ ਅਵਾਰਡ ਜਿਹੜਾ ਹੈਗਾ ਜੋ ਟੌਪ ਆਫ ਦ ਟੇਬਲ ਕਹਿੰਦੇ ਨੇ, ਉਹਦੇ ਵਾਸਤੇ ਮੈਂ ਲਗਾਤਾਰ 2 ਵਾਰੀ ਮੈਂ ਪਿਛਲੇ ਸਾਲ ਅਤੇ ਇਸ ਸਾਲ ਜੀ, ਅਤੇ ਉਹਨਾਂ ਵਾਸਤੇ ਧੰਨਵਾਦ ਮੈਂ ਕਮੇਟੀ ਦਾ ਕਰਦਾ। ਸਾਡੀ ਸਪੋਰਟ ਨੂੰ ਸਾਨੂੰ ਮਾਣ ਦਿੱਤਾ ਅਤੇ ਅਸੀਂ ਵੀ ਉਹਨਾਂ ਦਾ ਹਮੇਸ਼ਾ ਹੀ ਇਹੀ ਰਹਿੰਦਾ ਵੀ ਜੋ ਵਧੀਆ ਚੀਜ਼ ਆਵੇ ਅਤੇ ਉਹੀ ਦੱਸੋ। ਇਸੇ ਕਰਕੇ ਇੱਥੋਂ ਤੱਕ ਪਹੁੰਚੇ ਜੀ। ਧੰਨਵਾਦ। ਅਤੇ ਖਾਸ ਖਬਰ ਕੀ ਹੈ ਜੀ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇਨਵੈਸਟਮੈਂਟ ਦੇ ਸੰਬੰਧੀ? ਹਾਂਜੀ ਬਿਲਕੁਲ ਜੀ, ਆਪਾਂ ਇੰਸ਼ੋਰੈਂਸ ਦੀ ਆਪਾਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ ਤਾਂ ਪਹਿਲੀ ਗੱਲ ਤਾਂ ਜੀ ਸੇਫੈਸਟ ਇਨਵੈਸਟਮੈਂਟ ਆਪਾਂ ਹੁਣ ਮਾਰਕੀਟ ਦੇਖੀਏ ਜੀ, ਉੱਪਰ ਥੱਲੇ ਕਿੱਦਾਂ ਰੋਲਰ ਕੋਸਟਰ ਵਾਂਗੂ ਗਈ ਹੈ। ਅਤੇ ਇਹੀ ਹੈ ਵੀ ਸਭ ਨੂੰ ਸੇਫੈਸਟ ਜਿਹੜੀ ਆਪਾਂ ਜੇ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਜਿਹੜੀਆਂ ਪਰਮਾਨੈਂਟ ਪੋਲਿਸੀ ਜਿਹੜੀਆਂ ਗਰੰਟਿਡ ਵਾਲੀਆਂ ਨੇ ਜਾਂ ਡਿਵੀਡੈਂਡ ਵਾਲੀਆਂ ਨੇ, ਉਹ ਸਾਰਿਆਂ ਨਾਲ ਸੇਫੈਸਟ ਜਿਹੜੀ ਇਨਵੈਸਟਮੈਂਟ ਮੰਨੀ ਜਾਂਦੀ ਹੈ। ਇੱਕ ਟਰਮ ਆਉਂਦੀ ਹੈ ਜੀ ਇੰਸ਼ੋਰੈਂਸ ਇੰਡਸਟਰੀ ਦਾ ਡੇਵੀਏਸ਼ਨ ਹੁੰਦਾ ਵੀ ਰਿਸਕ ਕਿੰਨਾ ਇਸ ਪ੍ਰੋਡਕਟ ਦੇ ਵਿੱਚ, ਅਤੇ ਤੁਸੀਂ ਮੰਨੋਗੇ ਵੀ 0.1% ਤੋਂ ਵੀ ਥੱਲੇ ਦਾ ਰਿਸਕ ਜਿਹੜਾ ਹੈਗਾ ਜੀ ਉਹ ਜਿਹੜੀਆਂ ਪਰਮਾਨੈਂਟ ਪੋਲਿਸੀ ਉਹਨਾਂ 'ਚ ਹੈਗਾ। ਪਰ ਹਾਂ, ਲੋੜਮੰਦ ਜ਼ਰੂਰਤ ਦੇ ਹਿਸਾਬ ਨਾਲ ਜਿਸ ਚੀਜ਼ ਦੀ ਲੋੜ ਹੈਗੀ ਉਸ ਹਿਸਾਬ ਨਾਲ, ਕਿਉਂਕਿ ਇਹ ਵੀ ਵੱਡੀਆਂ ਜਿਹੜੇ ਬਿਜ਼ਨਸ ਓਨਰ ਨੇ, ਕਾਰਪੋਰੇਸ਼ਨ ਨੇ, ਇਸ 'ਚ ਫੰਡ ਪਾਉਂਦੇ ਨੇ, ਮਨੀ ਯੂਜ਼ ਕਰਦੇ ਨੇ, ਉਹ ਹੈ ਵੀ ਜਿਹੜਾ ਕੈਸ਼ ਹੈ ਇੱਕ ਗਰੰਟਿਡ ਵਾਂਗੂ ਹੈ ਉਹ ਯੂਜ਼ ਕਰ ਸਕਦੇ ਨੇ। ਪਰ ਨਾਲ ਦੀ ਨਾਲ ਇਹ ਤਾਂ ਹੋ ਗਿਆ ਲਾਈਫ ਇੰਸ਼ੋਰੈਂਸ। ਇੱਦਾਂ ਹੀ ਜੇ ਆਪਾਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ, ਜੇ ਤੁਸੀਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਇਨਵੈਸਟਮੈਂਟ ਕਰਦੇ ਆ, ਉਹ ਵੀ ਤੁਹਾਡੀ ਜਿਹੜੀ ਮਨੀ ਹੈਗੀ 100% ਜਿਹੜਾ ਪ੍ਰਿੰਸੀਪਲ ਹੈ ਤੁਹਾਡਾ ਉਹ ਗਰੰਟਿਡ ਹੋ ਸਕਦਾ। ਉਹ ਆਪਸ਼ਨਾਂ ਵੀ ਅਵੇਲੇਬਲ ਨੇ, ਕਿਉਂਕਿ ਇਹ ਨਾ ਹੋਵੇ ਵੀ ਇਕੱਲਾ ਸਿਰਫ ਇਹੀ ਦੇਖੀਏ ਵੀ ਸਾਨੂੰ ਸਟਾਕ 'ਚ ਪੈਸੇ ਬਣਦੇ, ਰਿਸਕ ਵੀ ਨਾਲ ਦੇਖੀਏ। ਕਿਤੇ ਵੀ ਅਸੀਂ ਪੈਸੇ ਲਾਉਂਦੇ ਹਾਂ ਇਹ ਨਾਲ ਜ਼ਰੂਰ ਦੇਖੀਏ ਵੀ ਸਾਡਾ ਸੇਫਟੀ ਨਾਲ ਜ਼ਰੂਰ ਚਾਹੀਦੀ ਹੈ। ਪਰ ਇਹ ਵੀ ਇੰਸ਼ੋਰੈਂਸ ਇੰਡਸਟਰੀ ਦੇ ਜਿਹੜੇ ਤੁਸੀਂ ਐਡਵਾਈਜ਼ਰ ਨਾਲ ਕਿਸੇ ਨਾਲ ਵੀ ਇਨਵੈਸਟ ਕਰਦੇ ਹੋ, ਭਾਵੇਂ ਲਾਈਫ ਇੰਸ਼ੋਰੈਂਸ 'ਚ ਹੋਵੇ ਜਾਂ ਇਨਵੈਸਟਮੈਂਟ 'ਚ ਹੋਵੇ ਜਾਂ ਤੁਹਾਡਾ ਸੈਗਰੀਗੇਟਡ ਫੰਡ ਹੋਣ, ਉਹ ਜਿਹੜੇ ਤੁਹਾਡੀ ਮਨੀ ਜਿਹੜੀ ਹੈ ਬਿਲਕੁਲ ਜਿਹੜਾ ਪ੍ਰਿੰਸੀਪਲ ਹੈ ਉਹ ਗਰੰਟਿਡ ਹੁੰਦਾ। ਜਿਹੜੀ ਇਨਕਮ ਵੀ ਤੁਸੀਂ ਆਪ ਦੀ ਗਰੰਟੀ ਤੁਸੀਂ ਲੈ ਸਕਦੇ, ਇੱਦਾਂ ਦੀ ਆਪਸ਼ਨ ਵੀ ਹੈਗੀਆਂ ਜੀ। RRSP ਦਾ ਸੀਜ਼ਨ ਖਤਮ ਹੋ ਗਿਆ ਜੀ, ਉਹਦੇ ਤਜਰਬੇ ਦੇ ਵਿੱਚੋਂ ਕੁਛ ਦੱਸਣਾ ਚਾਹੋ? ਹਾਂਜੀ ਬਿਲਕੁਲ, ਕਈ ਵਾਰੀ ਹੁੰਦਾ ਗਿੱਲ ਸਾਹਿਬ ਜਦੋਂ ਆਪਾਂ ਕਹਿੰਦੇ RRSP ਜਦੋਂ ਅਗਲੇ ਸਾਲ ਆਊਗੀ ਉਦੋਂ ਹੀ ਲਵਾਂਗੇ, ਪਰ ਮੈਂ ਕਹਿੰਦਾ ਵੀ ਜਿਹੜੀ ਚੀਜ਼ ਆਪਾਂ ਹੁਣ ਇਹ ਪਤਾ ਵੀ ਹੁਣ ਮਾਰਕੀਟ ਡਾਊਨ ਹੈ, RRSP ਤਾਂ ਆਪਾਂ ਲੈਣੀ ਹੈ, ਤੁਸੀਂ ਹਰੇਕ ਮਹੀਨੇ ਵੀ ਕੰਟਰੀਬਿਊਟ ਕਰ ਸਕਦੇ ਹੋ। ਫਿਰ ਜੇ ਇਹ ਵੀ ਜਦੋਂ ਤੁਸੀਂ ਟੈਕਸ ਤਾਂ ਚਲੋ ਅਗਲੇ ਸਾਲ ਭਰਨਾ, ਪਰ ਇਹ ਹੈ ਵੀ ਜੇ ਤੁਸੀਂ ਅਗਲੇ ਸਾਲ ਜੇ ਤੁਸੀਂ ਭਰੋਗੇ, ਜੇ ਚੀਜ਼ ਲੈਣੀ, ਐਗਜ਼ਾਮਪਲ ਜੇ ਹੁਣ ਚੀਜ਼ ਤੁਸੀਂ ਮਨੀ ਜਾਣਾ, ਪਤਾ ਵੀ ਮਾਰਕੀਟ ਡਾਊਨ ਹੈ ਵੀ ਅੱਜ ਵੀ ਮਨੀ ਪਾਉਣਾ ਸ਼ੁਰੂ ਕਰ ਸਕਦੇ ਹਾਂ, ਉਹ ਹੈ ਵੀ ਅਸੀਂ ਸਹੀ ਟਾਈਮ 'ਤੇ ਐਂਟਰ ਹੋ ਗਏ। ਜੇ ਉਦੋਂ ਹੀ ਸਾਨੂੰ ਪਤਾ ਵੀ ਖੜੇ ਪੈਰ RRSP ਲੈਣੀ ਪਈ, ਜੇ ਮਨੀ ਸਾਡੀ ਕਿਤੇ ਪਾਵਾਂਗੇ ਉਦੋਂ ਸਾਰੀਆਂ ਚੀਜ਼ਾਂ, ਜੇ ਮਾਰਕੀਟ ਵੀ ਹਾਈ ਹੋਈ ਸਾਨੂੰ ਚੀਜ਼ਾਂ ਵੀ ਮਹਿੰਗੀਆਂ ਮਿਲਣਗੀਆਂ। ਪਰ ਉਸ ਹਿਸਾਬ ਨਾਲ ਵੀ ਅਸੀਂ ਬਾਹਰ ਬੈਠ ਕੇ ਦੇਖਦੇ ਰਹੀਏ, ਆਪ ਦੇ ਹਿਸਾਬ ਨਾਲ ਪਹਿਲਾਂ ਹੀ ਅਸੀਂ ਸੋਚ ਵਿਚਾਰ ਕੇ ਥਿੰਕ ਕਰਕੇ ਪਹਿਲਾਂ ਹੀ ਆਪਾਂ ਮਾਰਕੀਟ ਦੇ ਵਿੱਚ ਰਹੀਏ, ਪਤਾ ਵੀ ਚੀਜ਼ ਕਰਨੀ ਹੈ, ਉਸ ਹਿਸਾਬ ਨਾਲ ਸਾਰੀ ਪਲੈਨਿੰਗ ਹੋ ਸਕਦੀ ਹੈ ਜੀ। ਫਿਰ ਇਹ ਵੀ ਮੇਰਾ ਤਾਂ ਇਹੀ ਉਪਰਾਲਾ ਵੀ ਸਾਨੂੰ ਇਹ ਚੀਜ਼ਾਂ ਬਾਰੇ ਸੋਚੋ। ਜੇ TFSA ਨਹੀਂ ਖੁਲਾਇਆ ਉਹਦਾ TFSA ਅਕਾਊਂਟ ਖੋਲੋ, ਕਿਉਂਕਿ ਜਿਹੜੀ ਮਨੀ ਹੈ ਟੈਕਸ ਫਰੀ ਗਰੋ ਹੋ ਜਾਂਦੀ ਹੈ। ਜਿੰਨੀ ਵੀ ਤੁਹਾਡੀ ਮਨੀ ਹੈਗੀ ਟੈਕਸ ਫਰੀ ਗਰੋ ਹੁੰਦੀ ਹੈ, ਟੈਕਸ ਫਰੀ ਤੁਸੀਂ ਕਢਾਉਣੀ ਹੈ।
ਇਹ TFSA 'ਚ ਹੈ, ਜੇ RRSP 'ਚ ਤੁਸੀਂ ਹੁਣ ਟੈਕਸ ਦੀ ਡਿਡਕਸ਼ਨ ਮਿਲਦੀ ਹੈ ਨਾਲੇ, ਪਰ ਇਹ ਵੀ ਜਦੋਂ ਤੁਸੀਂ ਪੈਸੇ ਕਢਾਓਗੇ ਉਦੋਂ ਇਨਕਮ ਵੀ ਘੱਟ ਹੋਊਗੀ। ਰਿਟਾਇਰਮੈਂਟ ਵਾਸਤੇ ਸੇਵਿੰਗ ਕਰਦੇ ਆ, ਪਰ ਨਾਲੇ ਇਹ ਹੈ ਵੀ ਕੋਈ ਵੀ ਕ੍ਰੈਡੀਟਰ ਪ੍ਰੋਟੈਕਸ਼ਨ ਹੈ, ਕੋਈ ਵੀ ਜੇ ਕੋਈ ਬੈਂਕਰਪਸੀ ਵੀ ਹੁੰਦੀ ਹੈ, ਕੋਈ ਔਖਾ ਟਾਈਮ ਆ ਜਾਂਦਾ, ਕੋਈ ਵੀ ਆ ਕੇ ਕਿੰਤੂ ਪਰੰਤੂ ਮਨੀ ਤੇ ਕਰ ਨਹੀਂ ਸਕਦਾ, ਤੇ ਮਨੀ ਸਾਡੀ ਸੇਫ ਹੈ ਜੀ। ਲੌਂਗ ਟਰਮ ਡਿਸੇਬਿਲਿਟੀ ਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ ਜੀ? ਦੇਖੋ, ਕੋਈ ਵੀ ਆਪਾਂ ਜੇ ਡਿਸੇਬਿਲਿਟੀ ਦੀ ਗੱਲ ਕਰਦੇ ਹਾਂ ਜੀ, ਪਹਿਲੀ ਗੱਲ ਤਾਂ ਅਸੀਂ ਲੈਂਦੇ ਕਿਉਂ ਜੀ, ਜੋ ਕੁਝ ਸਾਰਾ ਕੁਝ ਅਸੀਂ ਬਣਾਉਂਦੇ ਹਾਂ, ਸਾਰਾ ਕੁਝ ਬਣਾਇਆ ਹੋਇਆ, ਪਰ ਇਹ ਜੇ ਬਣਾਇਆ ਇਸੇ ਕਰਕੇ ਅਸੀਂ ਕੰਮ ਕਰਦੇ ਹਾਂ, ਸਾਡਾ ਪੇ ਚੈੱਕ ਆਉਂਦਾ। ਜੇ ਪੇ ਚੈੱਕ ਨਹੀਂ ਆਉਂਦਾ ਤਾਂ ਫਿਰ ਸਾਡਾ ਸਾਰਾ ਕੁਝ ਖੜ ਜਾਂਦਾ। ਇਸ ਕਰਕੇ ਡਿਸੇਬਿਲਿਟੀ ਦਾ ਇਹੀ ਕਹਿੰਦੇ ਵੀ ਜਿੰਨੇ ਵੀ ਭਾਵੇਂ ਤੁਸੀਂ ਪ੍ਰੋਫੈਸ਼ਨਲ ਨੇ, ਸੈਲਫ ਇੰਪਲਾਇਡ ਨੇ, ਬਲੂ ਕਾਲਰ ਨੇ, ਕਿਸੇ ਵੀ ਭਾਵੇਂ ਟੈਕਸੀ, ਟਰੱਕਿੰਗ, ਆਫਿਸ 'ਚ ਲਾਇਰ, ਅਕਾਊਂਟੈਂਟ, ਜੋ ਵੀ ਨੇ, ਕਿਉਂਕਿ ਇੰਸ਼ੋਰੈਂਸ 'ਚ ਜਦੋਂ ਵੀ ਆਪਾਂ ਸਭ ਨਾਲੋਂ ਵੱਡਾ ਕਾਰਨ ਹੁੰਦਾ ਡਿਸੇਬਿਲਿਟੀ ਦਾ। ਜੇ ਐਗਜ਼ਾਮਪਲ ਜੇ ਕਿਸੇ ਨੂੰ ਕੈਂਸਰ ਹੋ ਗਿਆ ਜਾਂ ਸਿਕਨੈਸ, ਕੋਈ ਇੱਦਾਂ ਦੀ ਇੰਜਰੀ ਹੋ ਗਈ, 6 ਮਹੀਨੇ ਕੰਮ 'ਤੇ ਨਹੀਂ ਆ ਸਕਦੇ, ਸਾਲ ਨਹੀਂ ਕੰਮ ਆ ਸਕਦੇ। ਹੁਣ ਇਹ ਵੀ ਇਹਨਾਂ ਚੀਜ਼ਾਂ ਲੌਂਗ ਟਰਮ ਜਿਹੜੀ ਡਿਸੇਬਿਲਿਟੀ ਆ ਉਹਦੇ 'ਚ ਫਿਰ ਔਖਾ ਸਮਾਂ ਆ ਜਾਂਦਾ ਬਿਜ਼ਨਸ ਵਾਸਤੇ, ਆਪਦੇ ਵਾਸਤੇ, ਪਰਿਵਾਰ ਵਾਸਤੇ। ਹੁਣ ਜੇ ਉਹਨਾਂ ਦੇ ਕਾਰਨ ਦੇਖਦੇ ਹਾਂ ਆਪਾਂ ਜੀ, ਸਾਰਿਆਂ ਨਾਲੋਂ ਵੱਡੇ ਡਿਸੇਬਿਲਿਟੀ ਦੇ ਕਾਰਨ ਕੀ ਨੇ? ਸਾਰਿਆਂ ਨਾਲੋਂ ਵੱਡਾ ਹੈਗਾ ਜੀ ਮੈਂਟਲ ਡਿਸਆਰਡਰ। ਇਹ ਹੈ ਵੀ ਡਿਸੇਬਿਲਿਟੀ ਤੁਸੀਂ ਆਪਦੀ ਸਿਕਨੈਸ ਵੀ ਲੈ ਸਕਦੇ ਹੋ, ਇੰਜਰੀ ਵੀ ਲੈ ਸਕਦੇ ਹੋ। ਹੁਣ ਦੋਵੇਂ ਚੀਜ਼ਾਂ ਇਕੱਠੀਆਂ ਵੀ ਲੈ ਸਕਦੇ ਹੋ ਜਾਂ ਇਕੱਲੀ ਇੰਜਰੀ ਲੈ ਸਕਦੇ ਹੋ। ਜਦੋਂ ਤੁਸੀਂ ਸਿਕਨੈਸ ਐਡ ਕਰਦੇ ਹੋ, ਸਾਰਿਆਂ ਨਾਲੋਂ ਵੱਡਾ ਨੰਬਰ ਕਾਰਨ ਜਿਹੜਾ ਹੈਗਾ ਜੀ ਮੈਂਟਲ ਡਿਸਆਰਡਰ ਦੇ ਜਿਹੜੇ ਕਲੇਮਸ ਨੇ ਸਾਰਿਆਂ ਨਾਲੋਂ ਜ਼ਿਆਦਾ ਨੇ। ਉਸ ਹਿਸਾਬ ਨਾਲ ਉਦੋਂ ਬਾਅਦ ਆਉਂਦੇ ਨੇ ਆਪਣੇ ਜਿਹੜੀਆਂ ਕੋਈ ਵੀ ਮਸਲ ਦੀ ਜਿਹੜੀ ਇੰਜਰੀਜ਼ ਹੋ ਗਈਆਂ, ਉਹ ਹੋ ਗਈਆਂ ਜੀ। ਉਦੋਂ ਬਾਅਦ ਮਿਸਲੇਨੀਅਸ ਜਾਂ ਕੈਂਸਰ ਜਾਂ ਨਰਵਸ ਸਿਸਟਮ, ਜਿਹੜੇ ਆਹ ਨੇ ਨੰਬਰ ਜਿਹੜੇ ਨੇ ਇਸੇ ਕਰਕੇ ਸਾਨੂੰ ਦੱਸਦੇ ਨੇ। ਫਿਰ ਕਿਉਂਕਿ ਜਿਹੜੀ ਡਿਸੇਬਿਲਿਟੀ ਹੈ ਕੋਈ ਏਜ ਨਹੀਂ ਦੇਖਦੀ, ਰੰਗ ਨਹੀਂ ਦੇਖਦੀ, ਕੋਈ ਮੇਲ ਫੀਮੇਲ ਨਹੀਂ ਦੇਖਦੀ। ਇਹ ਵੀ ਉਸ ਹਿਸਾਬ ਨਾਲ ਕਿਸੇ ਨੂੰ ਵੀ ਇੰਜਰੀ ਹੋ ਸਕਦੀ, ਕਿਸੇ ਨੂੰ ਵੀ ਸੱਟ ਲੱਗ ਸਕਦੀ, ਮੈਂਟਲ ਡਿਸਆਰਡਰ ਕਿਸੇ ਨੂੰ ਵੀ ਹੋ ਸਕਦਾ। ਇਸੇ ਕਰਕੇ ਇਕੱਲੀ ਭਾਵੇਂ ਤੁਸੀਂ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਦਾ ਪੇ ਚੈੱਕ ਪ੍ਰੋਟੈਕਟ ਕਰੋ, ਭਾਵੇਂ ਆਪਦੀਆਂ ਕਿਸ਼ਤਾਂ ਪ੍ਰੋਟੈਕਟ ਕਰੋ। ਇਹ ਹੈ ਵੀ ਜੇ ਡਿਸੇਬਿਲਿਟੀ ਆਪਾਂ ਗੱਲ ਕਰਦੇ ਹਾਂ ਤੇ ਵੀ ਜੇ ਹੋ ਜਾਂਦੀ ਹੈ ਤਾਂ ਫਿਰ ਬਹੁਤ ਔਖਾ ਟਾਈਮ ਆ ਪਰਿਵਾਰ ਵਾਸਤੇ, ਆਪਦੇ ਵਾਸਤੇ ਵੀ। ਇਸੇ ਕਰਕੇ ਡਿਸੇਬਿਲਿਟੀ ਵਾਸਤੇ ਹਰੇਕ ਨੂੰ ਸਲਾਹ ਦਿੰਦੇ ਹਾਂ ਵੀ ਆਪਦੀ ਜ਼ਰੂਰਤ ਦੇ ਹਿਸਾਬ ਨਾਲ, ਲੋੜ ਮੁਤਾਬਕ ਆਪਦੀ ਡਿਸੇਬਿਲਿਟੀ ਲਓ ਜੀ। ਤੁਹਾਡੇ ਵੱਲੋਂ ਇੰਸ਼ੋਰੈਂਸ ਇੰਡਸਟਰੀ 'ਚ ਤੁਹਾਡੇ ਇਸ ਸਰਵਿਸ ਦੇ ਦੌਰਾਨ ਜਿਹੜੇ ਕਲੇਮ ਲੈ ਕੇ ਦਿੱਤੇ ਜਾਂਦੇ ਆ, ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਜੀ। ਹਾਂਜੀ, ਜਿਹੜੀ ਆਪਾਂ ਕਲੇਮ ਦੀ ਗੱਲ ਕਰਦੇ ਹਾਂ ਜੀ, ਆਪਾਂ ਹੁਣ 10 ਵਰ੍ਹੇ ਹੋ ਗਏ ਜੀ, 100 ਉੱਤੇ ਜਿਹੜੇ ਨੇ ਕਲੇਮ ਜੀ ਆਪਾਂ ਹੈਂਡਲ ਕੀਤੇ ਨੇ। ਜੇ ਭਾਵੇਂ ਲਾਈਫ ਇੰਸ਼ੋਰੈਂਸ ਦੇ ਹੋਣ, ਜੇ ਭਾਵੇਂ ਡਿਸੇਬਿਲਿਟੀ ਦੇ ਹੋਣ, ਤੇ ਕ੍ਰਿਟੀਕਲ ਆਪਦੇ ਹੱਥੋਂ ਜਿਹੜੇ ਨੇ ਕੀਤੇ ਹੋਏ ਨੇ। ਉਹਨਾਂ ਦਾ ਜਿਹੜਾ ਉਤਰਾਅ ਚੜ੍ਹਾਅ ਆਉਂਦਾ, ਕੀ ਔਖਿਆਈਆਂ ਆਉਂਦੀਆਂ ਨੇ, ਉਹ ਸਾਰੀਆਂ ਆਪਾਂ ਆਪਦੇ ਹੱਥੋਂ ਕੀਤੀਆਂ ਹੋਈਆਂ, ਸਾਨੂੰ ਉਸ ਚੀਜ਼ ਦਾ ਪਤਾ। ਇਸੇ ਕਰਕੇ ਡਿਸੇਬਿਲਿਟੀ ਦੇ ਆਪਾਂ ਕਲੇਮਸ ਦੀ ਗੱਲ ਕਰਦੇ ਹਾਂ, ਹਜ਼ਾਰਾਂ ਹੀ ਡਾਲਰ ਜਿਹੜੇ ਨੇ ਡਿਸੇਬਿਲਿਟੀ ਕਲੇਮ। ਜੇ ਆਪਾਂ ਐਗਜ਼ਾਮਪਲ ਦੀ ਗੱਲ ਕਰਦੇ ਹਾਂ, ਟੀਚਰ ਨੂੰ ਪਾਰਕਿੰਸਨ ਡਿਸੀਜ਼ ਹੋਈ ਜੀ, 48 ਓਲਡ ਮੇਲ, $4,72,000 ਟੀਚਰ ਨੂੰ ਮਿਲਿਆ ਜੀ। ਜੇ ਆਪਾਂ ਕੈਰੋਪ੍ਰੈਕਟਰ ਨੂੰ ਗੱਲ ਕਰਦੇ ਹਾਂ, ਸਪਰੇਨ ਔਨ ਦ ਰਿਸਟ, ਮੇਲ 34 ਈਅਰ, $1.7 ਮਿਲੀਅਨ ਜਿਹੜਾ ਵੀ ਉਹਨੂੰ ਡਿਸੇਬਿਲਿਟੀ 'ਚ ਮਿਲਿਆ। ਜੇ ਹੁਣ ਆਪਾਂ ਐਂਗਜ਼ਾਇਟੀ ਦੀ ਗੱਲ ਕਰਦੇ ਹਾਂ, ਕੰਪਿਊਟਰ ਪ੍ਰੋਫੈਸ਼ਨਲ ਨੂੰ $1,20,000 ਮਿਲਿਆ ਐਂਗਜ਼ਾਇਟੀ ਕਰਕੇ, ਬਿਕਾਜ਼ ਕੰਪਿਊਟਰ ਪ੍ਰੋਫੈਸ਼ਨਲ 41 ਈਅਰ ਓਲਡ। ਨਰਸ ਹੈ ਡਿਪਰੈਸ਼ਨ ਕਰਕੇ 39 ਈਅਰ ਓਲਡ, $1,05,000। ਇਹ ਜਿਹੜੇ ਕਲੇਮਸ ਨੇ ਵਾਕਿਆ ਹੀ ਕੰਪਨੀਆਂ ਦਿੰਦੀਆਂ ਨੇ, ਜੇ ਅਸੀਂ ਪ੍ਰੋਪਰ ਆਪਦੇ ਹਿਸਾਬ ਨਾਲ ਉੱਦਾਂ ਦੀ ਚੀਜ਼। ਇਹ ਹੈ ਜੇ ਇਕੱਲੀ ਇੰਜਰੀ ਲਈ ਹੈ ਤਾਂ ਸਿਕਨੈਸ ਦਾ ਕੁਛ ਨਹੀਂ ਮਿਲਣਾ। ਜੇ ਦੋਵੇਂ ਚੀਜ਼ਾਂ ਲਈਆਂ ਹੋਈਆਂ ਨੇ, ਇਹ ਚੀਜ਼ਾਂ ਦੇ ਹੁਣ ਟਰੱਕਰ ਵੀਰ ਨੇ ਆਮ ਹੀ ਕਲੇਮ ਜਿਹੜੇ ਆਉਂਦੇ ਨੇ 10-15,000 ਤੱਕ ਜਿਹੜੇ ਹੁੰਦੇ ਨੇ 1-2-3 ਮਹੀਨਿਆਂ ਦੇ, ਕਿਉਂਕਿ ਬਾਹਰਾਂ 'ਚ ਹਰੇਕ ਬੰਦਾ ਨਹੀਂ ਰਹਿ ਸਕਦਾ, ਕਿਉਂਕਿ ਸੱਟ ਹੈ ਵੀ ਟਰੱਕ ਤੇ ਬਹਿ ਕੇ ਜਾਣਾ ਹੀ ਜਾਣਾ, ਕੰਮ ਤੇ ਜਾਣਾ। ਕਿਉਂਕਿ ਉਹ ਜਿਹੜੇ ਨੋਰਮਲ ਕਲੇਮ ਹੈਗੇ ਨੇ ਉਹ ਜਿਹੜੇ 10 ਤੋਂ 15,000 ਦੇ, ਬਹੁਤ ਆਪਣੇ ਕੋਲ ਜਿਹੜੇ 100 ਹੀ ਕਲੇਮਸ ਨੇ ਜਿੱਦਾਂ ਜਿਹੜੇ ਹੱਥੋਂ ਆਪਾਂ ਕੱਢੇ ਨੇ। ਇਸ ਕਰਕੇ ਵੀ ਜਦੋਂ ਹੁੰਦੀ ਹੈ ਚੀਜ਼ ਉਦੋਂ ਸਾਨੂੰ ਪਤਾ ਵੀ ਹਾਂ ਜਿਹੜੇ ਆ ਕੇ ਆਪਾਂ ਦਿਖਾ ਸਕਦੇ ਹਾਂ, ਕਰ ਸਕਦੇ ਹਾਂ, ਇਹ ਵੀ ਚੀਜ਼ਾਂ ਹੁੰਦੀਆਂ ਨੇ। ਪਰ ਕਿਉਂਕਿ ਲੋਕ ਆਪਸ 'ਚ ਗੱਲਾਂ ਬਾਤਾਂ ਕਰਦੇ, ਜਦੋਂ ਦੇਖਦੇ ਆਸੇ ਪਾਸੇ ਜਿਹਦੀ ਲੋੜ ਪੈਂਦੀ ਹੈ, ਤੇ ਬਿਲਕੁਲ ਡਿਸੇਬਿਲਿਟੀ ਬਾਰੇ ਇਹ ਚੀਜ਼ਾਂ ਕਲੇਮ ਕੰਪਨੀਆਂ ਦਿੰਦੀਆਂ। ਕਲੇਮ ਡਿਨਾਈ ਨਹੀਂ ਕਰਦਾ, ਸਾਡੀ ਮਿੱਥ ਹੀ ਸੋਚਦੇ ਹਾਂ ਕੰਪਨੀਆਂ ਨਹੀਂ ਪੈਸੇ ਦਿੰਦੀਆਂ, ਬਿਲਕੁਲ ਕੰਪਨੀਆਂ ਪੈਸੇ ਦਿੰਦੀਆਂ ਜੀ। ਅੱਛਾ ਜੀ, ਇਸੇ ਬਾਰੇ ਇਸੇ ਤੇ ਹੋਰ ਜਿਹੜੀ ਡਿਸੇਬਿਲਿਟੀ ਦੀ ਇੰਸ਼ੋਰੈਂਸ ਆ, ਇਹਦੇ ਬਾਰੇ ਦੱਸੋ ਜੀ ਹੋਰ। ਹਾਂਜੀ, ਡਿਸੇਬਿਲਿਟੀ ਦਾ ਇਹੀ ਹੈ ਜੀ, ਜਿੱਦਾਂ ਆਪਾਂ ਗੱਲ ਕਰਦੇ ਡਿਸੇਬਿਲਿਟੀ ਜਿਹੜੀ ਸੱਟ ਦੀ ਇਕੱਲੀ ਅਸੀਂ 0 ਦੇਣ ਤੋਂ ਵੀ ਸ਼ੁਰੂ ਕਰ ਸਕਦੇ ਹਾਂ। ਜਿੱਦਣ ਸੱਟ ਲੱਗੀ ਪੈਸੇ ਉਦਣ ਤੋਂ ਸ਼ੁਰੂ। ਜੇ ਅਸੀਂ ਚੀਜ਼ ਸਸਤੀ ਕਰਨੀ, ਉਹਨੂੰ ਐਵੇਂ ਵੇਟਿੰਗ ਪੀਰੀਅਡ ਕਹਿੰਦੇ। ਡਿਸੇਬਿਲਿਟੀ ਦੇ ਵਿੱਚ ਅਸੀਂ ਵੇਟਿੰਗ ਪੀਰੀਅਡ ਕਰ ਸਕਦੇ ਹਾਂ 14 ਦਿਨਾਂ ਦਾ, 30 ਦਿਨਾਂ ਦਾ, 90 ਦਿਨਾਂ ਦਾ। ਜਿੰਨਾ ਵੇਟਿੰਗ ਪੀਰੀਅਡ ਲੰਮਾ ਜੀ ਉਨੀ ਸਾਡੀ ਕਿਸ਼ਤ ਸਸਤੀ ਹੋਈ। ਇਹਦਾ ਮਤਲਬ ਇਹ ਹੈ ਵੀ ਜੇ ਐਗਜ਼ਾਮਪਲ ਕਿਸੇ ਨੇ 1 ਮਹੀਨੇ ਦਾ ਵੇਟਿੰਗ ਪੀਰੀਅਡ ਰੱਖਿਆ ਤੇ ਪਹਿਲੇ ਮਹੀਨੇ ਸਾਨੂੰ ਪੈਸੇ ਨਹੀਂ ਮਿਲਣੇ, ਤੇ ਜੇ ਦੂਜੇ ਮਹੀਨੇ 'ਚ 2 ਮਹੀਨੇ ਸੱਟ ਲੱਗੀ ਤੇ 1 ਮਹੀਨੇ ਦੇ ਪੈਸੇ ਮਿਲਣੇ, ਕਿਉਂਕਿ
क्योंकि साडा वेटिंग पीरियड 30 दिन दा सीगा, उस करके सानू चीज़ सस्ती मिल गई। उस तो बाद है भी डिसेबिलिटी सानू मिले किन्ना चिर जी। एग्जाम्पल जे $3000 जे असीं 2 साल तक लेना या 5 साल तक लेना या 65 साल तक या 70 साल तक, जिन्ना लंबा टाइम है जी उन्नी किश्त महंगी है, जिन्ना छोटा टाइम उहदा मतलब है भी जिन्ना चिर सट्ट बजूगी। जे एग्जाम्पल 2 साल की ऑप्शन है किसी को, सिर्फ 2 साल ही पैसे मिलने ने। जे 3 साल तक ऑफर है सिर्फ 2 साल ही मिलने, क्योंकि ऑप्शन असीं 2 साल ने चूज की हुई है। सो भी डिसेबिलिटी दियां हुण भी जिन्ने भी प्रोफैशनल ने डिस्काउंट हाली भी चल रहा है, क्योंकि डिसेबिलिटी का फायदा जिहड़ी भी तुसीं अपने हॉस्पिटल इंडस्ट्री च काम करते हो या तुसीं कोई प्लम्बर हो, इलैक्ट्रीशियन हो या प्रोफैशनल हो, बिल्कुल हाली डिसेबिलिटी ते डिस्काउंट है, तुसीं उस चीज़ का फायदा चक सकते हैं। ਬੱਚਿਆਂ ਦੇ ਬਾਰੇ ਜੀ ਦੱਸ ਕੇ ਜਾਓ, RESP ਤੇ ਇਨਵੈਸਟਮੈਂਟ ਉਹ ਕਿਵੇਂ ਹੋ ਸਕਦੀ ਹੈ? हाँ जी बिल्कुल जी, आप RESP की गल करते हैं। पहला मैं यही कहना भी हरेक वारी मैं बहुत है भी 15% डिस्काउंट मिलता, 15% डिस्काउंट मिलता, पर हाँ जी गवर्नमेंट की ग्रांट है जी तो चलो मिलनी है जिन्ने आप पैसे पाने उस हिसाब न, पर उस तो बाद जो 15% का बोनस है नाले भी सानू पुछना चाहिए भी उन्होंने फीयां किनियां है, जो 15% बोनस देंगे ने वो फी किन्नी है, तो सानू उस कॉन्ट्रैक्ट सानू होर की ऑप्शन है भी नाल जरूर आपां पुछण दी लोड़ हैगी, ना कि देखिए 15% बोनस मिलता ते नाले आपां कहिए भी ये चीज़ वधिया बोनस मिलता। होर भी ऑप्शन हो सकदियां ने जिहड़ियां उदों अपने वास्ते फायदेमंद हो सकदियां जिन्हां दी फी घट होवे। इसे करके जदों भी एक बच्चों की, क्योंकि असीं सेंसिटिव हो जाने बच्चों जदों भी आपां गलबात करते हैं, भावें RESP होवे भावें लाइफ इंश्योरेंस होवे, क्योंकि असीं बच्चों खातर ही सारा कुछ करना चाहुंदे हां, पर जदों भी आपां पैसे लाउणे भावें लाइफ इंश्योरेंस होवे जां बच्चों की RESP होवे, बिल्कुल एक सेविंग टूल है, पर यह सही थां ते जिहड़ी आपां नूं पता मनी साडी सेफ होवे, सेफ्टी के हिसाब नाल चलीए ते साडे खर्चे किन्ने ने, वो जिहड़ियां चीज़ां उस हिसाब नाल ऑप्शन हैगियां वो सानू नाल रख के देख के डिसीजन बनाइए जी। अखीर च जी क्रिटिकल इलनेस के बारे दस दिओ। हाँ जी, क्रिटिकल इलनेस जी यही है जी, कोई बड़ी बीमारी हो जाती है आपां नूं क्रिटिकल इलनेस कह दिंदे आ। क्रिटिकल ने जिन्ने अमाउंट की कराई है जी लमसम टैक्स फ्री कंपनी उन्हें पैसे देने की। कोई बड़ी बीमारी आप हार्ट अटैक या किडनी फेलियर की गल करते हैं, डिसेबिलिटी च महीने दे महीने किश्तां च पैसे मिलते हैं जी। जे कोई क्रिटिकल इलनेस है जो विच लिखिया है 25 बीमारियां या 29 बीमारियां, उन्होंने जो एक बीमारी होगी तो ही लमसम पैसे मिलने हैं जी। कई बार जो आप क्रिटिकल लैने तो कई कंपनियां जी लॉस ऑफ इंडिपेंडेंस है जोड़ा ऑप्शन है बिचों कढ़ देंदे ने, वो किश्त सस्ती हो जाती है। इस करके जदों भी आप क्रिटिकल इंश्योरेंस लैनी सानू ये पता होवे भी इहदे विच जिहड़ियां ऑप्शनां ने किहड़ियां हैगियां ने, किहड़ियां चीज़ां नहीं हैगियां। फिर ये भी कई बार असीं देखते हैं भी कोट सस्ता मिल गया आप चीज़ कर दीए, इस करके आप सस्ते करके ना देखिए नाल देखिए बिच हैगा की है, ये करके भी कल्ली सस्ता है भी कई बार क्रिटिकल 2 बीमारियां कवर कर दी, कई बार 4 कर दी, 25 कर दी है, तो बिचों कई चीज़ां कढ़ भी लईआं जांदियां ने। ये भी आप जो चीज़ लैनी है तो आप उस हिसाब नाल होवे कि पैसे देने ही ने तो $2-4 मतलब ये ना हो भी आप चीज़ां जिहड़ियां सानूं जरूरत ने जो लोड़ पवे वो विच होणी ना जी। इस करके भी इदां ही नाल जी आप सुपरविजन की भी गल करते हैं भी किश्तां दे आके गल कहूँगे बहुत परिवार आउणा समर का टाइम आप अप्लाई कर रहे हैं सुपरविजन वास्ते। थिंक इंश्योरेंस कोले जी सारी इंश्योरेंस कंपनियों दे नाल आपां ऑप्शन हैगी है, सस्ती तो सस्ती इंश्योरेंस कंपनी हैगी है ते वधिया तो वधिया कवरेज भी हैगी है जी। इन बिटवीन करना डिपेंड है सेहत किदां दे उन्हां दी। जदों भी किसी ने आपां सुपरविजन का कोट लैना उन्हां दी सेहत दसो, फिर उस तो बाद जिहड़ा मेन चीज़ हैगी है कि साहब जिहड़ा हस्पताल जाना है भी साडे एक बारी क्लेम आ गया उस तो बाद क्लेम कई कंपनियां नहीं कवर करदियां। हुण जिहड़ियां कंपनियां हैगियां तुहानूं पता भी अनलिमिटेड तुसीं जिन्ने अमाउंट की कवरेज जद तक पैसे मुक नहीं जाते वो कवरेज चलूगी भावें डॉक्टर की विजिट हो, भावें दवाइयां होण, भावें एंबूलेंस है, डेंट होया, ये सारियां चीज़ां अपने कोले ऑप्शनस हैगियां। थिंक इंश्योरेंस कोले भी ये ना देखो कल्ली किश्त ऑप्शन हैगी नाल आपां जिहड़ियां ऑप्शन चूज करनियां क्लेम दे टाइम, फिर जो क्लेम आउंदा उदों फिर आपां कहने भी असीं तां दस्सिया सीगा सारा कुछ, पर यह है भी जदों असीं हत्थों क्लेम देखते हैं पहले जे कोई आपां नूं फिर उदों किंतु परिंतु नहीं आउंदी जो क्लेम दे टाइम जी। यही है मेरा थिंक इंश्योरेंस यही उपराला जी, चीज़ दस के लाओ वधिया ते सस्ती है भी जे सेहत वधिया सस्ती मिलूगी, जे महंगी है तो इस करके महंगी क्योंकि जे उन्हां दी सेहत ढिल मठ हैगी जी। मेरा थिंक इंश्योरेंस यही उपराला भी आपदी चीज़ दस के लाओ जी। धन्यवाद जी, शुभ शाम। हाँ जी, थैंक यू सो मच गिल साहब। तो फोन नंबर जी 604 828 7213 604 828 7213 जी। तो BC अल्बर्टा ते अंटारियो किते भी तुसीं सुन रहे हो जिथे शेरे पंजाब 606 AM की आवाज़ जाती है जी, उत्थों तक जी साड़ियां सर्विसिज अवेलेबल ने जी। घरे बैठे ही तुसीं लै सकते हो आपदी इंश्योरेंस होए कोई भी होई जे सुपरविजन होया, पर यह भी नाले कोई असीं
ਨਾ ਹੀ ਫੋਨਾਂ 'ਚ ਡਰਾਵਾਂ 'ਚ ਨਾ ਪਾ ਕੇ ਫੋਨ ਬੈਕ ਕਰਕੇ ਤੰਗ ਕਰਦੇ। ਸਾਡਾ ਇਹ 10 ਸਾਲਾਂ ਟੀਚਾ ਜੀ ਨਾ, ਇਸ ਕਰਕੇ ਮਾਣ ਆ ਸਾਨੂੰ ਤੇ ਕਮਿਊਨਿਟੀ ਵੀ ਇਸ ਚੀਜ਼ ਨੂੰ ਪਸੰਦ ਕਰਦੀ ਹੈ। ਤੇ ਧੰਨਵਾਦ ਸਾਰਿਆਂ ਦੀ ਸਪੋਰਟ ਦਾ, ਇੱਕ ਵਾਰੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਸਾਰਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਡੇ ਇੱਕ ਦੁੱਖ ਦੇ ਸਮੇਂ ਸਾਡੇ ਨਾਲ ਸਾਂਝੇ ਖੜੇ ਨੇ ਤੇ ਸਾਨੂੰ ਸਪੋਰਟ ਕਰ ਰਹੇ। ਥੈਂਕ ਯੂ ਗਿਲ ਸਾਹਿਬ। ਥੈਂਕ ਯੂ ਵੀਰ ਜੀ, ਥੈਂਕ ਯੂ। ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਪੰਜਾਬ ਦਾ ਗੇੜਾ ਇਸ ਸਾਲ ਦਾ ਜਿਹੜਾ 3 ਵਰ੍ਹਿਆਂ ਬਾਅਦ ਲੱਗਿਆ 20 ਤੇ 21 ਕੋਵਿਡ ਖਾ ਗਿਆ ਅਤੇ ਬਹੁਤ ਘਾਟਾ ਪੈ ਗਿਆ, ਕਿਉਂਕਿ ਬਾਹਲਾ ਕੁਝ ਕੱਢਣ ਪਾਉਣ ਨੂੰ ਹੁਣ ਆਪਣੇ ਕੋਲ ਹੈ ਨਹੀਂ। ਮਿੱਤਰੋ, ਜਿਹੜੇ ਆਪਾਂ ਇੱਥੇ ਬੈਠੇ ਹਾਂ ਪੰਜਾਬ ਦੇ ਗੇੜੇ ਹੀ ਨੇ, ਅਖੀਰ 'ਚ ਜਿੰਨੇ ਲੱਗ ਗਏ ਉਹੀ ਤੁਹਾਡੇ ਫਾਇਦੇ ਨੇ, ਬਾਕੀ ਤਾਂ ਕਫਾਇਦਾ ਹੀ ਹੈ। ਇੱਥੇ ਦੀ ਮਿੱਟੀ ਇੱਥੇ ਕਿਉਂਟੀ ਜਾਣੀ ਹੈ। ਕੋਸ਼ਿਸ਼ ਕਰਿਆ ਕਰੋ, ਭਾਗੋ ਦੇ ਤੁੰਗਲ ਜਿਹੜੇ ਹੁਣ ਤੱਕ ਨਹੀਂ ਬਣੇ, ਗਾਂਹ ਵੀ ਨਹੀਂ ਬਣਨੇ, ਗੇੜਾ ਮਾਰਿਆ ਕਰੋ। ਬਾਹਲਾ ਖਰਚਾ ਨਹੀਂ ਹੈ, ਟਿਕਟ ਹੀ ਹੈ। ਟਿਕਟ ਜਿਹੜੀ ਹੈ ਉਹ 1200-1500 1800 ਦੀ, ਜਿੰਨੀ ਉੱਥੇ ਜੋਗੇ ਉੱਥੇ ਹੁੰਦੇ ਨੇ, ਘੱਟ ਖਰਚ ਲਏ। ਉੱਥੇ ਤਾਂ ਘੱਟ ਨਾਲ ਵੀ ਸਰਦਾ। ਜੇ ਉਈਓ ਹੀ ਅੱਗ 'ਤੇ ਲਿਟਣਾ ਹੈ ਫਿਰ ਉਹਨੂੰ ਉਹਦਾ ਕੋਈ ਬੰਨ ਸੁੱਭ ਨਹੀਂ ਹੈ। ਨਹੀਂ ਤਾਂ ਕੱਖ ਬਾਹਲਾ ਖਰਚਾ ਨਹੀਂ ਹੈ। ਘਰ ਆਨੰਦ ਕਰੋ, ਸਵੇਰ ਸ਼ਾਮ ਘਰੇ ਬੈਠੋ, ਦਿਨੇ ਜਾਇਓ ਨੇੜੇ ਦੇ ਸ਼ਹਿਰ 5-10 ਕਿਲੋਮੀਟਰ ਤੇ ਚੱਲ ਬਸ ਆਪਣੀਆਂ ਮੌਜਾਂ ਕਰੋ। ਸਹੂਲਤ ਸਿੱਧੀ ਫਲਾਈਟ ਦੀ ਬਹੁਤ ਆ, ਗੱਲ ਕਰਾਂਗੇ ਸੋਮਵਾਰ ਨੂੰ। ਮੈਂ ਇਸ ਵਿਸ਼ੇ 'ਤੇ ਗੱਲ ਕਰਨੀ ਚਾਹੁੰਦਾ ਵੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਫਲਾਈਟ ਉਹ ਚੱਲ ਕਿਉਂ ਨਹੀਂ ਰਹੀ, ਉਹਦਾ ਰੌਲਾ ਕੀ ਹੈ। ਦਿੱਲੀ ਵੀ ਕੋਈ ਔਖਾ ਨਹੀਂ, ਇੱਕ ਮਨ ਦੇ ਵਿੱਚ ਸਾਡੇ ਭੈ ਹੀ ਆ ਵੀ ਦਿੱਲੀ ਯਾਰ ਬੜੀ ਖੁਆਰੀ ਹੁੰਦੀ ਹੈ, ਉਹ ਇੱਥੋਂ ਜਾ ਕੇ ਵੱਧ ਲੱਗਦੀ ਹੈ, ਕਿਉਂਕਿ ਉਹਨਾਂ ਦਾ ਗੱਲਬਾਤ ਕਰਨ ਦਾ ਢੰਗ ਇਹ ਹੈ। ਇੱਕ ਤਾਂ ਵਰਦੀ ਵਾਲੇ ਬੈਠੇ ਆ, ਇੱਕ ਜਿਹੜੇ ਗੱਭੇ ਖੜੇ ਆ ਨਾ, ਗੱਭੇ ਉਹ ਬਹੁਤ ਅਕਲਾਂ ਦਿੰਦੇ ਆ। ਉੱਤਰ ਵੇਲੇ ਉੱਤਰ ਦੀ ਸਾਰੇ ਟੇਬਲ ਉਹਨਾਂ ਦਾ ਲਾਇਆ ਹੋਇਆ ਸੀ, ਜਿਹਦੇ 'ਚੋਂ ਦੇਖਦੇ ਸੀ ਇੱਥੋਂ ਤੁਸੀਂ ਕਾਗਜ਼ ਪੱਤਰ ਭਰ ਕੇ ਜਾਣਾ, ਜਿਹੜਾ ਸੁਵਿਧਾ ਵਾਲਾ, ਉੱਥੋਂ ਲੈ ਕੇ ਕਸਟਮ ਵਾਲਿਆਂ ਤੱਕ ਘੱਟੋ ਘੱਟ 20-25 ਗੱਭੇ ਖੜੇ, ਜਿਨ੍ਹਾਂ ਨੂੰ ਕੰਮ ਕੋਈ ਨਹੀਂ। ਹਾਂ ਬੋਰਡਿੰਗ ਪਾਸ ਜਾਂ ਤੀਜੇ ਨੇ ਕਿਹਾ, ਮੈਂ ਕਿਹਾ ਲੈ ਫੜ ਤੈਨੂੰ ਮੈਂ ਕਾਗਜ਼ ਦਿੰਦਾ, ਪੈਨ ਦਿੰਦਾ, ਬੋਰਡਿੰਗ ਪਾਸ ਲਿਖ ਕੇ ਦਿਖਾ ਦਿੱਤੇ। ਤੁਹਾਡਾ ਕੀ ਆ ਉਹ ਕੱਢਣ ਪਾਉਣ ਨੂੰ? ਤੁਸੀਂ ਸਮਾਨ ਢੋਣ ਵਾਲੇ, ਤੁਸੀਂ ਗੱਭੇ ਲਾਣੇਦਾਰ ਬਣੇ ਖੜੇ ਹੋ। ਹੱਥ ਪਿੱਛੇ ਨੂੰ ਖੜ ਗਿਆ, ਜਿਵੇਂ NCC 'ਚ ਆਪਾਂ ਬਿਸ਼ਰਮ ਖੜਦੇ ਹੁੰਦੇ ਸੀ। ਹਰੇਕ ਹੀ ਅਫਸਰ ਹੈ। ਚਲੋ ਉਸ ਤੋਂ ਬਾਅਦ ਹੁਣ ਪੰਜਾਬ ਨੂੰ ਸਮਾਂ ਲੁਧਿਆਣੇ ਤੱਕ 4-4.5 ਘੰਟੇ 5 ਲੱਗਦੇ ਨੇ। ਸੜਕ ਬਹੁਤ ਵਧੀਆ ਬਣ ਗਈ ਉਸ ਧਰਤ 'ਤੇ ਜਿੱਥੇ ਬਾਬਿਆਂ ਪੁਰਖਿਆਂ ਸਾਲ ਡੇਰਾ ਲਾਇਆ, ਜਾਂਦਿਆਂ ਨੂੰ ਸਮਾਨ ਉੱਥੋਂ ਚੱਕਿਆ ਗਿਆ ਸੀ, ਪਰ ਸੁਗੰਧ ਆਉਂਦੀ ਸੀ ਵੀ ਇੱਥੇ ਬੈਠੇ ਬਾਬੇ, ਇੱਥੇ ਪਰਨੇ ਗਮਛੇ ਤੇ ਇੱਥੇ ਪਟਕੇ ਤੇ ਨਾਲ ਕਸ਼ਹਿਰੇ ਇੱਥੇ ਸੁੱਕਣੇ ਪੈਂਦੇ ਸੀ। ਉਸ ਤੋਂ ਬਾਅਦ ਪਿੰਡ ਜਦ ਪਹੁੰਚੇ ਜਨਵਰੀ ਦੇ ਵਿੱਚ ਤਾਂ ਠੰਡ ਇੰਨੀ ਸੀ ਨਾ, ਤੁਸੀਂ ਛੱਡੇ ਗੱਲ ਦੇ ਛੰਡ, ਕੋਕੜਾਂ ਕੱਟੀਆਂ। 10 ਦਿਨ ਇੱਥੋਂ ਜਾ ਕੇ ਠੰਡ ਲੱਗਦੀ ਬਹੁਤ ਹੈ ਉੱਥੇ, ਕਿਉਂਕਿ ਠੰਡੇ ਹੋ ਜਾਂਦੇ ਨੇ ਤੁਹਾਡੇ ਕਮਰੇ ਚਵਾਰੇ ਜਿਹੜੇ ਨੇ। ਜਿਵੇਂ ਘੁੱਦਾ ਕਹਿੰਦਾ ਵੀ ਕੋਠੀ ਟੈਪ ਮਕਾਨ ਪਾ ਲਿਆ, ਜਿਹੜੇ ਤਾਂ ਕੋਠੀਆਂ ਕਾਠੀਆਂ ਜਿਨ੍ਹਾਂ ਨੇ ਪਾ ਲੀਆਂ ਪੁਰਾਣੇ ਢਾਹ ਕੇ ਨਾ, ਸ਼ਤੀਰ ਤੇ ਇੱਟ ਬਾਲੇ ਵਾਲੇ, ਉਹਨਾਂ ਨੂੰ ਤਾਂ ਜਿਹੋ ਜਿਹੀ ਕੋਠੀ 'ਚੋਂ ਗਏ ਉਹੋ ਜਿਹੀ ਕੋਠੀ 'ਚ ਪੈ ਜਾਣਾ। ਜਿਨ੍ਹਾਂ ਨੇ ਰੱਖ ਕੇ ਚਵਾਰੇ ਚੂਰੇ ਪਾ ਲਏ ਉੱਪਰ, ਉਹ ਥੋੜ੍ਹਾ ਬਹੁਤਾ ਬਹਿਣ ਦਾ ਠੀਹਾ ਕਰ ਲਿਆ, ਉਹ ਚਵਾਰੇ ਠੰਡੇ ਹੋ ਜਾਂਦੇ ਬਹੁਤ। ਅਤੇ ਉਹਨਾਂ ਨੂੰ ਗਰਮ ਕਰਨ ਦਾ ਹੀਲਾ ਉੱਥੇ ਹੀਟਰ ਹੀ ਨੇ, ਉਹ ਸਾਹ ਤੁਹਾਡਾ ਔਖਾ ਕਰ ਦਿੰਦੇ ਆ। ਹੀਟਿੰਗ ਦਾ ਸਿਸਟਮ ਜਿਹੜਾ ਹੈ, ਬਸ ਫਿਰ ਅਗਲਾ ਕੀ ਕੰਮ ਹੈ, ਅਤੇ ਰਜਾਈਆਂ ਹੀ ਨੇ ਇਹਦੇ 2 ਜੋੜ ਲਓ ਥੱਲੇ। ਕਿਹੜਾ ਬੇਬਿਆਂ ਦੀਆਂ ਭਰੀਆਂ ਪਈਆਂ ਹੁੰਦੀਆਂ, ਕਿਸੇ ਨੇ ਹੱਥ ਨਹੀਂ ਲਾਇਆ ਹੁਣ ਤੱਕ। ਆਪ ਇੱਥੇ ਆ ਗਏ ਅਤੇ ਸਾਰਾ ਕੁਛ ਉੱਥੇ ਹੀ ਰਹਿ ਗਿਆ। ਉਹ ਫਿਰ ਜਿਹੜਾ ਉਸ ਠੰਡ ਦਾ ਹੀਲਾ ਕੀ ਹੈ, ਦੁੱਧ ਹੈ ਵਧੀਆ ਥਰਮੋਸ ਦਾ, ਭਰ ਕੇ ਰਾਤ ਨੂੰ ਗਾੜਾ ਵੀ ਹੋ ਜਾਂਦਾ, ਸਵੇਰ ਤੱਕ ਉਹ ਪਾਠੀ ਬੋਲਦਿਆਂ ਤੱਕ ਗਰਮ ਰਹਿੰਦਾ। ਪਰ ਗੱਲ ਇੱਕ ਸੁਣ ਲਓ, ਠੰਡ ਲੱਗ ਜਾਏ, ਗਰਮੀ ਲੱਗ ਜਾਏ, ਨੀਂਦ ਆਉਂਦੀ ਆ ਕੁਛ, ਕਿਉਂਕਿ ਗੇਅਰ 'ਚੋਂ ਨਿਕਲ ਜਾਂਦੇ ਆ।
ਤੇ ਭੁੱਖ ਲੱਗਦੀ ਆ ਕੁਛ, ਉਹੀ ਸਰੀਰ ਆ, ਨੀਂਦ ਤੁਹਾਡੀ ਉੱਡ ਜਾਂਦੀ ਹੈ ਤੇ ਭੁੱਖ ਵੀ ਉੱਡ ਜਾਂਦੀ ਹੈ। ਕਾਰਨ ਕੀ ਹੈ ਕਿ ਧੁੱਪ ਵਾਲੇ ਦੇਸ਼ ਤੋਂ ਜਾਂ ਜਿੱਥੇ ਧੁੱਪ ਨਿਕਲਣੀ ਨਹੀਂ ਉੱਥੇ ਆ ਜਾਂਦੇ ਆ ਨਾ, ਤੁਹਾਡਾ ਮਨ ਹੀ ਨਹੀਂ ਖੁਸ਼ ਰਹਿੰਦਾ। ਅਸੀਂ ਤੁਹਾਡੇ ਸਰੀਰ ਦੇ ਜਿੰਨੇ ਰੋਗ ਹੋਣ 10 ਦਿਨਾਂ ਦੇ ਵਿੱਚ ਜਾ ਕੇ ਠੀਕ ਹੋ ਜਾਂਦੇ ਨੇ। ਉਸ ਧਰਤ ਦੇ ਵਿੱਚ ਪਤਾ ਨਹੀਂ ਕੀ ਸਮੋਇਆ ਹੋਇਆ। ਅੱਛਾ, ਮੁਸ਼ਕਿਲਾਂ ਜਿਹੜੀਆਂ ਨੇ, ਮੁਸ਼ਕਿਲਾਂ ਦੇ ਤਾਂ ਵਿੱਚ ਹੀ ਰਹੇ ਆਪਾਂ 47 ਤੋਂ। ਮੁਸ਼ਕਿਲਾਂ ਉੱਥੇ ਥਾਂ ਨਹੀਂ ਪੈਂਦਾ ਮੁਸ਼ਕਿਲਾਂ ਦਾ, ਪਰ ਮੁਸ਼ਕਿਲਾਂ ਵੀ ਕੱਖ ਨਹੀਂ, ਸਮਾਂ ਉਹ ਹੀ ਲੰਘ ਜਾਂਦਾ। ਚੱਲ ਨਹੀਂ ਹੋਇਆ ਯਾਰ, ਜਾਏ ਆਏ ਸੀ ਤਹਿਸੀਲ 'ਚ, ਤਹਿਸੀਲ ਨੂੰ ਦੱਦੇ ਨਾਲ ਕਹਿੰਦੇ ਆ। ਸਰਦਾਰ ਨਹੀਂ ਬੈਠਾ ਥਾਣੇ ਵਾਲੇ, SHO ਨੂੰ ਸਰਦਾਰ ਕਹਿੰਦੇ ਆ। ਅਰਜੀ ਨਵੀਸ ਨੂੰ ਹੁਣ ਤੱਕ ਅਰਜੀ ਨਸੀਬ ਕਹਿੰਦੇ ਆ, ਕਿਉਂਕਿ ਪਕੌੜੀਆਂ ਵੇਚਣ ਵਾਲਿਆਂ ਜ਼ਿਆਦਿਆਂ ਦਾ ਪਿੰਡ 'ਚ ਨਾਂ ਨਸੀਬ ਹੁੰਦਾ। ਉਹਨਾਂ ਨੂੰ ਇਹ ਹੈ ਵੀ ਇਹ ਪੜ੍ਹੇ ਲਿਖੇ ਇਹੀ ਨੇ, ਨਸੀਬ ਹੀ ਹੈ। ਅਤੇ ਆਨੰਦ ਜਿਹੜਾ ਹੈ ਉਸ ਤੇ ਇੱਥੇ ਦੇਖ ਲਓ ਪਰਸੈਂਟੇਜ ਤੁਹਾਡੀ 1-2% ਤੇ ਜੀ ਅਸੀਂ ਸਕਿਮ ਪੀਂਦੇ ਹਾਂ, ਸਕਿਮ ਦਾ ਦਹੀਂ ਬਣਾਉਂਦੇ ਹਾਂ। ਗੱਲਾਂ ਟੇਢੀਆਂ ਕਰਨ ਲੱਗ ਜਾਂਦੇ ਆਪਾਂ। ਚੈੱਕ ਕਰਗਾ ਦੁੱਧ 8-9 ਫੈਟ ਵਾਲਾ ਪੀਂਦੇ ਇੱਥੇ ਆ ਕੇ ਕਹਿੰਦੇ ਅਸੀਂ ਹੁਣ ਦੁੱਧ ਦਹੀਂ ਨਾਨ ਫੈਟ ਮਿਲਕ ਦਾ ਬਣਾਉਂਦੇ ਆ। ਫਿਰ ਐਂ ਕਹਿੰਦੇ ਆ ਇੱਥੇ ਆ ਕੇ। ਸਭ ਤੋਂ ਵੱਡੀ ਨਿਆਮਤ ਹੈ ਜਿਹੜੇ ਘਰਾਂ ਦੇ ਵਿੱਚ ਕਾੜਨੀਆਂ ਹਲੇ ਵੀ ਨੇ, ਅਤੇ ਜਿਹੜੇ ਘਰਾਂ ਦੇ ਵਿੱਚ ਸਵੇਰੇ ਮਧਾਣੀ ਚਲਦੀ ਹੈ, ਜਿਹੜੀ ਉਹ ਲੱਸੀ ਹੈ ਅਤੇ ਤਾਜ਼ਾ ਮੱਖਣ ਹੈ, ਉਹਦਾ ਤੋੜ ਨਹੀਂ ਹੈ ਕੋਈ। ਜਾਂਦੇ ਹੀ ਤੁਸੀਂ ਰਮਾ ਹੋ ਜਾਂਦੇ ਹੋ। ਇਹ ਗੱਲ ਬਿਲਕੁਲ ਠੀਕ ਹੈ। ਹੁਣ ਜਿਵੇਂ ਪਹਿਲਾਂ ਤੁਹਾਨੂੰ ਪਿੰਡ ਮਿਲਣ ਆਉਂਦਾ, ਕਿਉਂਕਿ ਪਿੰਡਾਂ ਦੇ ਵਿੱਚੋਂ ਬਹੁਤ ਘੱਟ ਸੀ ਤੁਸੀਂ, ਹੁਣ ਤੁਹਾਨੂੰ ਨਹੀਂ ਪਤਾ ਵੀ ਪਿੰਡਾਂ ਦੇ ਵਿੱਚੋਂ ਕਿੰਨੇ ਆਏ ਹੋਏ ਨੇ ਉਰੇ। ਹੁਣ ਨਹੀਂ ਮਿਲਣ ਮੁਲਣ ਆਉਂਦਾ। ਫਿਰ ਤੁਹਾਡੇ ਸਕੇ ਤੇ ਆਉਣ ਵੀ ਕਿਉਂ, ਅਸੀਂ ਕੀ ਖਾਸ ਕੀਤਾ ਤੇ ਕਿਉਂ ਆਉਣ। ਇਹਨੂੰ ਆਪਾਂ ਕਈ ਵਾਰ ਕਹਿੰਦੇ ਉੱਥੇ ਪਿਆਰ ਘਟ ਗਿਆ, ਪਿਆਰ ਘਟ ਗਿਆ। ਨਹੀਂ, ਪਿਆਰ ਨਹੀਂ ਘਟਿਆ। ਪਿਆਰ ਕਰੋ ਤੁਸੀਂ, ਪਿਆਰ ਤੁਹਾਨੂੰ ਦੂਣਾ ਮਿਲਦਾ। ਭਤੀਜ, ਭਾਈ, ਚਾਚਾ, ਤਾਇਆ, ਬਾਬੇ, ਜਿਹੜੇ ਜਵਾਕ ਹੋ ਗਏ ਜਿਨ੍ਹਾਂ ਦੇ ਹੁਣ ਤੁਸੀਂ ਬਾਬਿਆਂ, ਕਿਉਂਕਿ ਨਵੀਂ ਪੀੜ੍ਹੀ 20-21 ਸਾਲ ਦੀ ਉਹ ਵਿਆਹ ਕਰਾਉਣ ਲੱਗ ਗਈ ਅਤੇ ਜਵਾਕ ਹੋ ਗਏ। ਤੁਹਾਡੇ ਭਤੀਜੇ ਨੇ ਗਾਹਾਂ ਉਹਦੇ ਜਵਾਕ ਹੋ ਗਏ ਤਾਂ ਬਾਬੇ ਬਣ ਗਏ ਤੁਸੀਂ। ਅਤੇ ਅੱਛਾ, ਇਹ ਲੱਗਦਾ ਜ਼ਰੂਰ ਕਿ ਮਹਿੰਗਾਈ ਹੈ। ਮਹਿੰਗਾਈ ਤਾਂ ਇੱਥੇ ਵੀ ਹੈ। ਤੇਲ ਪਾਉਣ ਬਾਰਡਰ ਨੂੰ ਕਾਹਨੂੰ ਪਾਰ ਜਾਂਦੇ ਆ, ਇੱਥੇ ਪਵਾ ਲਈਏ। ਦੁੱਧ ਦੀਆਂ ਗਾਲਣਾਂ ਲੈਣ ਕਿਉਂ ਜਾਂਦੇ ਹੋ। ਮਹਿੰਗਾਈ ਤਾਂ ਉਹਨੂੰ ਹੀ ਆ ਜਿਹਨੇ ਖਿਆਲ ਨਾਲ ਖਰਚਣਾ ਨਹੀਂ ਹੈ। ਅਤੇ ਇਹ ਪਰ ਉੱਥੇ ਦੀ ਸੁਗੰਧ, ਉੱਥੇ ਦਾ ਵਾਤਾਵਰਨ, ਚਾਹੇ ਪ੍ਰਦੂਸ਼ਣ ਹੈ, ਕੁਛ ਹੈ, ਪਰ ਫਿਰ ਵੀ ਤੋੜ ਨਹੀਂ ਹੈ। ਤੁਹਾਡੀ ਧਰਤਾ ਉਹ, ਤੁਸੀਂ ਉੱਥੇ ਪੈਦਾ ਹੋਏ ਹੋ। ਜਵਾਕ, ਅਗਲੀ ਪੀੜ੍ਹੀ, ਇਹ ਬਹੁਤ ਸਾਡਾ ਜ਼ੋਰ ਚੜ੍ਹਦਾ। ਜਵਾਕ ਨਹੀਂ ਜਾਂਦੇ, ਅਸੀਂ ਤਾਂ ਜਾਣਾ ਚਾਹੁੰਦੇ। ਜਵਾਕ ਕਿਉਂ ਨਹੀਂ ਜਾਂਦੇ? ਜਵਾਕਾਂ ਨੂੰ ਲੈ ਕੇ ਜਾਓਗੇ ਤਾਂ ਜਵਾਕ ਜਾਣਗੇ ਨਾ। ਜੇ ਜਵਾਕਾਂ ਦਾ 20 ਸਾਲ ਦੀ ਉਮਰ 'ਚ ਗੇੜਾ ਹੀ ਇੱਕ ਲਵਾਇਆ, ਉਹਨਾਂ ਨੂੰ ਕੀ ਪਤਾ ਮੇਰਾ ਪਿੰਡ ਕੀ ਹੈ। ਜੇ 20 ਸਾਲਾਂ 'ਚ 4 ਵਾਰ ਲੈ ਗਏ ਤਾਂ 5 ਵਾਰ ਲੈ ਗਏ, ਉਹਨਾਂ ਨੂੰ ਸਭ ਪਤਾ। ਬਸ ਹਰ ਪਰਿਵਾਰ ਦਾ ਆਪਣਾ ਮਨ ਹੈ ਵੀ ਅਸੀਂ ਰੱਖਣਾ ਕਿਵੇਂ ਆ, ਕਿ ਆਪਾਂ ਰਹਿਣਾ ਕਿਵੇਂ ਆ, ਅਤੇ ਉਸ ਧਰਤ ਨੂੰ ਆਪਾਂ ਆਪਸ ਵਿੱਚ ਉਹਦੇ ਨਾਲ ਵਰਤ ਵਰਤਾਵਾ ਕਿਵੇਂ ਰੱਖਣਾ ਪੰਜਾਬ ਸਿਓ ਨਾਲ। ਬਸ ਇਹ ਜ਼ਰੂਰੀ ਹੈ ਬਹੁਤ। ਪਰ ਤੋੜ ਹੈ ਨਹੀਂ ਕੁਛ ਉਸ ਧਰਤ ਦਾ ਜਿੱਥੇ ਤੁਸੀਂ ਜੰਮੇ ਹੋ, ਜਿੱਥੇ ਆਪਾਂ ਪੈਦਾ ਹੋਏ। ਇਹ ਬਹੁਤ ਆਪਾਂ ਬੈਠ ਕੇ ਗੱਲਾਂ ਕਰਦੇ ਹਾਂ ਜੀ, ਪੀੜ੍ਹੀ ਨਹੀਂ ਜਾਂਦੀ, ਆ ਨਹੀਂ ਜਾਂਦੀ, ਉਹ ਨਹੀਂ ਜਾਂਦੀ। ਪੀੜ੍ਹੀ ਇੱਥੇ ਦੀ ਜੰਪ ਵਾਲਾ, ਦੇਖੋ ਜੀ ਇਹਨਾਂ ਦਾ ਇਹ ਦੇਸ਼ ਹੈ, ਸਾਡਾ ਉਹ ਦੇਸ਼ ਹੈ। ਬਹੁਤ ਗੱਲਾਂ ਇਹਦੇ ਨਾਲ ਚੱਲਣੀਆਂ। ਦੇਖੋ ਜੀ ਉੱਥੇ ਪੰਗਾ, ਉੱਥੇ ਪੁਲਿਸ ਆ ਜੀ, ਉੱਥੇ ਜੀ ਵਾਤਾਵਰਨ ਮਾੜਾ ਜੀ, ਉੱਥੇ ਪਾਣੀ ਮਾੜਾ, ਉੱਥੇ ਕਾਲਾ ਪੀਲੀਆ ਹੋ ਗਿਆ ਜੀ, ਉੱਥੇ ਕੈਂਸਰ ਹੋ ਗਿਆ। ਕਾਹਨੂੰ ਹੁੰਦਾ ਹੈ? ਅਤੇ ਜਿਹਨੂੰ ਹੁੰਦਾ ਹੈ ਉਹਨੂੰ ਕੋਈ ਨਹੀਂ ਰੋਕ ਸਕਦਾ। ਇਉਂ ਨਹੀਂ ਹੈ ਵੀ ਘਰ ਘਰ 'ਚ ਕਾਲੇ ਪੀਲੀਏ ਵਾਲੇ ਪਏ ਨੇ, ਕੈਂਸਰ ਵਾਲੇ ਪਏ ਨੇ। ਨਹੀਂ, ਇਹ ਨਹੀਂ ਹੈ। ਸਿਸਟਮ ਤੁਹਾਨੂੰ ਕਿਵੇਂ ਝੱਲਦਾ,
ਇਉਂ ਨਹੀਂ ਹੈ ਵੀ 100 ਗਏ ਤੇ 100 ਨੂੰ ਸਿਸਟਮ ਖਿੱਚੀ ਫਿਰਦਾ, ਇਹ ਨਹੀਂ ਗੱਲ ਹੈ। 5-4 ਕਈ ਵਾਰ ਸਾਡੀਆਂ ਵੀ ਗਲਤੀਆਂ ਨੇ, ਕੋਈ ਇਨਵੈਸਟਮੈਂਟ ਕਰ ਲਈ, ਕੋਈ ਸਾਂਝਾ ਕੰਮ ਕਰ ਲਿਆ, ਲਾਲਚ ਪੈ ਗਿਆ, ਤੁਸੀਂ ਕੋਲ ਨਹੀਂ, ਉਹ ਚੀਜ਼ਾਂ ਨਾ ਕਰੋ। ਫਿਰ ਜਿੱਥੇ ਅੱਖਾਂ ਦੇ ਸਾਹਮਣੇ ਤੁਹਾਡੇ ਇਨਵੈਸਟਮੈਂਟ ਨਹੀਂ ਹੈ ਨਾ ਕਰੋ। ਪਰ ਜਿਹੜੀ ਅਸਲ ਵਕੇਸ਼ਨ ਆ ਤੁਹਾਡੀ, ਅਸਲ ਛੁੱਟੀ ਆ, ਉਸ ਧਰਤ 'ਤੇ ਜਾ ਕੇ ਹੁੰਦੀ ਆ ਜਿਹੜੇ ਅਸੀਂ ਉੱਥੋਂ ਆਏ ਹਾਂ। ਖੁਸ਼ੀ ਖੇੜਾ ਬੰਦਾ, ਮਤਲਬ ਜਿਹੜੇ ਬਜ਼ੁਰਗ 5-5 4-4 ਮਹੀਨੇ ਠੰਡ ਜਾਂਦੇ, ਬੱਲੇ ਬੱਲੇ ਆ, ਸਹੂਲਤ ਹੋ ਗਈ, ਸਾਰਾ ਕੁਝ ਹੋ ਗਿਆ। ਤੁਹਾਡੇ ਜਵਾਕਾਂ ਨੂੰ ਖਾਣ ਪੀਣ ਨੂੰ ਜਿਹੋ ਜਿਹਾ ਤੁਸੀਂ ਚਾਹੁੰਦੇ ਆ ਉਹ ਹੋ ਗਿਆ। ਸਿਆਣੇ ਹੋ ਰਹੇ ਨੇ ਲੋਕ, ਖਰਚੇ ਵਿਆਹਾਂ 'ਤੇ ਜੇ ਤੇ ਬਹੁ ਘਟ ਰਹੇ ਨੇ, ਅਤੇ ਜਿਹਦੇ ਕੋਲ ਪੈਸੇ ਨੇ ਉਹ ਜਿੰਨੇ ਮਰਜ਼ੀ ਖਰਚ ਲਵੇ। ਆਮ ਲੋਕ ਘਟ ਰਿਹਾ। ਕਈ ਵਾਰ ਅਸੀਂ ਇੱਥੇ ਬੈਠੇ ਦੇਖੋ ਜੀ, ਉੱਥੇ 3 ਵਜੇ ਪੀ ਲੈਂਦੇ, ਉੱਥੇ 2:30 ਵਜੇ ਪੀ ਲੈਂਦੇ। ਤੁਸੀਂ ਦੇਖ ਲਿਓ ਇੱਥੇ ਵਿਆਹ ਕਰਦੇ ਨੂੰ, ਆਪਾਂ ਵਿਆਹ ਕਰਕੇ ਗੁਰਦੁਆਰੇ ਨਿਕਲਦੇ ਤੇ ਡੋਲੀ ਤੱਕ ਇੱਥੇ ਵੀ ਲਾਲ ਭਰੂਰੇ ਜੇ ਹੋ ਹੀ ਜਾਂਦੇ ਨੇ। ਆਪਾਂ ਨੂੰ ਵੈਸੇ ਹੀ ਲੱਗਣਾ ਉੱਥੇ ਨਸ਼ਾ ਬਹੁਤ ਹੈ ਤੇ ਇੱਥੇ ਨਸ਼ਾ ਘੱਟ ਹੈ। ਡਾਊਨ ਟਾਊਨ ਸਭ ਤੋਂ ਮਹਿੰਗੀ ਜ਼ਮੀਨ ਹੈ ਹਰ ਸ਼ਹਿਰ ਦੀ। ਡਾਊਨ ਟਾਊਨ ਦੇ ਵਿੱਚ ਨਸ਼ਾ ਵਿਕਦਾ, ਬੇਘਰੇ ਪਏ ਨੇ, ਜਾ ਕੇ ਦੇਖੋ ਸਹੀ, ਸਰੀ 'ਚ ਦੇਖ ਲਓ ਜਾ ਕੇ। ਉੱਪਰ ਮੇਅਰ ਦਾ ਦਫ਼ਤਰ ਹੈ ਅਤੇ ਥੱਲੇ ਸਾਹਮਣੇ ਕੀ ਹੁੰਦਾ, ਉਹਦੇ ਦਫ਼ਤਰ ਦੇ ਵਿੱਚੋਂ ਦਿਖਦਾ ਹੀ ਆ ਸਾਰਾ ਕੁਛ। ਇਹ ਹੋਣ ਵਾਲੇ ਨਹੀਂ, ਸਾਰਿਆਂ ਦੇ ਦਿਖਦਾ ਸੀ, ਪਹਿਲੀ ਵਾਲਿਆਂ ਦੇ ਵੀ ਦਿਖਦਾ ਸੀ, ਜਿਹਨੇ ਬਣਾਇਆ ਸੀ ਡਾਇਨ ਵਾਟਸ ਜੀ ਨੇ, ਉਹਨਾਂ ਨੂੰ ਵੀ ਦਿਖਦਾ ਸੀ। ਕਮੀਆਂ ਤਾਂ ਹਰ ਜਗ੍ਹਾ ਨੇ ਸਿਸਟਮ 'ਚ। ਦੁਨੀਆ ਦਾ ਕੋਈ ਖਿੱਤਾ ਹੈ ਜਿੱਥੇ ਕਮੀ ਨਹੀਂ। ਹੁਣ ਆ ਰਸ਼ੀਆ ਤੇ ਯੂਕਰੇਨ ਨੇ ਕੀ ਵੰਡਣਾ, ਪਿਆ ਨਾ ਪੰਗਾ। ਕਮੀ ਤਾਂ ਕਮੀ। ਧਾਰਮਿਕ ਆਜ਼ਾਦੀ ਦੀਆਂ ਗੱਲਾਂ, ਵੱਧ ਗਿਣਤੀ ਦਾ ਧਰਮ ਘੱਟ ਗਿਣਤੀ ਨੂੰ ਦੱਬਣਾ ਚਾਹੁੰਦਾ। ਦੁਨੀਆ 'ਚ ਦੇਖ ਲਓ ਜਿੱਥੇ ਕ੍ਰਿਸਚੈਨਿਟੀ ਸਾਰੇ ਅਫਰੀਕਾ ਦੇ ਵਿੱਚ ਰੋਟੀ ਵੰਡ ਕੇ ਧਰਮ ਦਾ ਫੈਲਾਅ ਕਰ ਰਹੀ ਹੈ। ਤੁਹਾਡੇ ਪੰਜਾਬ ਦੇ ਵਿੱਚ 8 ਤੋਂ 10% ਦਾ ਕਨਵਰਸ਼ਨ ਹੈ। ਜਾ ਕੇ ਦੇਖਿਓ, ਏਸ਼ੀਆ ਦਾ ਸਭ ਤੋਂ ਵੱਡਾ ਚਰਚ ਜਲੰਧਰ 'ਚ ਬਣ ਰਿਹਾ। ਵਧੀਆ ਹੋ ਸਕਦਾ ਹੈ ਜੇ ਸਾਡਾ ਮਨ ਹੋਵੇ ਵੀ ਅਸੀਂ ਉਹਨਾਂ ਨਾਲ ਵਰਤਣਾ ਕਿਵੇਂ, ਅਤੇ ਉਹਦੀ ਸ਼ੁਰੂਆਤ ਤੁਹਾਡੇ ਪਿੰਡ 'ਚੋਂ ਹੀ ਹੈ, ਬਸ ਹੋਰ ਕਿਤੋਂ ਨਹੀਂ। ਅਤੇ ਪਿੰਡ ਵਾਲਿਆਂ ਨੇ ਆ ਕੇ ਨਹੀਂ ਕਹਿਣਾ ਵੀ ਬਲੈਤੀ ਆਇਆ ਹੋਇਆ ਜਾ ਕੇ ਕਹੀਏ ਬਾਈ ਪੈਸੇ ਦੇ ਅਤੇ ਆਹ ਦੇ, ਇਹ ਨਹੀਂ ਹੈ। ਹੁਣ ਤੁਹਾਨੂੰ ਹੀ ਲਾਮਬੰਦ ਕਰਨਾ ਪੈਣਾ। ਦੱਸੋ ਆਪਾਂ ਕੀ ਕਰੀਏ ਸਾਂਝਾ। ਕੰਮ, ਸਰਕਾਰੀ ਕੰਮ, ਸਿਸਟਮ ਜਿਹੜੇ ਨਾਲ ਚੱਲਣੇ ਨੇ ਉਹਦੇ ਨਾਲ ਹੀ ਹੈ। ਸੁਵਿਧਾ ਸੈਂਟਰ 'ਚ ਤੁਹਾਡੀ ਫੋਟੋ ਖਿੱਚਣੀ ਹੈ, ਤੁਸੀਂ ਉਹ ਖਿਚਾਉਣੀ ਹੈ, ਜਿੱਡੀ ਮਰਜ਼ੀ ਸਿਫਾਰਿਸ਼ ਹੋਵੇ, ਕੁਛ ਨਹੀਂ ਹੋ ਸਕਦਾ। ਕਾਗਜ਼ ਪੱਤਰ ਜਿਹੜੇ ਲੱਗਣੇ ਨੇ, ਹਲਫੀਆ ਬਿਆਨ ਲੱਗਣੇ ਨੇ, ਉਹ ਲੱਗਣੇ ਹੀ ਨੇ। ਬੈਂਕ 'ਤੇ ਆਏ, ਸਾਲ ਦੇ ਵਿੱਚ 1.5 ਨਹੀਂ ਗਏ, ਖਾਤਾ ਬੰਦ ਹੋ ਗਿਆ, ਦੁਬਾਰਾ ਖੁਲਾਉਣਾ ਪੈਣਾ ਹੀ ਹੈ ਜਾ ਕੇ। ਜਦ ਕੋਈ ਉਹਦੇ 'ਤੇ ਟ੍ਰਾਂਜੈਕਸ਼ਨ ਨਹੀਂ ਹੋਈ, ਉਹ ਬੰਦ ਹੋ ਗਿਆ। ਫੋਨ ਦਾ ਕਾਰਡ ਰੱਖਣਾ ਹੈ ਤਾਂ ਉਹ 2-3 ਮਹੀਨੇ ਬਾਅਦ ਉਹਨੂੰ ਲੋਡ ਕਰਨਾ ਹੀ ਪੈਣਾ। ਉਹ ਇੱਥੇ ਵੀ ਹੈ ਤੁਹਾਡਾ, ਇੱਥੇ ਚਲੋ ਸਿਸਟਮ ਹੋਰ ਹੈ, ਸੋ ਉੱਥੇ ਸਹੂਲਤ ਹੋ ਗਈ। ਗਿਣਤੀ ਬਹੁਤ ਹੈ, ਬਹੁਤ ਛੋਟਾ ਦੇਸ਼ ਹੈ, ਆਪਣੇ ਨਾਲੋਂ 3 ਗੁਣਾ ਛੋਟਾ ਹੈ। 150 ਕਰੋੜ ਬੰਦਾ ਹੈ, 1500 ਮਿਲੀਅਨ ਆ, ਤੁਸੀਂ 35 ਮਿਲੀਅਨ ਆ। ਇੱਥੇ 1 ਕਰੋੜ ਵਰਗ ਕਿਲੋਮੀਟਰ ਹੈ, ਉਹ 33 ਲੱਖ ਵਰਗ ਕਿਲੋਮੀਟਰ। ਅਸੀਂ 150, ਅਸੀਂ 35 ਮਿਲੀਅਨ ਆ, ਉਹ 1500 ਮਿਲੀਅਨ ਆ। ਵਿਸ਼ਲੇਸ਼ਣ ਕਰਨਾ ਚਾਹੀਦਾ, ਜਿੱਥੇ ਵਿਸ਼ਲੇਸ਼ਣ ਬਰਾਬਰ ਦਾ ਹੋਵੇ। ਉਹਨਾਂ ਵਿਸ਼ਲੇਸ਼ਣ ਨਹੀਂ ਹੈ। ਇਹ ਬਹੁਤ ਜ਼ਰੂਰੀ ਹੈ। ਤੇ ਪਰ ਜਿਹਨੂੰ ਹੁਣ ਬਹੁਤ ਸਾਲ ਹੋ ਗਏ, ਰਿਸ਼ਤੇਦਾਰ, ਚਾਚੇ, ਤਾਏ, ਭੈਣ, ਭਾਈ ਸਾਰੇ ਇੱਥੇ ਆ ਕੇ ਚੁੱਲ੍ਹਾ ਟੈਕਸ ਮਾਫ ਹੋ ਗਿਆ, ਉਹਨੂੰ ਪੰਜਾਬ ਨਹੀਂ ਵਧੀਆ ਲੱਗਦਾ। ਹੁਣ ਉਹ ਕਹਿੰਦਾ ਨਾ ਯਾਰ ਅਸੀਂ ਕੀ ਕਰਨਾ ਉੱਥੇ, ਆਹੀ ਆ ਹੁਣ ਤਾਂ। ਪਰ ਜਨਮ ਭੋਏ, ਤੁਹਾਡੀ ਜਨਮ ਭੋਏ ਆ। ਤਖਤਾਂ ਦੇ ਦਰਸ਼ਨ ਤੁਸੀਂ ਕਰਨੇ ਨੇ। ਅੰਮ੍ਰਿਤਸਰ ਸਾਹਿਬ ਤੋਂ 2 ਘੰਟੇ ਦੀ ਪਟਨੇ ਦੀ ਫਲਾਈਟ ਹੈ, 2 ਘੰਟੇ ਦੀ ਹਜ਼ੂਰ ਸਾਹਿਬ ਦੀ ਫਲਾਈਟ ਹੈ। ਰਿਹਾਇਸ਼ ਦੀ ਕੋਈ ਤੰਗੀ ਨਹੀਂ, ਸਰਾਵਾਂ ਇੰਨੀਆਂ ਬਣ ਗਈਆਂ, ਲੰਗਰ ਦੀ ਕੋਈ ਕਮੀ ਨਹੀਂ, ਏਅਰਪੋਰਟ 'ਤੇ ਤੁਹਾਨੂੰ ਬੱਸਾਂ ਲੈਣ ਆ ਜਾਂਦੀਆਂ ਨੇ। ਸਹੂਲਤਾਂ ਦੀ ਕਮੀ ਨਹੀਂ ਹੈ ਜੇ ਤੁਸੀਂ ਜਾਣਾ ਚਾਹੁੰਦੇ ਹੋ। ਸਾਹਿਬ ਕਿੱਥੋਂ, ਦਮਦਮਾ ਸਾਹਿਬ ਤੋਂ ਕਿੱਥੇ ਗਏ, ਭਾਗ ਲਾਏ ਉਸ ਧਰਤੀ ਨੂੰ। ਪਹਿਲੇ ਪਾਤਸ਼ਾਹ ਵੀ ਨੰਦੇੜ ਗਏ ਨੇ, ਨਾਨਕ ਚੀਰੇ। ਦੇਖੋ ਜਾ ਕੇ ਕਦੇ, ਦੇਖੋ ਕੀ ਉੱਥੇ ਹੈ।
ਦੋ ਸੰਤ ਨੇ, ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ, ਜਿਹੜੇ ਲੰਗਰ ਦੀ ਸੇਵਾ ਕਰਦੇ ਆ, ਸੇਵਾ 'ਚ ਹੀ ਬੈਠੇ। ਇੱਥੇ ਵਾਲਿਆਂ ਵਾਂਗੂ ਇਉਂ ਨਹੀਂ ਹੈ ਵੀ ਲੈਂਡ ਕਰੂਜ਼ਰਾਂ ਤੇ ਐਸ ਕਲਾਸਾਂ ਦੇ ਵਿੱਚ ਤੇ ਸਿਰ ਤੋਂ ਪੈਰਾਂ ਦੇ ਨਾਲ ਦੇ ਬੂਟ ਪਾਏ ਨੇ, ਨੰਗੇ ਪੈਰੀ ਤੁਰੇ ਫਿਰਦੇ ਆ ਲੰਗਰ। ਜੇ ਮਹਾਂਪੁਰਖ ਵੇਖਣੇ ਆ ਜਾ ਕੇ, ਉੱਥੇ ਪਤਾ ਲੱਗਦਾ। ਖੱਦਰ ਦੇ ਕੱਪੜੇ ਨੇ, ਚੱਕੋ ਪੈਸੇ, ਦਈ ਚਲੋ ਤੇ ਸਿੱਟੀ ਚਲੋ ਗੋਲਕ 'ਚ, ਚੱਕ ਦਿਓ ਬਈ, ਚੱਕ ਦਿਓ। ਸਰਾਵਾਂ ਏਅਰ ਕੰਡੀਸ਼ਨ 7-7 ਬੈੱਡ ਬਣੇ ਹੋਏ ਨੇ, ਵਿੱਚ ਲੱਗੇ ਹੋਏ ਨੇ, ਤੇ ਵਾਸ਼ਰੂਮ ਅਟੈਚ। ਡਰਾਓ ਜਾ ਕੇ 500-700 ਰੁਪਈਆ, 1000 ਰੁਪਈਆ ਦਿਹਾੜੀ ਦਾ। ਉਹਦੇ 'ਚ NREs ਦੇ ਨਾਂ 'ਤੇ ਆ, ਤੇ ਤੁਸੀਂ ਵੀ ਇੱਥੋਂ ਭੇਜਿਆ ਸਾਰਾ ਕੁਛ ਉੱਤੇ। ਜਾ ਕੇ ਤੁਹਾਨੂੰ ਪਤਾ ਲੱਗਦਾ ਕਿ ਵਾਕਿਆ ਹੀ ਸੇਵਾ ਕੀ ਹੈ। ਤੇ ਮਰਿਆਦਾ ਜਿਹੜੀ ਉੱਥੇ ਦੀ ਜਾ ਕੇ ਵੇਖੋਗੇ, ਦੱਖਣੀ ਸਿੱਖ ਜਿਹੜੇ ਨਾਲ ਸਾਹਿਬ ਦੇ ਗਏ ਸੀ, ਉੱਥੇ ਵਸੇ ਹੋਏ ਨੇ, ਉਹੀ ਜਥੇਦਾਰ ਨੇ, ਅੰਦਰ ਸੇਵਾ ਕਰਦੇ ਨੇ ਅੰਗੀਠਾ ਸਾਹਿਬ ਦੀ, ਤਖਤ ਦੀ। ਪਰ ਕੁਝ ਨਾ ਕੁਝ ਵਾਪਰਦਾ ਉੱਥੇ, ਕੁਝ ਨਾ ਕੁਝ ਉਸ ਧਰਤ 'ਚ ਸਮੋਇਆ ਹੋਇਆ, ਜਾ ਕੇ ਪਤਾ ਲੱਗਦਾ। ਤੁਸੀਂ ਨਾਲ ਹੀ ਮੇਰੇ ਗੱਲ ਕਰਦੇ ਜਾਇਓ, ਮੈਂ ਖਾਸ ਨਹੀਂ ਕਹਿਣਾ ਵੀ ਲਾਈਨਾਂ ਖੁੱਲ੍ਹੀਆਂ ਨੇ, ਨਾਲ ਹੀ ਸ਼ਾਮਲ ਹੁੰਦੇ ਜਾਇਓ ਮੇਰੇ। ਆਪਾਂ ਸਫ਼ਰ ਪੰਜਾਬ ਦਾ ਜਿਹੜਾ ਕਰਕੇ ਆਏ ਹਾਂ, ਗੇੜਾ ਮਾਰ ਕੇ ਆਏ ਹਾਂ, ਅਤੇ ਉਸ ਦੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨਾ, ਅਤੇ ਤੁਸੀਂ ਵੀ ਨਾਲ ਹੀ ਰਹਿਣਾ। ਸਰਦਾਰ ਬਲਵੀਰ ਸਿੰਘ ਰਾਏ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਰਾਏ ਸਾਹਿਬ। ਅੱਛਾ, ਬੇਨਤੀ ਇਹ ਆ ਵੀ ਚਲੋ ਮੈਂ ਸ਼ਾਰਟ ਕਰਦਾ ਵੀ ਤੁਹਾਨੂੰ ਉੱਥੇ ਕੋਈ ਆਧਾਰ ਕਾਰਡ ਬਦਲ ਕੋਈ ਪ੍ਰੋਬਲਮ ਆਈ? ਨਾ ਜੀ, ਬਿਲਕੁਲ ਕੋਈ ਨਹੀਂ। ਆਧਾਰ ਕਾਰਡ ਤੁਹਾਡਾ ਬਣਿਆ ਆ? ਬਿਲਕੁਲ ਜੀ, ਮੇਰਾ ਪਹਿਲਾਂ ਬਣਿਆ ਹੋਇਆ ਜੀ। ਅੱਛਾ, ਉੱਥੇ ਵੈਸੇ ਜਿਨ੍ਹਾਂ ਨੇ ਪਹਿਲਾਂ ਨਹੀਂ ਬਣਾਇਆ ਉਹਨਾਂ ਦੀ ਪ੍ਰੋਬਲਮ ਆ ਉੱਥੇ ਆਉਂਦੀ, ਜਦੋਂ ਉੱਥੇ ਆਪਣੇ ਬੰਦਿਆਂ ਨੂੰ। ਹਾਂ, ਪਰ ਉਹ 10-12 ਸਾਲ ਪਹਿਲਾਂ ਜਦ ਪ੍ਰੋਗਰਾਮ ਸ਼ੁਰੂ ਹੋਇਆ ਸੀ, ਜਦੇ ਬਣਨਾ ਚਾਹੀਦਾ ਸੀ। ਠੀਕ ਆ ਜੀ। ਹਾਂ, ਜਿਹੜਾ ਹੁਣ ਲੇਟ ਹੋ ਗਿਆ ਕਿਉਂਕਿ ਪ੍ਰੋਗਰਾਮ ਬਹੁਤ ਲੰਬਾ ਚੱਲ ਗਿਆ ਨਾ ਜੀ ਬਈ, ਉਹ ਤਾਂ ਚਿਰਾਂ ਦੇ ਬਣੇ ਹੋਏ ਨੇ। ਹੁਣ ਜੇ ਕੋਈ ਬਣਾਉਂਦਾ, ਮੇਰੇ ਖਿਆਲ ਮੁਸ਼ਕਿਲ ਕੀ, ਹੁਣ ਕਿਹੜੀ ਮੁਸ਼ਕਿਲ ਹੈ ਜੀ? ਕੀ ਆਈ ਮੁਸ਼ਕਿਲ? ਕਿਸੇ ਕਹਿੰਦੇ ਵੀ ਜਿਹੜੇ ਇੱਥੇ ਦੇ ਸਿਟੀਜ਼ਨ ਜਾਂ PR ਹੈਗੇ ਆ ਕੈਨੇਡਾ ਦੇ, ਉਹ ਬਣਾ ਨਹੀਂ ਸਕਦੇ ਜੀ। PR ਤਾਂ ਕੈਨੇਡੀਅਨ PR ਜਿਹੜਾ ਹੈ ਪਰਮਾਨੈਂਟ ਰੈਜ਼ੀਡੈਂਟ ਹੈ, ਉਹ ਤਾਂ ਆਪਣਾ ਹੈ ਹੀ ਇੰਡੀਆ ਦਾ ਸਿਟੀਜ਼ਨ। ਕੈਨੇਡੀਅਨ ਸਿਟੀਜ਼ਨ ਬਣਾ ਨਹੀਂ ਸਕਦਾ ਜੀ। ਜਿਹੜਾ PR ਜਿਹੜਾ ਹੈਗਾ ਉਹ ਤਾਂ ਬਣਾ ਸਕਦਾ ਜੀ, ਉਹ ਤਾਂ ਬਣਾ ਸਕਦਾ। ਮੈਂ ਇਸ ਨੂੰ ਫਾਈਨਲ ਵੀ ਕਰੂੰਗਾ ਵੀ ਇੰਡੀਅਨ ਜਿਹੜਾ ਹੈ, ਕੈਨੇਡੀਅਨ ਸਿਟੀਜ਼ਨ ਤਾਂ ਹੁਣ ਤੁਸੀਂ ਦੇਸ਼ ਦੇ ਇਸ ਦੇ ਵਸਿੰਦੇ ਹੋ ਗਏ ਜੀ। ਫਿਰ ਉਹ ਕਿਹੜੇ, ਪਰ ਫਿਰ ਵੀ ਉਹ ਜਿਨ੍ਹਾਂ ਦੇ ਪੁਰਾਣੇ ਰਾਸ਼ਨ ਕਾਰਡਾਂ ਤੇ ਨਾਂ ਵਗੈਰਾ ਸੀ, ਉਹਨਾਂ ਨੇ ਬਣਾਏ ਨੇ ਜੀ ਲੋਕਾਂ ਨੇ। ਉਹਨਾਂ ਦੀਆਂ ਜ਼ਮੀਨਾਂ ਲੋਕਾਂ ਦੀਆਂ ਆਪਣੀਆਂ ਆ, ਬੈਂਕ ਅਕਾਊਂਟ ਹਾਂ ਹੈਗੇ ਆ, ਪਰ ਉਹ ਫੇਰ ਕਿਉਂ ਨਹੀਂ ਬਣਾਉਂਦੇ? ਇਹ ਮੈਂ ਪਤਾ ਕਰਦਾ ਜੀ, ਮੈਂ ਪਤਾ ਕਰਦਾ। ਵੇਖੋ 7 ਕਾਲਰ ਆ ਗਏ ਦੱਸਣ ਲਈ। ਸਰਦਾਰ ਰਣਵੀਰ ਸਿੰਘ। ਹਾਂ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਮੈਂ ਇੱਥੇ ਸਰੀ ਤੋਂ ਬੋਲਣ ਡਿਆ ਜੀ। ਅਸੀਂ ਨਾ ਕੈਨੇਡਾ ਸਰਵਿਸ ਦੇ ਆਏ ਸੀ। ਕੱਲ ਵੀ ਅਸੀਂ ਆਏ ਸੀਗੇ, ਪਾਸਪੋਰਟ ਬਣਾਉਣਾ ਸੀ, ਤੇ ਕੱਲ ਅਸੀਂ 12 ਵਜੇ ਆ ਗਏ ਸੀਗੇ। ਅੱਛਾ ਜੀ। ਸਾਨੂੰ 4 ਵਜੇ ਕਹਿੰਦੇ ਜੀ ਹੁਣ ਤੁਹਾਡੀ ਵਾਰੀ ਨੂੰ ਤੁਸੀਂ ਮੁੜ ਜਾਓ। ਅੱਛਾ ਜੀ। ਅਸੀਂ ਗੇਟ ਲੱਗ ਜਾ, ਸਾਨੂੰ ਮੋੜਤਾ ਜੀ। ਅੱਜ ਸਵੇਰੇ 8:30 ਆ ਗਏ ਜੀ, ਤੇ 8:30 ਲਾਈਨ ਇੰਨੀ ਲੰਮੀ ਲੱਗੀ, ਮੇਰੇ ਅੱਗੇ ਘੱਟੋ ਘੱਟ 40-45 ਬੰਦੇ ਆ, ਉਹਦੇ ਹੋਣੇ ਇਸ ਤੋਂ। ਅੱਛਾ ਜੀ। ਤੇ ਉਹ ਮੈਨੂੰ ਸਿਕਿਉਰਿਟੀ ਵਾਲਾ ਕਹਿੰਦਾ ਜੀ ਘੱਟੋ ਘੱਟ 5 ਤੋਂ 6 ਘੰਟੇ ਦੀ ਵੇਟੇਜ ਆ। ਅੰਦਰ ਬੰਦੇ ਕਹਿੰਦਾ ਜੀ ਥੋੜੇ ਨੇ 3 ਬੰਦੇ ਕੰਮ ਕਰਦੇ ਆ, ਤੇ ਬਾਕੀ ਬੰਦੇ ਨਹੀਂ ਕੰਮ ਕਰਦੇ। ਮੈਂ ਅੰਦਰ ਟੋਟਲ ਬੰਦੇ ਕਹਿੰਦੇ ਕਿੰਨੇ ਕਰਦੇ ਆ? ਕਹਿੰਦਾ 10 ਹੈ, ਵੈਸੇ 3 ਹੀ ਕੰਮ ਕਰਦੇ ਆ। ਹੁਣ ਕੱਲ ਵੀ ਆਏ ਜੀ, ਅੱਜ ਵੀ ਸਵੇਰ 8:30 ਤੋਂ ਆ ਕੇ ਲਾਈਨ 'ਚ ਲੱਗੇ ਆ। ਘੱਟੋ ਘੱਟ ਮੇਰੇ ਪਿੱਛੇ ਵੀ ਬੰਦੇ ਹੋਣੇ 50-60, ਤੇ ਮੇਰੇ ਅੱਗੇ ਵੀ 40-50 ਬੰਦੇ ਆ। ਤੂੰ ਇਹਦਾ ਕੋਈ ਹੱਲ ਕਰੋ ਜੀ, ਇੱਦਾਂ ਦਾ ਲੋਕ ਬਹੁਤ ਖਰਾਬ ਹੁੰਦੇ ਆ। ਅੱਛਾ ਸਰਦਾਰ ਜੀ, ਇਹ ਤੁਸੀਂ ਪਾਸਪੋਰਟ ਆਫਿਸ ਨਹੀਂ ਗਏ? ਤੁਸੀਂ ਸਰਵਿਸ ਕੈਨੇਡਾ ਉੱਥੇ ਗਿਆ ਸੀ ਜੀ। ਉਹਨਾਂ ਕੱਲ ਪਹਿਲਾਂ ਉੱਥੇ ਗਏ ਸੀ, ਉਹਨਾਂ ਇੱਥੇ ਭੇਜਿਆ ਸੀ। ਉਹ ਕਹਿੰਦੇ ਉੱਥੇ ਹੀ ਅਰਜੈਂਟ ਕਰਨਾ ਸਿਰਫ। ਮੈਂ ਪਤਾ ਕਰਕੇ ਸੋਮਵਾਰ ਦੱਸਦਾ ਜੀ ਸਭ ਕੁਝ। ਆਹ ਦੇਖੋ ਜੀ, ਏਡੀ ਲੰਮੀ ਲਾਈਨ ਲੱਗੀ ਆ, ਬੰਦਾ 5-5 ਘੰਟੇ ਵੇਟ ਜੀ ਕਰਨ ਤੋਂ ਬਾਅਦ ਕਹਿੰਦੇ ਤੁਸੀਂ ਕੱਲ ਨੂੰ ਆ ਜਾਓ ਜੀ। ਮੈਂ ਦੱਸਦਾ ਜੀ, ਦੱਸਦਾ। ਓਕੇ ਜੀ, ਓਕੇ, ਥੈਂਕ ਯੂ ਜੀ। ਸਪਰਾ ਸਾਹਿਬ, ਲਾਈਨ ਨੰਬਰ 3। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਹਰਪਾਲ ਬੋਲਦਾ ਜੀ। ਹਰਪਾਲ। ਹਾਂਜੀ, ਮੈਂ ਇੱਕ ਆਧਾਰ ਕਾਰਡ ਦਾ ਦੱਸ ਦਵਾਂ ਜੀ। ਮੈਂ ਤੁਹਾਡੇ ਤੋਂ ਥੋੜੇ ਦਿਨ ਪਹਿਲਾਂ ਆਇਆ ਇੰਡੀਆ ਤੋਂ, ਤੇ ਮੇਰੇ ਮਦਰ 10 ਸਾਲ ਹੋ ਗਏ PR ਸੀਗੇ ਇੱਥੇ। ਉਹਨਾਂ ਦਾ ਆਧਾਰ ਕਾਰਡ ਬਣਾਉਣਾ ਸੀ, ਮੇਰੇ ਨਾਲ ਗਏ ਸੀ। ਉਹਦਾ ਪ੍ਰੋਸੀਜਰ ਇਹ ਹੈ ਜੀ, ਆਪਾਂ ਸੁਵਿਧਾ ਸੈਂਟਰ ਜਾਣਾ ਆ।
ਸੁਵਿਧਾ ਸੈਂਟਰ ਕੋਲ ਇੱਕ ਫਾਰਮ ਮਿਲਦਾ ਆ, ਫਾਰਮ ਤੇ ਸਰਪੰਚ ਦੀ ਸਟੈਂਪ ਲੱਗਦੀ ਆ ਤੇ ਹਫ਼ਤੇ ਵਿੱਚ ਆਧਾਰ ਕਾਰਡ ਬਣ ਜਾਂਦਾ। ਬਿਲਕੁਲ ਬਣਦਾ ਜੀ, ਕੋਈ ਰੁਕਦਾ ਹੀ ਹੈ। ਜੇ ਸਿਟੀਜ਼ਨ ਨੇ ਬਣਾਉਣਾ ਹੈ ਜੀ, ਉਹਦਾ ਵੀ ਇਹ ਪ੍ਰੋਸੀਜਰ, ਉਹਦਾ ਜੇ ਇੱਥੇ ਦਾ ਸਿਟੀਜ਼ਨ ਆ, ਕਿਸੇ ਕੰਟਰੀ ਦਾ ਵੀ ਸਿਟੀਜ਼ਨ ਆ, ਉਹਦਾ ਇੱਕ ਥੋੜਾ ਜਿਹਾ ਵੱਖਰਾ ਆ, ਉਹਦਾ ਵੀ 10 ਦਿਨਾਂ ਚ ਹਫ਼ਤੇ ਚ ਬਣ ਜਾਂਦਾ ਜੀ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਜਿਹੜਾ ਇੱਥੇ ਦਾ ਸਿਟੀਜ਼ਨ ਹੈ ਪਰ ਜੰਮਿਆ ਉੱਥੇ ਦਾ ਹੈ, ਉਹ ਬਣਾ ਸਕਦਾ। ਬਿਲਕੁਲ ਉਹ ਬਣਾ ਸਕਦਾ, ਹਾਂਜੀ। ਉਹ ਜਿਹੜਾ ਇੱਥੇ ਦਾ ਜੰਮਿਆ ਉਹ ਨਹੀਂ ਬਣਾ ਸਕਦਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਹਾਂਜੀ। ਤੇ ਸਰ ਦੂਜੀ ਗੱਲ ਇਹ ਕਰਨੀ, ਤੁਸੀਂ ਜਿੱਦਾਂ ਗੱਲ ਕਰਦੇ ਸੀ ਸਰ ਵੀ ਜੇ ਪਿਆਰ ਦਊਂਗੇ ਤਾਂ ਪਿਆਰ ਮਿਲੂਗਾ। ਜੇ ਮੈਂ ਜੀ ਮੈਨੂੰ 1.5 ਸਾਲ ਹੋਇਆ ਇੰਡੀਆ ਤੋਂ ਆਇਆ ਨੂੰ, ਤੇ ਮੈਂ ਪੱਕਾ ਹੋਇਆ ਤੁਹਾਡੇ ਆਸਰੇ ਨਾਲ, ਪਰਮਾਤਮਾ ਦੇ ਆਸਰੇ ਨਾਲ ਬਸ, ਤੇ ਤੁਹਾਡੀਆਂ ਦੁਆਵਾਂ ਨਾਲ 2 ਮਹੀਨੇ ਪਹਿਲਾਂ ਤਾਂ ਮੇਰਾ ਭਰਾ ਛੋਟਾ ਤੇ ਮੇਰੀ ਵਾਈਫ ਤੇ ਉਹ ਮੇਰੇ ਛੋਟੇ ਭਰਾ ਦੀ ਵਾਈਫ ਕਹਿੰਦੇ ਵੀ ਤੇਰੇ ਕੋਲ ਤਾਂ ਚੜ ਜਾਵੇ ਤੂੰ ਬਈ ਹੁਣ। ਨਹੀਂ ਆ, ਮੈਂ ਕਿਹਾ ਜੀ ਵੋਟਾਂ ਪਵਾ ਕੇ ਆਉਣਾ, ਤੇ ਆਪਾਂ ਕਾਂਗਰਸੀ ਹੈਗੇ ਜੀ, ਸਿੱਧੀ ਜਿਹੜੀ ਗੱਲ ਆ, ਤੇ ਪ੍ਰਗਟ ਸਿੰਘ ਦੇ ਨਾਲ ਹੁੰਨੇ ਆਪਾਂ, ਤੇ ਬਾਈ ਤੇ ਉਹ ਆਪਾਂ ਜੀ ਚਲੇ ਗਏ। ਦੇਖੋ ਜੀ, ਮੈਂ ਕਾਰ ਸਾਰਾ ਕੁਝ ਵੇਚ ਕੇ ਆਇਆ ਸੀ। ਜੇ ਤੁਸੀਂ ਪਿਆਰ ਕਰਦੇ ਆ, ਮੈਂ ਉੱਥੇ ਗਿਆ, ਮੇਰੇ ਫਰੈਂਡ ਕੋਈ ਕਹੇ ਮੇਰੀ ਕਾਰ ਲੈ ਲਾ, ਕੋਈ ਕਹੇ ਮੇਰੀ ਕਾਰ ਲੈ ਲਾ, ਮੰਨ ਲਓ ਜੀ ਕੋਈ ਪਰਵਾਹ ਨਹੀਂ ਆਉਂਦੀ। ਜੇ ਤੁਸੀਂ ਸੂਮ ਬਣ ਜੰਨੇ ਆ ਤਾਂ ਫਿਰ ਉਹ ਵੀ ਸੂਮ ਬਣ ਜਾਂਦੇ ਆ। ਬਿਲਕੁਲ ਠੀਕ ਹੈ, ਹੱਥ ਝਾੜਨਾ ਕੋਈ। ਮੈਂ ਕਿਹਾ ਜੀ ਇੰਨਾ ਮੰਨ ਲਓ ਵਧੀਆ ਲੱਗਾ। ਜੇ ਕੋਈ ਥਾਣੇ ਜਾਂਦੇ ਆ, ਮਿੰਟ 'ਚ ਕੰਮ ਹੁੰਦੇ ਆ। ਜੇਕਰ ਤੁਸੀਂ ਕਿਸੇ ਨਾਲ ਮਿਲਦੇ ਵਰਤਦੇ ਆ ਤਾਂ ਓਦਾਂ ਨਹੀਂ ਹੁੰਦੇ ਜੀ। ਬਿਲਕੁਲ ਠੀਕ ਨਹੀਂ ਗੱਲ, ਬਿਲਕੁਲ ਤੁਹਾਡੀਆਂ ਗੱਲਾਂ ਬਿਲਕੁਲ ਜੀ। ਜਦੋਂ ਤੁਸੀਂ ਗੱਲਾਂ ਕਰਦੇ ਆ ਨਾ ਤੇ ਅੱਖਾਂ 'ਚ ਪਾਣੀ ਆ ਜਾਂਦਾ ਸਰ। ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ, ਅੱਧੀ ਉਮਰ ਮੇਰੀ ਵੀ ਤੁਹਾਨੂੰ। ਭਰਾ ਜੀ ਜਿਉਂਦੇ ਬਸਦੇ, ਥੈਂਕ ਯੂ ਜੀ। ਓਕੇ ਸਰ, ਥੈਂਕ ਯੂ ਜੀ। ਜਿਉਂਦੇ ਬਸਦੇ। ਪਿੰਡ ਮੇਰੇ ਖੇਤ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਪੰਜਾਬ ਫੇਰੀ ਦੀ। ਹਫ਼ਤੇ ਦੇ ਦਿਨ ਵੰਡ ਦਿਆਂਗੇ ਜੀ। ਅਗਲੀ ਵਾਰ ਬੁੱਧਵਾਰ ਨੂੰ ਕਹਾਣੀ ਹੋਇਆ ਕਰੇਗੀ। ਮੰਦਾਵਣੀ ਬੇਨਤੀ ਕਰਕੇ ਸਰਦਾਰ ਸਾਹਿਬ ਨੂੰ ਆਸਟ੍ਰੇਲੀਆ ਦੇ ਵਿੱਚ ਵੀਰਵਾਰ ਨੂੰ ਸ਼ੁਰੂ ਕਰੀਏ, ਸ਼ੁੱਕਰਵਾਰ ਨੂੰ ਮੇਰਾ ਪਿੰਡ ਮੇਰੇ ਖੇਤ, ਸੋਮਵਾਰ ਨੂੰ ਬਹੁਤ ਦੁਨੀਆ ਦੀਆਂ ਘਟਨਾਵਾਂ ਬਾਰ ਐਤਵਾਰ ਨੂੰ ਹੋ ਜਾਂਦੀਆਂ ਨੇ, ਮੰਗਲਵਾਰ ਨੂੰ ਕੁਝ ਲੋਕਲ ਵਿਸ਼ੇ ਹੋਇਆ ਕਰਨਗੇ। ਇਸ ਤਰ੍ਹਾਂ ਦਿਨ ਵੰਡਦੇ ਹਾਂ ਹੌਲੀ ਹੌਲੀ। ਨਿੱਕ ਜੀ ਕੀ ਕਹਿਣਾ ਚਾਹੁੰਦੇ ਹੋ? ਗਿੱਲ ਸਾਹਿਬ ਜਦੋਂ ਤੁਸੀਂ ਪੰਜਾਬ ਗਏ ਸੀਗੇ ਜੀ, ਤੇ ਉਧਰ ਵੀ ਗਏ ਸੀਗੇ ਡਿਸਟ੍ਰਿਕਟ ਗੁਰਦਾਸਪੁਰ ਵਾਲੇ ਪਾਸੇ ਕਿ ਨਹੀਂ? ਜੀ ਧਾਰੀਵਾਲ, ਗੁਰਦਾਸਪੁਰ, ਪਠਾਨਕੋਟ ਗਏ ਸੀਗੇ? ਸਾਰੇ ਗਿਆ ਜੀ ਸਾਰੇ ਗਿਆ। ਧਾਰੀਵਾਲ ਵੀ ਗਏ ਸੀ? ਧਾਰੀਵਾਲ ਨਹੀਂ ਜੀ ਗਿਆ ਮੈਂ। ਇੱਕ ਵਾਰ ਪਠਾਨਕੋਟ ਤੋਂ ਜਦ ਵਾਪਸੀ ਤੇ ਬਟਾਲਾ ਤੇ ਗੁਰਦਾਸਪੁਰ ਜਲੰਧਰ ਵੱਲ ਨੂੰ ਇੱਧਰ ਨੂੰ ਵਾਪਸ ਆਇਆ ਸੀ ਜੀ। ਸਪੈਸੀਫਿਕਲੀ ਧਾਰੀਵਾਲ ਨਹੀਂ ਗਿਆ ਜੀ। ਇਹ ਗੱਲ ਗਲਤ ਹੈ ਨਾ। ਫਿਰ ਤੁਸੀਂ ਬਾਕੀ ਸਾਰੇ ਦੱਸ ਕੇ ਤੁਸੀਂ ਦੱਸ ਕੇ ਘੱਲਣਾ ਸੀ ਗਾਹ ਨੂੰ, ਫਿਰ ਜਾਇਆਵਾਂਗੇ। ਮਹੀਨੇ 8 ਹੋਰ ਨੇ, ਐਤਕੀ ਜਾਇਆਵਾਂਗੇ। ਮੈਂ ਕਿਹਾ ਗੱਲ ਹੀ ਕੋਈ ਨਹੀਂ, ਮੈਂ ਤੁਹਾਨੂੰ ਦੱਸਾਂਗਾ ਤੇ ਉੱਥੇ ਮੈਂ ਕਹਿ ਦਾਂਗਾ ਵੀ ਤੁਹਾਨੂੰ ਰਿਸੀਵ ਕਰ ਲਵਾਂਗੇ ਉੱਥੇ। ਠੀਕ ਹੈ ਜੀ, ਠੀਕ ਹੈ ਜੀ ਸਾਹਿਬ। ਥੈਂਕ ਯੂ ਥੈਂਕ ਯੂ। ਸਰ ਜਗਦੀਪ ਸਿੰਘ ਬਰਾੜ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ। ਤੁਸੀਂ ਚਲੋ ਆਪਾਂ ਤਾਂ ਜਾ ਆਏ ਆ ਤੇ ਕਰਾ ਰਹੇ ਹਾਂ ਸੈਰ ਸਾਰਿਆਂ ਦੀ। ਵਾਕਈ ਜਿਹੜੇ ਤੁਸੀਂ ਦੱਸ ਰਹੇ ਹੋ ਕੱਲੀ ਗੱਲ 110% ਸਹੀ ਹੈ ਜੀ। ਜੇ ਆਪਾਂ ਕਹਿੰਦੇ ਆ ਵੀ ਉੱਥੇ ਜਾ ਕੇ, ਜਿਵੇਂ ਤੁਸੀਂ ਕਹਿੰਦੇ ਹੋ ਜਾ ਕੇ ਕਹਿਣਾ ਡੰਟੀ ਹੈ, ਫੇਰ ਨਹੀਂ ਸਵਾਦ ਆਉਂਦਾ। ਦੂਜੀ ਗੱਲ, ਜੇ ਲਾ ਕੇ ਕਾਲੀਆਂ ਮੋਟੀਆਂ ਐਨਕ ਤੇ ਗੱਡੀ ਤੋਂ ਪੈਰ ਹੀ ਲਾਉਣਾ, ਫੇਰ ਵੀ ਕੋਈ ਫਾਇਦਾ ਨਹੀਂ। ਤੇ ਜਦੋਂ ਪਿੰਡ ਜਾ ਕੇ ਪੁਰਾਣੇ ਬਜ਼ੁਰਗਾਂ ਨੂੰ ਚਾਚਾ ਤਾਇਆ ਕਹਿ ਕੇ, ਜਾਂ ਮਾਈਆਂ ਨੂੰ ਚਾਚੀ ਤਾਈ ਬੇਬੇ ਉਹੀ ਕਹਿ ਕੇ ਮੱਥਾ ਟੇਕਦੇ ਚਿੰਬੜ ਜਾਂਦੇ ਆ। ਪਿਆਰ ਕਿਉਂ ਨਹੀਂ ਕਰਦੇ? ਉਹਨਾਂ ਨੂੰ ਖਿਲਾ ਨਹੀਂ ਦਿੰਦੇ ਚਾਹ ਪੀਤੀ ਬਿਨਾਂ। ਬਹੁਤ ਕਰਦੇ। ਤੇ ਦੂਜੀ ਗੱਲ, ਜਵਾਕਾਂ ਦਾ ਹਰੇਕ ਸਾਲ ਜਾਂ ਦੂਜੇ ਸਾਲ ਜਾਈਦਾ, ਜਵਾਕਾਂ ਨੂੰ ਮਸਾਂ ਲੈ ਕੇ ਆਈਦਾ ਉੱਧਰੋਂ। ਐਤਕੀ ਮੈਨੂੰ ਦੱਸਦਾ ਘਟਨਾ, ਆਪਣੇ ਗੰਨੇ ਗੁੰਨੇ ਸੀਗੇ ਤੇ ਗੰਨੇ ਚੁੱਕੀ ਜਾਣ ਬੈਠੇ ਆਪਣੇ ਬੱਚੇ, ਤੇ ਵੱਡੇ ਬ੍ਰਦਰ ਨੂੰ ਕਹਿੰਦਾ ਨਾ ਜਦ ਮੰਜੇ ਤੇ ਬੈਠਾ ਨਾਲ ਗੰਨੇ ਚ, ਯਾਰ ਕੱਲ ਨੂੰ ਤਾਂ ਜਾਣਾ ਆਪਣਾ ਟੈਂਪੂ ਟਰੈਵਲ, ਤੜਕੇ ਟਾਈਮ ਨਹੀਂ ਆ ਜੂਗੀ। ਉਹ ਗੱਲ ਆ ਵੀ ਸਾਰਾ ਕੁਛ ਜਾ ਕੇ। ਬਾਕੀ ਇੱਕ ਜਿਹੜਾ ਕਹਿੰਦਾ ਉੱਥੇ ਜਦੋਂ ਤੜਕੇ ਵਾਹਿਗੁਰੂ ਦੀ ਕਿਰਪਾ ਜਦੋਂ ਸੰਯੁਕਤ ਪਰਿਵਾਰ ਆ ਸਾਰੇ ਇਕੱਠੇ ਨਾ, ਤੇ ਸੁਬਾਹ ਜਦੋਂ ਰਜਾਈਆਂ ਚ ਪਿਆ ਨੂੰ ਗਰਮ ਚਾਹ ਜਾਂਦੀ ਸੀ ਨਾਲ, ਪਿੰਨੀਆਂ ਉੱਤੇ ਕਹਿਣਗੇ ਹਾਂ, ਤੇ ਪੀ ਕੇ ਆਪਣੇ ਦੁਨੀਆ ਡੈਡੀ ਹੁਣ ਘੰਟਾ ਕੁ ਹੋਰ ਪਈਏ ਫੇਰ ਸਵਾਦ ਆਊਗਾ। ਗਲਤ ਹੈ ਸਾਰਾ ਕੁਛ ਹੀ, ਪਰ ਉਹ ਤੁਸੀਂ ਮਹਿਸੂਸ ਕਿਵੇਂ ਕਰਦੇ ਹੋ ਤੇ ਜਾਣੇ ਕਿਵੇਂ ਜਵਾਕਾਂ ਨੂੰ ਜੋੜਦੇ ਹੋ? ਉੱਥੇ ਜਾ ਕੇ ਜੇ ਤੁਸੀਂ ਆਪਦੇ ਪਿੰਡ ਲੈਵਲ ਤੇ ਨਿਕਲਦੇ ਹੋ ਬਾਹਰ ਘਰੋਂ ਤੇ ਮਿਲਦੇ ਗਏ ਆ ਗੁਰਦੁਆਰਾ ਸਾਹਿਬ ਜਾਈਦਾ ਸੀ, ਨਿੱਤ ਨਵੇਂ ਬੰਦਿਆਂ ਨੂੰ ਮਿਲਣਾ। ਤਕਰੀਬਨ 90% ਬੰਦੇ ਤੁਹਾਨੂੰ ਪਛਾਣਦੇ, ਜੇ ਨਹੀਂ ਜਦੋਂ ਦੱਸਦੇ ਉਦੋਂ ਚਿੰਬੜੀ ਜਾਂਦੇ, ਯਾਰ ਤੂੰ ਮਿਲਿਆ ਹੀ ਨਹੀਂ, ਪਿਛਲੀ ਵਾਰੀ ਨਹੀਂ ਮਿਲ ਕੇ ਗਿਆ। ਤੇ ਸਾਰਾ ਕੁਛ ਵਧੀਆ ਉੱਥੇ। ਹਾਂ, ਪਰ ਜੇ ਤੁਸੀਂ ਆਪ ਜਾ ਕੇ ਜਿਵੇਂ ਉੱਥੇ ਉਹਨਾਂ ਦੇ ਹਾਨ ਦੇ ਹੋ ਕੇ ਮਿਲਦੇ ਆ ਫੇਰ। ਧੰਨਵਾਦ ਬਾਈ ਜੀ। ਧੰਨਵਾਦ। ਸਵੇਰਿਓਂ ਤੇ ਆਥਣੇ ਉੱਥੇ ਹਾਜ਼ਰੀ ਪਿੰਡ 'ਚ ਲੱਗਣੀ ਚਾਹੀਦੀ ਹੈ। ਤੇ ਜਦ ਜਾਂਦੇ ਹੋ ਕੋਸ਼ਿਸ਼ ਕਰੋ ਆਪਣੇ ਪਿੰਡ ਮੁੜ ਕੇ ਆਓ। ਉੱਥੇ ਰਹਿਣ ਲਈ ਜਾਂਦੇ ਹੋ ਤੁਸੀਂ। ਬਹੁਤ ਨੇ ਜਿਨ੍ਹਾਂ ਨੇ ਵੱਡਿਆਂ ਸ਼ਹਿਰਾਂ 'ਚ ਕੋਠੀਆਂ ਪਾ ਲਈਆਂ,
ਚੰਡੀਗੜ੍ਹ ਪਾ ਲਈਆਂ, ਮੋਹਾਲੀ ਪਾ ਲਈਆਂ, ਉਹ ਉਹਨਾਂ ਨੂੰ ਪਾਉਂਦੀਆਂ ਨੇ ਜਿਨ੍ਹਾਂ ਦਾ ਪਿੰਡ 5-7 ਕਿਲੋਮੀਟਰ ਆ, 10 ਕਿਲੋਮੀਟਰ ਆ ਮੋਹਾਲੀ ਤੋਂ, ਚੰਡੀਗੜ੍ਹ ਤੋਂ, ਲੁਧਿਆਣੇ ਤੋਂ, ਮੋਗੇ ਤੋਂ। ਉਹ ਪਿੰਡ ਗੇੜਾ ਦੇ ਕੇ ਹੱਥ ਨੇ ਆ ਜਾਂਦੇ। ਜੇ ਹੁਣ ਪਿੰਡ 50 ਮੀਲ ਹੈ ਤੇ ਚੰਡੀਗੜ੍ਹੋਂ ਤੇ ਕੋਠੀ ਤੁਸੀਂ ਉੱਥੇ ਪਾ ਲਈ, ਵੈਨਕੂਵਰੋਂ ਜਾ ਕੇ ਜੇ ਰਹਿਣਾ ਮੋਹਾਲੀ ਆ, ਫਿਰ ਤੇ ਇੱਥੇ ਹੀ ਰਹੀ ਚੱਲੋ, ਪਿੰਡ ਜਾਣਾ ਨਹੀਂ। ਜੇ ਤੁਸੀਂ ਤਿਓ ਕਰਦੇ ਹੋ, ਬਹੁਤ ਤਿਓ ਤੁਹਾਨੂੰ ਮਿਲਦਾ ਹੈ। ਜਿਵੇਂ ਬਾਈ ਜੀ ਬਰਾੜ ਉਹਨਾਂ ਨੇ ਕਿਹਾ, ਜਵਾਕ ਕਹਿਣ ਬਈ ਕਿਤੇ ਫਲਾਈਟਾਂ ਹੀ ਬੰਦ ਹੋ ਜਾਣ ਦੁਬਾਰਾ ਕੋਵਿਡ ਕਰਕੇ ਤੇ ਹੋਰ ਲਾ ਲਈਏ 2 ਮਹੀਨੇ। ਆਹੀ ਗਰਮੀ ਸੀ, ਆਹੀ ਸਾਰਾ ਕੁਝ ਹੈ ਉੱਥੇ, ਕੁਛ ਨਹੀਂ ਲੱਗਿਆ, ਕੋਈ ਐ ਨਹੀਂ ਲੱਗੀ ਬਈ ਜੀ ਦੇਖੋ ਜੀ ਬਹੁਤ ਗਰਮੀ ਹੋ ਗਈ ਹੁਣ ਤਾਂ ਪੱਟੇ ਗਏ। ਹਾਂ, ਪਰ ਜਿੰਨੀ ਤੁਸੀਂ ਉਹਨਾਂ ਨੂੰ ਸਹੂਲਤ ਦੇ ਸਕਦੇ ਆ ਵੱਧ ਤੋਂ ਵੱਧ ਦਿਓ, ਵੱਧ ਤੋਂ ਵੱਧ। ਇਹ ਵੀ ਨਹੀਂ ਹੈ ਵੀ ਆਪਣੇ ਆਪ ਤੋਂ ਵੱਧ ਦੇਣੀ ਹੈ, ਜਿੰਨਾ ਤੁਸੀਂ ਕਰ ਸਕਦੇ ਹੋ ਕਰ ਦਿਓ। ਬੱਚੇ ਜਾਂਦੇ ਆ ਅਤੇ ਉਹਨਾਂ ਦੇ ਗੇੜੇ ਲੱਗਦੇ ਰਹਿਣ ਬਚਪਨ ਤੋਂ। ਜੇ ਹੁਣ 25 ਵਰ੍ਹਿਆਂ ਦੇ ਉਹਨਾਂ ਨੂੰ ਲਿਜਾਣ ਲੱਗੋਗੇ, ਫਿਰ ਉਹਨਾਂ ਦਾ ਇੱਥੇ ਸੈਟਅਪ ਹੈ। ਜੇ ਉਹਨਾਂ ਦੇ 25 ਵਰ੍ਹਿਆਂ ਦੇ ਵਿੱਚ 5-7 ਵੀ ਟਰਿਪ ਲਵਾਤੇ ਤੁਸੀਂ, 2-3 ਸਾਲਾਂ ਬਾਅਦ ਵੀ ਲਵਾਤੇ, ਬਸ ਫਿਰ ਨਹੀਂ ਉਹ ਭੁੱਲਦੇ। ਬਹੁਤ ਨੇ ਜਿਨ੍ਹਾਂ ਦੇ ਸਾਰਾ ਪਰਿਵਾਰ ਇੱਥੇ ਆ ਗਿਆ, ਉੱਥੇ ਕੋਈ ਨਹੀਂ। ਕਿਸਮਤ ਵਾਲੇ ਨੇ ਜਿਨ੍ਹਾਂ ਦੇ ਅੱਧਾ ਪਰਿਵਾਰ ਉੱਥੇ ਆ। ਜਿਵੇਂ ਬਾਈ ਜਗਦੀਪ ਉਹਨਾਂ ਨੇ ਕਿਹਾ, ਬ੍ਰਦਰ ਉੱਥੇ ਆ, ਇਹਨਾਂ ਦਾ ਭਾਈ ਉੱਥੇ ਆ, ਵਾਹੀ ਕਰਦੇ ਆ। ਅਤੇ ਧਰਤੀ, ਮੈਂ ਇਹ ਨਹੀਂ ਮੈਂ ਕਹਿੰਦਾ ਸਾਰਾ ਪੰਜਾਬ ਮੇਰਾ, ਸਾਰਿਆਂ ਨੂੰ ਆਪਣਾ ਖਿੱਤਾ ਵਧੀਆ ਲੱਗਦਾ, ਪਰ ਕਦੇ ਇੱਕ ਤਜਰਬੇ ਵੱਲੋਂ ਨਾ, ਹੁਣ ਤਾਂ ਬਹੁਤ ਨੇੜੇ ਹੋ ਗਿਆ। ਹਰੀਕੇ ਵਾਲੇ, ਮਾਝੇ ਵਾਲੇ ਟੱਪਿਆ ਆਇਓ, ਹਰੀਕੇ ਤੋਂ ਨਕੋਦਰ ਵਾਲੇ ਟੱਪਿਆ ਆਇਓ, ਸਿੱਧਵਾਂ ਵਾਲਾ ਬ੍ਰਿਜ ਅਤੇ ਗੜ੍ਹਸ਼ੰਕਰ ਉੱਪਰ ਹੁਸ਼ਿਆਰਪੁਰ ਵਾਲੇ ਰਾਹੋਂ ਵਾਲਾ ਪੁਲ ਟੱਪ ਕੇ ਮਾਛੀਵਾੜਾ, ਨਹਿਰ ਆ ਕੇ ਦਰਾਹੇੋਂ ਆ ਕੇ ਲੁਧਿਆਣਿਓਂ ਬਸ ਇੱਕ ਵਾਰ ਨਾ ਜਗਰਾਉਂ ਟੱਪ ਕੇ ਸ਼੍ਰੀ ਮੁਕਤਸਰ ਸਾਹਿਬ ਅਬੋਹਰ ਤੱਕ ਉਸ ਏਰੀਏ 'ਚ ਘੁੰਮ ਕੇ ਆਇਓ ਤਜਰਬੇ ਕਰਕੇ। ਮਤਲਬ ਸ਼੍ਰੀ ਦਮਦਮਾ ਸਾਹਿਬ, ਸਾਰਿਆਂ ਦੀ ਧਰਤੀ ਜਿੱਥੇ ਤੁਸੀਂ ਜੰਮੇ ਹੋ, ਤੁਹਾਨੂੰ ਬਹੁਤ ਵਧੀਆ। ਪਰ ਇੱਕ ਤਜਰਬੇ ਦੇ ਤੌਰ 'ਤੇ, ਜਿਵੇਂ ਆਪਾਂ ਜੇ ਕਹਿੰਦੇ ਨਾ ਵੀ ਅਸੀਂ ਉੱਥੇ ਜਾਣਾ ਹੈ ਆਪਣੇ ਰਾਜਸਥਾਨ, ਉਹ ਰੂਟ ਲੈ ਲਿਓ ਸ਼੍ਰੀ ਗੰਗਾ ਨਗਰ ਵਾਲੇ ਪਾਸਿਓਂ। ਇੱਕ ਵਾਰ ਵੇਖਿਓ ਸਹੀ, ਥੋੜ੍ਹਾ ਜਿਹਾ ਜਾ ਕੇ ਦੇਖਿਓ ਤਜਰਬਾ ਆਪਣਾ। ਸਾਰੇ ਆਪਾਂ ਪੰਜਾਬ ਦੇ ਹਾਂ, ਕੋਈ ਅਲੱਗ ਨਹੀਂ ਖਿੱਤਾ ਹੈ। ਹੁਣ ਮੈਂ ਮਾਲਵੇ 'ਚ ਹੀ, ਮੈਨੂੰ ਕਹਿੰਦੇ ਨੇ, ਪਰ ਬਹੁਤ ਪੁਆਧ ਵਾਲੇ ਕਹਿੰਦੇ ਨੇ ਪੁਆਧ ਹੈ ਦਰਾਹੇ ਤੱਕ ਅਤੇ ਜਰਗ ਤੱਕ, ਜੌੜੇ ਪੁਲ ਸਾਡੇ ਏਰੀਏ 'ਚ ਮਾਲਵਾ। ਪਰ ਜੇ ਅਸਲ ਮਾਲਵਾ ਵੇਖਣਾ, ਦੇਸ ਮਾਲਵਾ, ਫਿਰ ਮੋਗਾ ਟੱਪਣਾ ਪਊ, ਫਿਰ ਪਤਾ ਲੱਗੂ ਵੀ ਲੋਕ ਕਿਵੇਂ ਵਸਦੇ ਆ, ਲੋਕ ਕਿਹੋ ਜਿਹੇ ਆ, ਅਤੇ ਲੋਕਾਂ 'ਚ ਪਿਆਰ ਕਿੰਨਾ। ਇਹ ਨਹੀਂ ਮੈਂ ਕਹਿੰਦਾ ਪੰਜਾਬ, ਪਲੀਜ਼ ਇਹ ਨਾ ਸੋਚਿਓ ਵੀ ਪੰਜਾਬ 'ਚ ਪਿਆਰ ਨਹੀਂ, ਸਾਰੇ ਹੀ ਪਿਆਰ ਹੈ, ਪਰ ਢਾਰਿਆਂ 'ਚ ਬਹਿਣਾ ਪੈਣਾ ਜਾ ਕੇ ਉੱਥੇ। ਪਿਛਲੀ ਵਾਰ ਵੀ ਦੱਸੀ ਸੀ, ਇਸ ਵਾਰ ਵੀ ਦੱਸੂੰ ਵੀ ਜਿਨ੍ਹਾਂ ਨੇ ਜ਼ਿੰਦਗੀ ਘਰ ਦੇ ਵਿੱਚ ਲਾਈ, ਚਾਹੇ ਉਹ ਵੱਧ ਕੰਮ ਕਰਦੇ, ਚਾਹੇ ਖੇਤੀ ਕਰਦੇ, ਚਾਹੇ 2 ਮੱਝਾਂ ਨੂੰ ਪੱਠੇ ਪਾਉਂਦੇ ਸੀ, ਉਹਨਾਂ ਦੀ ਪੈਂਦ ਜਾ ਕੇ ਜੇ ਤੁਸੀਂ ਬਹਿ ਜਾਵੋ ਨਾ, ਹੁਣ ਬੁੱਢੇ ਸਰੀਰ ਨੇ, ਮੁੜੇ ਹੋਏ ਚਾਚਾ ਤਾਇਆ ਕਹਿ ਕੇ ਜਿਹੜੀ ਜਗ੍ਹਾ ਨੇ ਉਹ, ਅਤੇ ਦੇਖਿਓ ਨੱਕ ਦੀ ਕਰੂੰਬਲ ਕੰਬਦੀ ਫਿਰ ਉਹਨਾਂ ਦੀ। ਅਤੇ ਤੁਸੀਂ ਕਹੋ ਵੀ ਤਾਇਆ ਕੁਛ ਮਦਦ, ਉਹ ਕਹਿੰਦਾ ਤੂੰ ਸਾਡਾ ਖਿਲਾਇਆ ਹੋਇਆ ਓਏ, ਮੋਢੇ ਚੱਕ ਕੇ ਤੈਨੂੰ ਖਿਲਾਇਆ, ਤੂੰ ਦੇਂਗਾ ਸਾਨੂੰ, ਅਸੀਂ ਲਵਾਂਗੇ ਆਪਣੇ ਭਾਈ ਤੋਂ ਜਾ ਕੇ, ਤੂੰ ਜਵਾਕ ਆ ਸਾਡਾ। ਅਤੇ ਤੁਹਾਡੇ ਹੱਥ 'ਚ 10 ਰੁਪਈਏ ਸ਼ਗਨ ਉਸ ਘਰ 'ਚੋਂ ਵੀ ਮਿਲਦਾ। 10 ਰੁਪਈਏ ਉਹ ਤੁਹਾਡੇ ਮਿਲੀਅਨ ਵਰਗੇ ਨੇ, 10 ਲੱਖ ਵਰਗੇ, ਮੁੱਠੀ 'ਚ ਘੁੱਟ ਕੇ ਜਦ ਫੜਾਉਂਦੇ ਨੇ ਉਹ। ਛੱਡ ਗੱਲ ਦੇ, ਕੜ ਪਾਠ ਦਾ ਕੜ, ਪਰ ਤੁਹਾਨੂੰ ਪਿਆਰ ਪਹਿਲਾਂ ਕਰਨਾ ਪੈਣਾ। ਜੇ ਤੁਸੀਂ ਨਾ ਜੀਨ ਜੇ ਖਿੱਚ ਕੇ ਉੱਪਰ ਨੂੰ ਧੁੰਨੀ ਤੱਕ ਨੂੰ ਕਰੀ ਜਾਂਦੇ ਹੋ, ਖੜੇ ਬਰਾਬਰੋਂ ਹੱਥ ਪਾ ਕੇ ਇੱਧਰ ਨੂੰ ਖਿੱਚ ਲਈ, ਇੱਧਰ ਨੂੰ ਖਿੱਚ ਲਈ, ਮੁਸ਼ਕ ਜਿਹਾ ਲਾ ਕੇ ਤੇ ਗਲ 'ਚ ਪਾ ਕੇ ਸੋਨੇ ਦੀ ਚੇਨ ਤੇ ਗੂਚੀ ਤੇ ਜੇ ਤੇ ਬੋ, ਯੂ ਨੋ ਮੀ ਨੋ, ਗਰਦ ਹੈ, ਸ਼ੀਸ਼ਾ ਚਾੜ ਛੇਤੀ ਗਰਦ ਆ ਗਈ। ਫਿਰ ਉਹ ਇਹੋ ਜਿਹੀ ਗਰਦ ਨੂੰ ਧੱਕ ਦਿੰਦੇ ਆ ਨਾ, ਨੇੜੇ ਨਹੀਂ ਲੱਗਣ ਦਿੰਦੇ ਤੁਹਾਨੂੰ। ਉਹਨਾਂ 'ਚ ਬੈਠੋ ਧੂਣੀ 'ਤੇ ਜਾ ਕੇ, ਦੇਖੀ ਫਿਰ ਕੁਰਸੀ ਕਿਹੜੇ ਘਰੋਂ ਆਉਂਦੀ ਆ, ਚਾਹ ਕਿੱਧਰੋਂ ਆਉਂਦੀ ਆ, ਪਤਾ ਹੀ ਨਹੀਂ। ਬੈਠੋ ਅੱਚੇ ਕੋਲ, ਆਪਣੇ ਕੋਲ ਬੈਠੋ, ਪੁੱਤੇ ਬਾਬੇ ਕੋਲ ਆਪਣੇ ਕੋਲ, ਇਉਂ ਦਿੰਦੇ ਸੁਨੇਹਾ। 2 ਘੰਟੇ ਹੋਣ, ਫਿਰ ਅਜੀਤ ਅਖਬਾਰ, ਜਗਬਾਣੀ ਜਾਨੂੰ ਆ ਜਾਏ, ਉੱਧਰੋਂ ਮੁਗਲੈਲ ਵਰਗੀ ਚਾਹ ਅੰਦਰ ਘੁੰਮ ਜੇ ਕੋਲੂ ਵਾਂਗੂ, ਫਿਰ ਦੇਖੀ ਡਿੱਗਦੀਆਂ। UNO ਵਾਲੇ ਤਾਂ ਫੇਲ ਹੁੰਦੇ ਆ ਉੱਥੇ। ਹਤੇਸ਼ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਜੀ ਸਤਿ ਸ਼੍ਰੀ ਅਕਾਲ ਗੋਇਲ ਸਾਹਿਬ।
ਪਹਿਲਾਂ ਤਾਂ ਜੀ ਇੱਕ ਤੁਹਾਡੇ ਤੇ ਇੱਕ ਗੱਲ ਕਹਿਣੀ ਹੈ ਜੀ, ਬਹੁਤ ਦੇਰ ਕਰਤੀ ਮਿਹਰਬਾਨ ਆਤੇ ਆਤੇ। ਉਹ ਭਾਈ ਜੀ ਹੱਥ ਜੋੜੇ, 2 ਮਹੀਨੇ ਲੱਗੇ ਨੇ ਜੀ। ਆਵਾਜ਼ ਸੁਣਨ ਨੂੰ ਤੜਫ ਗਏ ਸੀ। ਕਈ ਵਾਰੀ ਸ਼ੇਰੇ ਪੰਜਾਬ ਦੇ ਕਈ ਪ੍ਰੋਗਰਾਮਾਂ 'ਚ ਫੋਨ ਕਰਿਆ ਵੀ ਸਾਡੇ ਗਿੱਲ ਸਾਹਿਬ ਕਿੱਥੇ ਗਏ ਨੇ, ਤੇ ਪਤਾ ਨਹੀਂ ਲੱਗ ਰਿਹਾ ਸੀ। ਤੁਸੀਂ ਸੋਸ਼ਲ ਮੀਡੀਆ ਤੇ ਵੀ ਘੱਟ ਸੀ ਜੀ, ਤੇ ਫਿਰ ਨਿੰਮੀ ਜੀ ਨੇ ਦੱਸਿਆ ਵੀ ਉਹ ਤਾਂ ਪੰਜਾਬ ਦੀ ਸੈਰ ਕਰ ਰਹੇ ਨੇ। ਜੀ ਗੱਲ ਸਾਹਿਬ। ਤੇ ਪਰ ਜਿਹੜੀਆਂ ਅੱਜ ਤੁਹਾਡੀਆਂ ਗੱਲਾਂ ਸੁਣੀਆਂ ਬਾਈ ਜੀ, ਲੋਕ ਕੰਡੇ ਖੜੇ ਹੋ ਗਏ। ਤੇ ਮੈਂ 3 ਸਾਲ ਹੋ ਗਏ ਗਿਆ ਨਹੀਂ ਆਹੀ ਕੋਵਿਡ ਦੇ ਚੱਕਰ 'ਚ, ਤੇ ਬਾਈ ਸੱਚੀ ਗੱਲ ਕਹਿਣ ਵੀ ਰੋਣਾ ਹੀ ਆ ਗਿਆ। ਉਹਦਾ ਹਲੇ ਵੀ ਤੋੜ ਨਹੀਂ ਜੀ ਹੈ, ਤੇ ਹਲੇ ਵੀ ਪੋਜੀਸ਼ਨ ਉਹੀ ਹੈ ਵੀ ਤੁਸੀਂ ਗੱਲਾਂ ਕਰ ਰਹੇ ਹੋ ਤੇ ਐਂ ਜੇ ਲੱਗ ਰਿਹਾ ਵੀ ਯਾਰ ਵੀ ਕੱਲ ਦੀ ਫਲਾਈਟ ਕਰਾ ਲਈਏ, ਰੇਟ ਜਿਹੜਾ ਮਰਜ਼ੀ ਹੋਵੇ, ਟਿਕਟ ਛੱਡੋ ਯਾਰ, ਜੋ ਵੀ ਕੁਝ ਹੋਵੇ। ਬਿਲਕੁਲ ਠੀਕ ਹੈ ਜੀ, ਬਿਲਕੁਲ। ਧੰਨਵਾਦ ਤੁਹਾਡਾ, ਬਹੁਤ ਤੁਹਾਨੂੰ ਬਹੁਤ ਮਿਸ ਕਰਿਆ ਜੀ। ਇੱਕ ਗੱਲ ਹੋਰ ਹੈ ਜੀ, ਪੱਤੀ ਸਾਹਿਬ ਦਾ ਟਾਈਮ ਕੀ ਹੋ ਗਿਆ ਜੀ? ਹੁਣ ਪੱਤੀ ਸਾਹਿਬ ਨੂੰ ਵੀ ਮਿਸ ਕਰੀ ਜਾਂਦੇ ਆ ਜੀ। ਉਹ 8:15 ਵਜੇ ਆਉਂਦੇ ਹੁੰਦੇ ਆ ਜੀ, ਅੱਜ ਆਏ ਨਹੀਂ। ਮੈਂ ਦੇਖੋ ਬੇਨਤੀ ਸੁਣਿਓ, ਹਲੇ ਮੈਂ ਇੱਕ ਬੰਨੇ ਹੀ ਸ਼ੋਅ ਕਰਦਾ ਕਿਉਂਕਿ ਸਾਡੇ ਮੇਜ਼ਬਾਨ ਕਈ ਛੁੱਟੀ ਗਏ ਨੇ। 15 ਅਪ੍ਰੈਲ ਤੋਂ ਬਾਅਦ ਫਿਰ ਸਮਾਂ ਸੈੱਟ ਹੋਊ, ਪਰ ਮੈਂ ਸ਼ੋਅ ਇੱਕ ਬੰਨੇ ਹੀ ਕਰਿਆ ਕਰਨਾ ਹੁਣ, ਜਾਂ ਇੱਧਰ ਜਾਂ ਉੱਧਰ, ਦੋਨੇ ਪਾਸੇ। ਇਹ ਹੈ ਜੀ, ਦੇਖੋ ਪੱਤੀ ਸਾਹਿਬ ਦਾ ਵੀ ਮੇਰੀ ਬੇਨਤੀ ਹੈ ਵੀ ਪੱਤੀ ਸਾਹਿਬ ਦਾ ਵੀ ਟਾਈਮ ਥੋੜਾ ਜਿਹਾ ਜ਼ਰੂਰ ਵਧਾ ਦਿਓ ਜੀ। ਉਹਨਾਂ ਲਈ ਮਿੰਟ ਘੱਟ ਹੈ ਜੀ ਥੋੜੇ ਜਿਹੇ ਜੀ ਗੋਇਲ ਸਾਹਿਬ। ਤੇ ਬਾਕੀ ਜਦੋਂ ਤੁਹਾਡਾ ਉਹਨਾਂ ਨਾਲ ਸੁਮੇਲ ਬਣਦਾ ਨਾ ਜੀ, ਫਿਰ ਬਸ ਸਵਾਲ ਹੀ ਅਲੱਗ ਆ ਜਾਂਦਾ ਜੀ। ਫਿਰ ਬਸ ਮਤਲਬ ਉਹਦੀ ਕੋਈ ਮੈਂ ਐਕਸਪਲੇਨ ਨਹੀਂ ਕਰ ਸਕਦਾ ਵੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਜੀ। ਗੋਇਲ ਸਾਹਿਬ ਧੰਨਵਾਦ ਬਾਈ ਜੀ। ਇੱਕ ਸਕਿੰਟ ਤੁਹਾਡਾ ਹੋਰ ਲੈਣਾ ਹੈ, ਉਹ ਤੁਹਾਡੇ ਪ੍ਰੋਗਰਾਮ ਤੋਂ ਵੱਖਰਾ ਹੈ। ਵੀ ਹੁਣੀ ਇੱਕ ਬਾਈ ਜੀ ਦਾ ਫੋਨ ਚੱਲਦਾ ਸੀ ਵੀ ਸਰਵਿਸ ਕੈਨੇਡਾ ਦੇ ਵਿੱਚ ਇਹ ਹਾਲ ਹੈ। ਹਾਂਜੀ ਬਾਈ ਜੀ, ਉਰੇ ਸਾਰੀ ਜਗ੍ਹਾ ਤੇ ਬੈਂਕਾਂ 'ਚ ਵੀ ਇਹ ਹਾਲ ਹੈ। 10 ਬੰਦਿਆਂ ਦੇ ਅੰਦਰ ਜਗ੍ਹਾ ਜੀ ਬੈਂਕਾਂ ਦੇ, 2 ਬੰਦੇ ਕੰਮ ਕਰ ਰਹੇ ਆ ਜੀ। ਬਿਲਕੁਲ। ਇੱਕ ਕੱਲ ਮੈਂ ਬੈਂਕ ਗਿਆ ਜੀ, ਸਕੋਸ਼ੀਆ ਬੈਂਕ, ਨਾਮ ਲੈ ਕੇ ਗੱਲ ਕਰਦਾ ਜੀ, ਤੇ ਉੱਥੇ ਸਾਰੇ ਕਾਊਂਟਰ ਖਾਲੀ, 2 ਬੰਦੇ ਕੰਮ ਕਰ ਰਹੇ ਤੇ ਲਾਈਨ ਅਪ ਹੋਇਆ ਹੋਈ 30-40 ਬੰਦੇ। ਤੇ ਅੰਦਰ ਜਿਹੜੀ ਕੁੜੀ ਨਾਲ ਮੈਂ ਮਿਲਿਆ, ਮੈਂ ਕਿਹਨੂੰ ਬੁਲਾਇਆ, ਕੁੜੀ ਨੂੰ, ਗੋਰੀ ਨੂੰ, ਮੈਂ ਕਿਹਾ ਵੀ ਦੱਸੋ ਜੀ ਕੀ ਪ੍ਰੋਗਰਾਮ ਕੀ ਹੈ, ਵੀ ਇਹ ਚੱਕਰ ਕੀ ਹੈ ਵੀ ਬੰਦੇ ਨਹੀਂ ਕੰਮ ਕਰ ਰਹੇ ਉਰੇ, ਹੈ ਹੀ ਨਹੀਂ ਬੰਦੇ। ਹੈਲੋ ਜੀ। ਉਹ ਮੈਨੂੰ ਜਵਾਬ ਦਿੰਦੀ ਹੈ, ਕਹਿੰਦੀ ਵੀ ਸ਼ੋਰਟੇਜ ਹੈ ਬੰਦਿਆਂ ਦੀ। ਮੈਂ ਕਿਹਾ ਦੈਨ ਯੂ ਹਾਇਰ ਮੀ, ਮੈਂ ਤਿਆਰ ਹਾਂ, ਮੈਨੂੰ ਰੱਖੋ। ਹਾਂ, ਮੈਂ ਕਿਹਾ ਬੰਦਿਆਂ ਦੀ ਤੁਸੀਂ ਕਮੀ ਹੈ। ਮੈਂ ਕਿਹਾ ਸਾਰਾ ਦਿਨ ਤਾਂ ਬੰਦੇ ਜਿਹੜੇ ਪੜ੍ਹੇ ਲਿਖੇ ਉਹਨੇ ਬੰਦੇ ਤਿਆਰ ਬੈਠੇ ਆ ਵੀ ਜਦੋਂ ਮਰਜ਼ੀ ਰੱਖੋ। ਤੇ ਭਾਜੀ ਇਹ ਚੀਜ਼ ਤੇ ਬਹੁਤ ਜ਼ਰੂਰੀ ਹੈ। ਸਰਵਿਸ ਕੈਨੇਡਾ ਨੇ ਤਾਂ ਲੋਕਾਂ ਨੂੰ ਜੀ ਬਹੁਤ ਤੰਗ ਕਰ ਰੱਖਿਆ ਹੈ। ਉੱਥੇ ਨਾ ਤਾਂ ਜੀ ਤੁਹਾਨੂੰ ਆਨਲਾਈਨ ਅਪਾਇੰਟਮੈਂਟ ਮਿਲਦੀ ਹੈ ਜੀ, ਨਾ ਤੁਹਾਨੂੰ ਉੱਥੇ ਬੜੇ ਦਫ਼ਤਰ ਨੇ ਜੀ, 40-40 ਬੰਦੇ ਕੰਮ ਕਰ ਸਕਦੇ ਨੇ, 40-40 ਕਾਊਂਟਰ ਬਣੇ ਹੋਏ ਆ, ਪਰ ਉੱਥੇ 2-2 3-3 ਬੰਦੇ ਕੰਮ ਕਰ ਰਹੇ ਆ। ਤੇ ਉਸ ਤੋਂ ਬਾਅਦ ਸ਼ਾਮ ਨੂੰ 2-1:30 ਵਜੇ ਤੋਂ ਬਾਅਦ ਨਾ ਜੀ ਉਹ ਲਾਈਨ 'ਚ ਪੁੱਛਣ ਲੱਗ ਜਾਂਦੇ ਨੇ ਤੁਹਾਨੂੰ ਬੰਦਿਆਂ ਨੂੰ ਕਿ ਤੁਹਾਨੂੰ ਕੰਮ ਕੀ ਹੈ। ਤੇ ਜਿਹੜਾ ਸਿਕਿਉਰਿਟੀ ਵਾਲਾ, ਜਿਵੇਂ ਬਾਈ ਜੀ ਨੇ ਦੱਸਿਆ, ਸਿਕਿਉਰਿਟੀ ਵਾਲਾ ਤੁਹਾਨੂੰ ਬਾਹਰੋਂ ਭੇਜਣਾ ਸ਼ੁਰੂ ਕਰ ਦਿੰਦਾ ਤੇ ਵੀ ਜਾਓ ਤੁਹਾਨੂੰ ਨਹੀਂ ਟਾਈਮ ਲੱਗਣਾ। ਬਿਲਕੁਲ ਜੀ ਗੋਇਲ ਸਾਹਿਬ, ਗੱਲ ਕਰਦਾ ਆਉਣ ਵਾਲੇ ਦਿਨਾਂ 'ਚ। ਧੰਨਵਾਦ ਬਹੁਤ। ਥੈਂਕ ਯੂ ਵੈਰੀ ਮਚ ਗਿੱਲ ਸਾਹਿਬ। ਧੰਨਵਾਦ। ਤੇ ਬਸ ਹੁਣ ਤਾਂ ਤੁਹਾਨੂੰ ਮਿਲਣਾ ਹੀ ਹੈ ਜੀ ਇੱਕ ਦਿਨ। ਜ਼ਰੂਰ ਗੋਇਲ ਸਾਹਿਬ, ਜਦੋਂ ਮਰਜ਼ੀ ਮੈਂ ਹਾਜ਼ਰ ਹਾਂ। ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸਰਦਾਰ ਸੁੱਚਾ ਸਿੰਘ ਭੱਟੀ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਯਾ ਪਿੰਡ ਦਾ ਨਜ਼ਾਰਾ ਹੀ ਵੱਖਰਾ। ਮੈਂ ਗਿਆ ਸੀਗਾ 1 ਮਹੀਨਾ ਪੂਰਾ, ਮੈਂ ਪਿੰਡ 'ਚ ਰਿਹਾ। ਵਾਹ। ਤੇ ਮੈਂ ਆਪਣੇ ਘਰ ਤਾਂ ਸਾਡੇ ਉੱਤੇ ਉਹ ਕੋਈ ਬਿਊਟੀ ਪਾਰਲਰ ਵਾਲੀ ਨੇ ਰਹਿੰਦੀ ਆ, ਉਹੀ ਸਾਂਭਿਆ ਘਰ ਹੁਣ। ਤੇ ਮੈਂ ਮੇਰੀ ਮਾਸੀ ਵੀ ਸੇਮ ਪਿੰਡ ਵਿਆਹੀ ਵਾ, ਤੇ ਮਾਸੀ ਦੇ ਘਰ ਰਿਹਾ ਸੀਗਾ। ਤੇ ਅਸੀਂ ਜਦੋਂ ਕਿਤੇ ਦੂਜਾ ਕਰਨਾ, ਦੂਰ ਜਾਣਾ, ਉਦੋਂ ਹੀ ਉਹਨਾਂ ਦੀ ਕਾਰ ਯੂਜ਼ ਕਰਦੇ ਸੀ। ਨਹੀਂ ਤਾਂ ਮੈਂ ਬੱਸਾਂ 'ਚ ਘੁੰਮਿਆ, ਜਾਂ ਆਪਣੇ ਜਿਹੜੇ ਉਹ ਭੂੰਡ ਆ ਉਹਨਾਂ 'ਚ, ਜਾਂ ਉੱਥੇ ਰਿਕਸ਼ੇ ਵੀ ਲਾਏ ਆ। ਰਿਕਸ਼ੇ ਮੈਂ ਖੁਦ ਚਲਾਇਆ ਵੀ। ਜਦੋਂ ਮੈਂ ਉੱਥੇ ਪਹਿਲੇ ਸਾਲ ਕਾਲਜ ਲੱਗਾ ਸੀਗਾ, ਤਾਂ ਉਹ ਰਿਕਸ਼ੇ ਵਾਲਾ ਮੇਰਾ ਫਰੈਂਡ ਬਣ ਗਿਆ ਸੀ। ਜਿੱਥੋਂ ਬੱਸ ਅੱਡੇ ਤੋਂ ਉਤਰਦੇ ਸੀ ਉਹ ਗਾਂ ਕਾਲਜ ਨੂੰ ਰਿਕਸ਼ੇ ਜੀ ਆਉਂਦੇ, ਮੈਂ ਉਹਨੂੰ ਕਹਿਣਾ ਤੂੰ ਪਿੱਛੇ ਬੈਠ, ਮੈਂ ਚਲਾਉਣਾ। ਸੋ ਇਸ ਵਾਰ ਵੀ ਮੈਂ ਜਾ ਕੇ ਉਹ ਟਰਾਈ ਕੀਤੀ, ਚਲਾਇਆ, ਉਹਨੂੰ ਬੰਦੇ ਨੂੰ ਪਿੱਛੇ ਉਠਾ ਲਾ, ਉਹ ਦੇਖੇ ਆਲਾ ਦੁਆਲਾ। ਬਾਕੀ ਇੱਕ ਰਿਕੁਐਸਟ ਕਰਨੀ ਹੈ, ਜਦੋਂ ਆਪਣੇ ਜਿਹੜੇ ਇੱਧਰੋਂ ਜਾਂਦੇ ਆ ਜੀ, ਮੈਂ ਆਪਣੀ ਕੋਈ ਸਿਫਤ ਨਹੀਂ ਕਰਨਾ ਚਾਹੁੰਦਾ, ਪਰ ਜਿਹੜਾ $2-4 ਨਾਲ ਕੋਈ ਫਰਕ ਨਹੀਂ ਪੈਂਦਾ ਇੱਥੇ। ਬਿਲਕੁਲ। ਉੱਥੇ ਜਾ ਕੇ ਕੋਈ ਅੱਖਾਂ ਦਾ ਕੈਂਪ ਜਾਂ ਕੋਈ ਹੋਰ ਏਦਾਂ ਦੀਆਂ ਚੀਜ਼ਾਂ ਦਾ ਜ਼ਰੂਰ ਲਵਾਓ। ਬਿਲਕੁਲ ਠੀਕ। ਮੈਂ ਆਪਣੇ ਪਿੰਡ ਲਵਾਇਆ, ਤਕਰੀਬਨ 40 ਪਿੰਡਾਂ ਤੋਂ ਲੋਕ ਆਏ, ਤੇ 750 ਬੰਦਾ ਜਦੋਂ ਟੋਟਲ ਆਇਆ, ਜਿਹਦੇ ਵਿੱਚ ਕੁਛ ਬੰਦਿਆਂ ਨੇ ਐਨਕਾਂ ਲਵਾਈਆਂ, ਤੇ ਆਲਮੋਸਟ 200 ਕੁਛ ਬੰਦੇ ਦਾ ਆਪਰੇਸ਼ਨ ਹੋਇਆ। ਤੇ $2-4 ਨਾਲ ਕੁਛ ਨਹੀਂ ਹੁੰਦਾ, ਪਰ ਜਿਹੜੀਆਂ ਉੱਥੇ ਦੁਆਵਾਂ ਮਿਲਦੀਆਂ ਤੁਹਾਨੂੰ ਉਹਨਾਂ ਬੰਦਿਆਂ ਤੋਂ, ਜਦੋਂ ਉਹਨਾਂ ਦੀਆਂ ਅੱਖਾਂ ਠੀਕ ਹੁੰਦੀਆਂ, ਦੇਖ ਸਕਦੇ ਆ ਜਾਂ ਕੁਛ ਵੀ ਆ। ਤੇ ਭੱਟੀ ਸਾਹਿਬ 5-10 ਹਜ਼ਾਰ ਰੁਪਈਏ ਪਿੱਛੇ ਹੀ ਬੰਦਿਆਂ ਨੂੰ ਦਿਖਣ ਲੱਗ ਜਾਂਦਾ।
5-10 ਹਜ਼ਾਰ ਰੁਪਈਏ ਦਾ ਹੀ ਖਰਚਾ ਇੱਕ ਬੰਦੇ। ਹਾਂਜੀ, ਅਤੇ ਬਾਕੀ ਉਹ ਦੂਸਰਾ ਹੈ ਕਿ ਅਸੀਂ ਸ਼ਾਮ ਨੂੰ ਉੱਥੇ ਸਾਡੇ ਪਿੰਡ ਪੁਰਾਣੇ ਚਿਰ ਤੋਂ ਧੂਣੀ ਲੱਗਦੀ ਹੁੰਦੀ ਹੈ ਇੱਕ ਕਾਰਨਰ ਤੇ ਸ਼ਾਮ ਨੂੰ ਜਾ ਕੇ ਉੱਥੇ ਬਹਿ ਜਾਣਾ। ਉੱਥੇ ਪੂਰੇ ਪਿੰਡ ਦੀ ਜਿੱਦਾਂ ਤੁਹਾਨੂੰ ਖਬਰ ਉੱਥੇ ਮਿਲ ਜਾਂਦੀ ਸੀ। ਪਰ ਉਦਾਂ ਵੀ ਪਿੰਡ ਵਾਲਿਆਂ ਦਾ ਇੰਨਾ ਸੀਗਾ ਵੀ ਜਿਹਨੇ ਮਰਜ਼ੀ ਘਰ ਸ਼ਾਮ ਨੂੰ ਜਾ ਵੜੋ, ਅਗਲੇ ਰੋਟੀ ਖਾਣ ਤੋਂ ਬਿਨਾਂ ਤੁਹਾਨੂੰ ਬਾਹਰ ਹੀ ਨਾ ਨਿਕਲਣ ਦਿੰਦੇ। ਪੱਟੀ ਸਾਹਿਬ ਪਰ ਉਹ ਏਦਾਂ ਆ ਵੀ ਜੇ ਤੁਸੀਂ ਉਹਨਾਂ ਕੋਲ ਦੂਜਾ ਕਰਦੇ ਪਿਆਰ ਕਰਦੇ ਜਾਂ ਕੁਛ ਲੋਕ ਆ ਜਿਹੜੇ ਜਾਂਦੇ ਆ ਇੱਥੋਂ ਕਾਰਾਂ ਲੈ ਲੈਂਦੇ ਆ ਜਾਂ ਆਪਣਾ ਦੂਜਾ ਉਹ ਸ਼ਾਮ ਨੂੰ ਪਿੰਡ ਆ ਜਾਂਦੇ ਆ, ਰਾਤ ਰਹਿ ਕੇ ਸਵੇਰ ਨੂੰ ਕਾਰਾਂ 'ਚ ਬਾਹਰ ਨਿਕਲ ਜਾਂਦੇ। ਉਹਨਾਂ ਦਾ ਉਹ ਤਾਂ ਘੁੰਮਣ ਜਾਂਦੇ ਆ। ਉਹ ਤਾਂ ਚਾਹੇ ਹੋਟਲ 'ਚ ਤੁਸੀਂ ਰਹਿ ਲਿਆ ਉੱਥੇ, ਚਾਹੇ ਪਿੰਡ 'ਚ ਰਹਿ ਲਿਆ, ਇੱਕੋ ਹੀ ਗੱਲ ਆ। ਥੈਂਕ ਯੂ ਪੱਟੀ ਸਾਹਿਬ। 10 ਦਿਨ ਤਾਂ ਘਰੇ ਠੰਡ ਦੇ ਲੰਘ ਗਏ ਜਨਵਰੀ 'ਚ। ਫਰਵਰੀ 'ਚ ਜਦ ਕੀੜਾ ਚੜ੍ਹਿਆ 15 ਕੁ ਦਿਨ ਦਾ, ਕਿਉਂਕਿ ਗਏ ਨਾ ਕਿਤੇ, ਤੇ ਜਾਂ 15 ਦਿਨ ਸਵੇਰੇ ਚਲੇ ਜਾਣਾ, ਹੱਥ ਨੇ ਆਉਣਾ। 16ਵੇਂ ਦਿਨ ਧੂਣੀ ਵਾਲਿਆਂ ਨੇ ਘੇਰ ਲਈ ਗੱਡੀ ਮੂਹਰੇ। ਉਹ ਕਹਿੰਦੇ ਇਹ ਕੀ ਕੰਮ ਫੜਿਆ ਯਾਰ, ਤੂੰ ਸਵੇਰੇ 9 ਵਜੇ ਚਲੇ ਜਾਣਾ ਹੈ ਤੇ ਰਾਤ ਨੂੰ 8 ਵਜੇ ਆਉਣਾ, ਤੂੰ ਕਿਹਨੂੰ ਜਾਣਾ ਮਿਲਣ? ਇਹ ਗੱਲ ਗਲਤ ਹੈ। ਅੱਜ ਤੈਨੂੰ ਛੱਡਿਆ, ਕੱਲ੍ਹ ਨੂੰ ਨਹੀਂ ਅਸੀਂ ਲੰਘਣ ਦੇਣਾ। ਇਹ ਆ ਆਪਣਤ। ਸਰਾ ਬਹਾਦਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੁਹਾਡੇ ਬਿਨਾਂ ਤਾਂ ਸਾਡਾ ਵੈਨ ਕੋੜੇ ਸੁਣਨਾ ਹੋ ਗਿਆ ਜੀ। ਆ ਗਿਆ ਜੀ ਤੁਹਾਡੇ ਕੋਲ। ਮੈਂ ਤਾਂ ਜੀ ਏਦਾਂ ਦੇ ਰਿਸ਼ਤੇਦਾਰਾਂ ਨੂੰ ਤਾਂ ਮਿਲਦੇ ਰਹੀਦਾ ਜਾਂ ਜਾਈਦਾ। ਤਾਂ ਮੈਂ ਤਾਂ ਨਾ ਆਪਣੇ ਪੁਰਾਣੇ 70 ਦੇ ਟੀਚਰ ਜਿਹੜੇ ਛੱਡਿਓ ਸੀ, ਮੇਰਾ ਚਿੱਤ ਕੀਤਾ, ਮੈਂ ਉਹਨਾਂ ਨੂੰ ਮਿਲ ਕੇ ਆਇਆ, ਜਿਹੜੇ ਵਿਚਾਰੇ ਜੀਦੇ ਫੁਰਤ 'ਚ ਸੀ, ਬੜੇ ਹੀ ਖੁਸ਼ ਹੋਏ। ਉਹਨਾਂ ਕੋਲੋਂ ਨਾ ਮੇਰਾ ਜੀ ਕਰੇ ਹਿੱਲਣ ਨੂੰ ਤਾਂ ਨਾ ਮੇਰੀ ਉਹ ਬਾਂਹ ਛੱਡ। ਮੈਨੂੰ ਬੜਾ ਪਿਆਰੇ ਲੱਗੇ। ਮੈਂ ਕਿਹਾ ਫਿਰ ਉਹਨੇ ਆਪਣੇ ਪੁੱਛਿਆ ਫਲਾਣੇ ਮੁੰਡੇ ਸੀ ਤੁਹਾਡੇ ਚਾਚੇ ਤਾਇਆਂ ਦੇ? ਮੈਂ ਕਿਹਾ ਸਾਰੇ ਬਾਹਰ ਚਲੇ ਗਏ। ਕਹਿੰਦੇ ਇੱਕ ਤੂੰ ਹੀ ਆਇਆ ਮਿਲਣ, ਨਹੀਂ ਤਾਂ ਉਹਨੇ ਸਾਰਿਆਂ ਦੀ ਰਾਜੀ ਖੁਸ਼ੀ ਪੁੱਛੀ ਜਿੰਨਾ ਕੁ ਚੇਤੇ ਆਇਆ। ਤੇ ਬਹੁਤ ਉਹ ਮਾਸਟਰਾਂ ਦੇ ਅੱਖਾਂ 'ਚ ਵੀ ਪਾਣੀ ਭਰ ਗਿਆ ਜਦ ਮੈਂ ਉਹਨਾਂ ਕੋਲੋਂ ਤੁਰਿਆ ਚਾਹ ਚੂ ਪੀ ਕੇ। ਤੇ ਮੇਰੇ ਤਾਂ ਭਰਨਾ ਹੀ ਸੀ, ਮੇਰੇ ਗੁਰੂ ਸੀਗੇ, ਸਾਨੂੰ ਸਿੱਖਿਆ ਦਿੱਤੀ, ਉਹਨਾਂ ਦੀ ਬਦੌਲਤ ਨਾਲ ਅਸੀਂ ਇੱਥੇ ਤੱਕ ਪਹੁੰਚੇ ਹਾਂ। ਬਿਲਕੁਲ ਠੀਕ ਹੈ ਜੀ। ਤੁਸੀਂ ਉਹਨਾਂ ਦੀ ਛਾਤੀ ਨਾਲ ਲੱਗ ਕੇ ਵੇਖਿਓ ਕਦੇ, ਤੇ ਨੱਕ ਦੀ ਕਰੂੰਬਲ ਖੜਕਦੀ ਤੇ ਹੱਥ ਕੰਬਦੇ ਜਾਂ ਤੁਹਾਡਾ ਹੱਥ ਘੁੱਟਦੇ ਨੇ, ਤੇ ਦੇਖਿਓ ਕੀ ਕਰਦੇ ਨੇ ਉਹ। ਇੰਨੀ ਇਮੋਸ਼ਨਸ ਸਟਰੋਂਗ ਹੋ ਜਾਂਦੀਆਂ ਨੇ, ਬੋਡੀ ਕੰਬਦੀ ਹੈ ਉਹਨਾਂ ਦੀ। ਪਰ ਮਿਲਣਾ ਪੈਣਾ ਜਾ ਕੇ। ਟਾਂਡੀ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਹਾਡਾ ਐਕਸਪੀਰੀਅੰਸ ਦੂਸਰਾ ਆ, ਪਿੰਡਾਂ ਦਾ ਸਾਡਾ ਐਕਸਪੀਰੀਅੰਸ ਦੂਸਰਾ ਆ। ਮੈਂ ਤਾਂ ਸਵਰਗ ਨਰਕ ਦਾ ਫਰਕ ਰੱਖਦਾ ਕੈਨੇਡਾ ਦੇ ਤਾਂ ਪਿੰਡ ਦਾ। ਬਿਲਕੁਲ ਠੀਕ ਹੈਗਾ ਵੀ। ਉਹ ਏਦਾਂ ਬਈ ਜਿੱਦਾਂ ਕਹ ਲਓ ਬਈ ਜਿਹੜਾ ਤਾਂ ਹੈਗਾ ਸਰਪੰਚ, ਉਹਦਾ ਤਾਂ 37-20 ਆ। ਜਿਹੜਾ ਕਾਂਗਰਸ ਦਾ ਪ੍ਰਧਾਨ ਆ ਜਾਂ ਅਕਾਲੀ ਦਲ ਦਾ ਪ੍ਰਧਾਨ ਆ, ਉਹਦਾ ਵੀ 37-20 ਆ। ਜਿਹੜਾ ਮੈਂ ਸਿਸਟਮ ਦੇਖਿਆ ਉੱਥੇ 3 ਕੁ ਖੇਤ ਸਾਡੇ ਸੀਗੇ, ਤੇ ਮੱਝਾਂ ਦਾ ਨਲਾਉਣੀਆਂ, ਤੇ ਪੈਰਾਂ ਦੇ ਵਿੱਚ ਚੱਪਲਾਂ ਇੱਕ ਟੁੱਟ ਜਾਣੀ, ਇੱਕ ਰਹਿ ਨੀ। ਗੋਹੇ ਦੇ ਨਾਲ ਮੇਰੇ ਪੈਰ ਲਿਬੜੇ ਹੁੰਦੇ ਸੀ, ਵਿਆਈਆਂ ਹੁੰਦੀਆਂ ਸੀ, ਕੱਛਾ ਪਾਇਆ ਹੁੰਦਾ ਸੀ ਮੇਰੇ, ਤੇ ਬੁਰਾ ਹਾਲ। ਭੌਂਕੇ ਦਿਹਾੜੇ ਮੱਖਰ, ਜਿੱਦਾਂ ਕਹ ਲਓ ਮੱਖੀ ਮੱਛਰ, ਜਿੱਦਾਂ ਕਹ ਲਓ ਕਦੀ ਨਾਲੀ 'ਚ ਪੈ ਜਾਣੀ ਉਹ, ਤੇ ਕਦੀ ਫੋੜੇ ਹੋ ਜਾਣੇ, ਤੇ ਕਦੀ ਉਹ ਬਿਮਾਰੀ ਦੇ ਨਾਲ ਘੁਲੀ ਜਾਣਾ, ਜਿੱਦਾਂ ਕਹ ਲਓ ਮਲੇਰੀਆ ਹੋ ਜਾਣਾ, ਹੈਜਾ ਹੋ ਜਾਣਾ। ਜਦੋਂ ਮੈਂ ਆਇਆ ਉਦੋਂ 20-25 ਸਾਲ ਦੀ ਗੱਲ ਕਰ, 2 ਵਾਰੀ ਜਾ ਕੇ ਵੀ ਆਇਆ ਮੈਂ ਉੱਥੇ। ਜਿਹੜਾ ਪਿੰਡ ਦੇ ਵਿੱਚ ਲੱਗਬਾਜੀ ਆ ਉਹ ਵੱਖਰੀ ਆ। ਪਿੰਡ ਦੇ ਤੁਹਾਡੇ ਪਿਆਰ ਨਹੀਂ ਕਰਦੇ ਹੈ, ਦੁਸ਼ਮਣਬਾਜੀ ਹੁੰਦੀ ਆ। ਜਿਹੜਾ ਕਬੀਲੇ ਦੀਆਂ ਲੱਗੀ ਆਉਂਦੀਆਂ ਪਿੰਡ ਦੇ ਵਿੱਚ ਇੱਕ ਦੂਜੇ ਦੇ ਨਾਲ, ਉਹ ਇੱਥੇ ਵੀ ਉੱਤੋਂ ਹੀ ਬੋਲਦੇ ਆ। ਉਹ ਮਤਲਬ ਉਹ ਹੁਣ ਚੰਗਾ ਨਹੀਂ ਲੱਗਦਾ ਤੁਹਾਨੂੰ ਪੰਜਾਬ? ਮੈਂ ਤਾਂ ਮੱਥਾ ਟੇਕਿਆ ਪਿੰਡ ਨੂੰ। ਤੇ ਫਿਰ ਤੜਫਦੇ ਕਿਉਂ ਹੁੰਦੇ ਹੋ ਜਦ ਗੱਲ ਪੰਜਾਬ ਦੀ ਚੱਲਦੀ ਹੈ? ਦੂਜਿਆਂ ਨੂੰ ਵੱਢ ਕਾਹਦੇ ਲਈ ਸਿੱਟਦੇ ਹੁੰਦੇ ਹੋ? ਫਿਰ ਛੱਡੋ ਉਹਨੂੰ। ਮੈਂ ਉਹੋ ਹੀ ਤਾਂ ਕਹਿੰਦਾ ਵੀ ਉਹ ਸਿਸਟਮ ਨੂੰ ਠੀਕ ਕਰਨ ਲਈ ਜਿਹੜੀ ਗਰੀਬੀ ਆ ਨਾ, ਜਿਹੜਾ ਬੰਦੇ ਦੀਆਂ ਜਿੱਦਾਂ ਕਹਿ ਲਓ ਵੀ ਉੱਥੇ ਐਕਸੀਡੈਂਟ ਹੁੰਦੇ ਆ ਜਾਂ ਬੰਦਿਆਂ ਨੂੰ ਮੁਸ਼ਕਲਾਂ ਹੈਗੀਆਂ ਨੇ, ਇੱਥੇ ਵੀ ਨੇ ਟਾਂਡੀ ਜੀ, ਇੱਥੇ ਵੀ ਨੇ। ਇੱਥੇ ਗਰੀਬੀ ਜਦ ਇੱਥੇ ਵਾਲਿਆਂ ਦੀ ਗੱਲ ਕਰਦੇ ਹੁੰਦੇ ਹੋ, ਸੁਣੋ ਇੱਥੇ ਵਾਲਿਆਂ ਜਿੱਦਣ ਗੱਲ ਕਰਦੇ ਹੁੰਦੇ ਹੋ ਵੀ ਸਰੀ 'ਚ ਬੁਰਾ ਹਾਲ ਆ, ਘਰਾਂ 'ਚ ਮੁਸ਼ਕ ਮਾਰਦਾ, 7-7 ਦਿਨ ਕੰਮ ਕਰਦੇ ਆ, ਜਨਾਨੀਆਂ ਘਰੇ ਨੇ, ਬੰਦੇ 20 ਦਿਨ ਬਾਅਦ ਆਉਂਦੇ ਆ ਟਰੱਕਾਂ ਤੇ, ਉਦਣ ਕੀ ਕਹਿੰਦੇ ਹੁੰਦੇ ਹੋ? ਫਿਰ ਕੀ ਕਹਿੰਦੇ ਹੁੰਦੇ ਆ? ਮੈਂ ਕੀ ਕਹਿੰਦਾ ਹੁੰਦਾ? ਇਹੀ ਕਹਿੰਦੇ ਹੁੰਦੇ ਹੋ ਵੀ ਕੰਮ ਕਰਦੇ ਨੇ, ਇੰਨੇ ਔਖੇ ਨੇ। ਮੈਂ ਕਹਿੰਦਾ ਹੁੰਦਾ ਵੀ ਕਮੀਆਂ ਦਾ ਵਿਹੜਾ। ਮੈਂ ਹੋਰ ਕੀ ਕਹਿ ਸਕਦਾ? ਇੱਥੇ ਵਧੀਆ ਅੱਜ ਇੱਥੇ ਫਲ ਫਰੂਟ ਭਾਵਾਂ ਮੇਰੇ ਵਰਗਾ ਕੰਮ ਕਰਦਾ ਨਹੀਂ, ਸਾਰਾ ਕੁਛ ਮਿਲਦਾ। ਜਿੱਦਾਂ ਕਹ ਲਓ ਟਕਾਲਾ ਨੂੰ ਬੰਦਾ ਕੋਟ ਪੈਂਟ ਪੈ ਲਿਆ ਸਾਡਾ ਦਿਹਾੜੀ ਲਾ ਕੇ, ਤੇ ਨਾਲੇ ਉਹ ਇਹ ਤਾਂ ਆਪਣੀ ਮਰਜ਼ੀ ਹੈ।
ਸਾਰੇ ਇੱਥੇ 20-50 ਕਿੱਲਿਆਂ ਵਾਲੇ ਨਹੀਂ, 3-3 ਕਿੱਲਿਆਂ ਵਾਲੇ ਤੁਹਾਡੇ ਵਰਗੇ ਸਾਰੇ ਹੀ ਆ। ਅਸੀਂ ਵੀ 3-3 ਕਿੱਲਿਆਂ ਵਾਲੇ ਹੀ ਆ, ਸਾਡਾ ਕਿਹੜਾ 300 ਕਿੱਲਾ। ਪਰ ਉਸ ਧਰਤ ਨੂੰ ਤੁਸੀਂ ਭਰਾ ਨਹੀਂ ਕਰ ਸਕਦੇ। ਹਾਂ, ਤੁਹਾਡੀ ਗੱਲ ਜ਼ਰੂਰ ਆ, 10 ਦੇ ਵਿੱਚੋਂ ਤੁਸੀਂ ਇੱਕ ਅਲੱਗ ਗੱਲ ਕਰਨੀ ਹੁੰਦੀ ਆ, ਉਹ ਤੁਸੀਂ ਕਰ ਲਓ। ਪਰ ਪੰਜਾਬ ਨੂੰ ਤੁਸੀਂ ਇਉਂ ਨਹੀਂ ਕਹਿ ਸਕਦੇ ਵੀ ਉੱਥੇ ਜਿਹੜਾ ਪੰਜਾਬ 'ਚ ਜੰਮਿਆ, ਕਿਹਨੇ ਨਹੀਂ ਗੋਹਾ ਦੇਖਿਆ, ਕਿਹਨੇ ਨਹੀਂ ਮੱਛਰ ਦੇਖਿਆ, ਕਿਹਨੇ ਨਹੀਂ ਮੱਖੀ ਦੇਖੀ, ਸਭ ਨੇ ਦੇਖੀ ਹੈ। ਪਰ ਕੀ ਮੱਛਰ ਮੱਖੀਆਂ ਤੇ ਗੋਹੇ ਕਰਕੇ ਪੰਜਾਬ ਛੱਡਦੀ ਹੈ ਅਸੀਂ ਗੁਰਾਂ ਦੀ ਧਰਤੀ? ਜਦ ਉਸ ਧਰਤ ਦੀ ਆਜ਼ਾਦੀ ਦੇ ਲਈ, ਉਸ ਧਰਤੀ ਦੀ ਚੜ੍ਹਦੀ ਕਲਾ ਲਈ ਤੁਸੀਂ ਗੱਲ ਕਰਦੇ ਹੋ, ਫਿਰ ਤੁਸੀਂ ਗੱਲ ਕਰਦੇ ਹੋ ਵੀ ਸਾਡੀ ਆਜ਼ਾਦੀ ਚਾਹੀਦੀ ਹੈ। ਹੁਣ ਤੁਹਾਨੂੰ ਉੱਥੇ ਦਾ ਮੱਛਰ ਦਿਖਦਾ, ਮੈਨੂੰ ਨਹੀਂ ਸਮਝ ਲੱਗਦੀ। ਜੇ ਆਜ਼ਾਦੀ ਹੋਊਗੀ ਤਾਂ ਫਿਰ ਕਿੱਥੇ ਵਸਾਂਗੇ ਜਾ ਕੇ? ਇੰਦਰ ਸਿੰਘ ਜੀ, ਲਾਈਨ ਨੰਬਰ 5। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਤਾਂ ਫੋਨ ਤੇ ਵੀ ਨਹੀਂ ਕਿਤੇ ਉੱਥੋਂ ਇੰਡੀਆ ਤੋਂ ਗੱਲ ਕੀਤੀ, ਮਾੜੇ ਜਿਹੇ ਆਵਾਜ਼ੇ ਸੁਣਾਉਣ ਦੇ, ਇੰਨੇ ਬਿਜੀ ਰਹੇ ਤੁਸੀਂ। ਮੈਂ ਜੀ ਫਿਰ ਮੈਨੂੰ ਇਹ ਸੀ ਦੁਬਾਰਾ ਫੇਰ ਇੱਥੇ ਜਾ ਖੋਜਲ ਗਿਆ, ਫਿਰ ਛੁੱਟੀ ਖਰਾਬ ਹੋ ਗਈ। ਹਾਂਜੀ ਹਾਂਜੀ, ਇਹ ਤਾਂ ਹੈਗਾ। ਉੱਥੇ ਜਾ ਕੇ ਹੈ ਤਾਂ ਏਦਾਂ ਹੀ ਆ, ਫਿਰ ਉੱਥੇ ਜਾਣਾ ਤਾਂ ਬੰਦਾ ਘੁੰਮਦਾ ਵੀ ਆ, ਫਿਰ ਟਾਈਮ ਉਨਾ ਕੁ ਹੁੰਦਾ, ਫਿਰ ਹਨਾ ਜੀ ਜੀ, ਤੇ ਟਾਈਮ ਵੀ ਨਹੀਂ ਲੱਗਦਾ। ਤੇ ਆਵਾਜ਼ ਨੂੰ ਤੁਹਾਡੀ ਨੂੰ ਤਰਸ ਗਏ ਅਸੀਂ ਤਾਂ। ਐਵੇਂ ਕਹੀਏ ਫਿਰ ਨਿੰਮੀ ਡੋਲਾ ਜੀ ਤੇ ਉਹ 1-2 ਵਾਰੀ ਉਹਨਾਂ ਤੋਂ ਫਿਰ ਪਤਾ ਲੱਗਾ ਵੀ ਆ ਜਾਣਾ ਛੇਤੀ ਗੱਲ ਹੋਣੀ ਪਈ, ਉਹ ਗਿੱਲ ਸਾਹਿਬ ਨੇ, ਫਿਰ ਉਹ ਗਏ ਉਹ ਇੰਡੀਆ। ਤੇ ਪਹਿਲਾਂ ਤਾਂ ਕਈ ਵਾਰੀ ਪਤਾ ਹੀ ਨਹੀਂ, 2 ਵੀਕਾ ਲੱਗਦਾ ਵੀ ਬੰਦਾ ਓਦਾਂ ਮਤਲਬ ਨਹੀਂ ਆਉਂਦਾ ਸ਼ੋਅ ਤੇ ਜਾਂ ਕਿੱਦਾਂ, ਹਨਾ। ਹਾਂਜੀ, ਬਾਕੀ ਜਿਹੜਾ ਵੀਰ ਜੀ ਗੱਲ ਕਰਦੇ ਆ ਵੀ ਜਿੱਦਾਂ ਉੱਥੇ ਪਿਆਰ ਬਥੇਰਾ ਆ, ਉੱਥੇ ਬੰਦਾ ਆਪ ਵੀ ਕਰਨ ਵਾਲਾ ਹੋਵੇ ਫੇਰ ਹੀ ਮਿਲਦਾ ਪਿਆਰ ਵੀ, ਹਨਾ। ਹੁਣ ਮੈਂ ਤੇ ਅਸੀਂ ਪਿਛਲੇ ਸਾਲ ਨਹੀਂ ਜਾ ਹੋਇਆ, ਐਤਕੀ ਨਹੀਂ ਜਾ ਹੋਇਆ, ਜਿਹੜੀ ਇੰਨਾ ਮਿਸ ਕਰਦੇ ਨਹੀਂ, ਹਰੇਕ ਸਾਲ ਜਾਈਦਾ। 40 ਸਾਲ ਆਇਆ ਨੂੰ ਹੋ ਗਿਆ, ਹਾਲੇ ਵੀ ਪਿੰਡ ਜਿਹੜਾ ਆ, ਜਿਹੜੇ ਗਲੀਆਂ 'ਚ ਘੁੰਮੇ ਹੋ ਆ, ਖੇਲੇ ਹੋ ਆ, ਉਹ ਭੁੱਲਦੀਆਂ ਨਹੀਂ ਹੈਗੀਆਂ। ਨਹੀਂ ਭੁੱਲਦੀਆਂ। ਹਾਂਜੀ, ਖੂਹ ਨੂੰ ਜਾਣਾ, ਤਕਾਲਾ ਨੂੰ, ਉੱਧਰ ਗੰਨਾ ਚੂਪਣਾ, ਘੁੰਮਣਾ ਫਿਰਨਾ, ਆਪਣੇ ਫਸਲਾਂ ਦੇਖਣੀਆਂ, ਕਿੰਨਾ ਉੱਥੇ ਰੂਹ ਲੱਗਦੀ ਬੰਦੇ ਦੀ। ਬਿਲਕੁਲ। ਤੇ ਪਰ ਹੁਣ ਮੈਂ ਦੇਖਿਆ ਵੀ 10 ਸਾਲ ਦੇ ਨਿਆਣੇ ਤੋਂ ਲੈ ਕੇ ਜਿਹੜਾ ਚਲੋ ਆਪਣੇ ਹਵਾਣੀ ਆ ਜਾਂ ਆਪਣੇ ਤੋਂ ਬੜੇ ਸੀਗੇ, ਉਹ ਤਾਂ ਹੁਣ ਪੂਰੇ ਹੋ ਗਏ, ਜਿੱਦਾਂ ਸਿਆਣੇ ਜਿਹੜੇ ਸੀ। ਤੇ 10 ਸਾਲ ਦੇ ਨਿਆਣੇ ਨੂੰ ਵੀ ਤੁਸੀਂ ਇੱਕ ਵਾਰੀ ਬੁਲਾ ਲਓਗੇ, ਦੂਜੇ ਦਿਨ ਆਪ ਸਤਿ ਸ੍ਰੀ ਅਕਾਲ ਬੁਲਾਓ ਤੁਹਾਨੂੰ। ਬਿਲਕੁਲ ਠੀਕ ਹੈ ਜੀ। ਹਾਂਜੀ, ਇੰਨਾ ਤੇ ਹੈਗਾ, ਇਹ ਨਹੀਂ ਗੱਲ ਹੈਗੀ ਵੀ ਤੇ ਹੈ ਨਹੀਂ, ਪਰ ਤੇ ਆਪ ਵੀ ਬੰਦਾ ਕਰਾਉਣ ਵਾਲਾ ਹੋਵੇ ਫਿਰ ਇਹ ਤੇ ਮਿਲਦਾ ਜੀ। ਧੰਨਵਾਦ ਜੀ ਸਰ ਜੀ, ਧੰਨਵਾਦ ਸਰ। ਗੁਰਜੰਟ ਸਿੰਘ, ਗੁਰਜੰਟ ਸਿੰਘ ਜੀ, ਤੁਹਾਨੂੰ ਮੈਂ ਹਾਕ ਮਾਰੀ, ਤੁਸੀਂ ਲਾਈਨ ਕੱਟ ਗਏ। ਸਰ ਬੰਤ ਸਿੰਘ ਤੂਰ ਜੀ। ਗੱਲ ਸਾਹਿਬ, ਪਹਿਲੇ ਤਾਂ ਤੁਹਾਨੂੰ ਨਾ ਮੁਬਾਰਕਾਂ ਬਹੁਤ ਬਹੁਤ। ਧੰਨਵਾਦ। ਪਹਿਲਾਂ ਤਾਂ 10 ਦਿਨ ਉਧਰ ਹੀ ਰਹੇ ਵੀ ਕਿਤੇ ਢਿੱਲੇ ਨਾ, ਹੁਣ ਅੱਜ ਆਏ, ਕੱਲ ਆਏ, ਫੇਰ ਆਏ। ਜੀ ਜੀ, ਹੌਲੀ ਹੌਲੀ ਫਿਕਰਮੰਦ ਹੋਏ, ਫਿਰ ਮੈਂ ਕਿਹਾ ਵੀ ਭਗੌੜੇ ਹੋ ਗਏ ਤਾਂ ਚਲੇ ਗਏ, ਹੁਣ ਭੇਜ ਦਿਆ। ਇਸ ਵਾਰ ਥੋੜੀ ਜੀ ਮੁਸ਼ਕਿਲ 'ਚ ਸੀ ਜੀ ਮੈਂ ਜਾਣ ਵੇਲੇ, ਨਹੀਂ ਤਾਂ ਮੈਂ 2 ਦਿਨ ਪਹਿਲਾਂ ਦੱਸ ਕੇ ਜਾਣਾ ਹੁੰਦਾ। ਇਸ ਵਾਰ ਕੁਛ ਹਾਲਾਤ ਇਹੋ ਜਿਹੇ ਹੋ ਗਏ ਤੇ ਕੋਈ ਨਾ, ਸਮਾਂ ਅਪ ਡਾਊਨ ਹੁੰਦਾ ਰਹਿੰਦਾ, ਗਾਂ ਨੂੰ ਦੱਸ ਕੇ ਜਾਇਆ ਕਰੂੰ ਪੂਰਾ। ਚਲੋ ਕੋਈ ਗੱਲ ਨਹੀਂ, ਬਹੁਤ ਤਬਦੀਲੀ ਆ ਗਈ, ਤੁਸੀਂ ਗਏ, ਬਹੁਤ ਵਧੀਆ ਹੋਇਆ ਪ੍ਰੋਗਰਾਮ। ਤਾਂ ਚਲੋ ਜਿਹੜਾ ਤੁਸੀਂ ਹੋਣਾ ਖੁਸ਼ੀ ਦਿੱਤੀ ਨਾ, ਇੰਡੀਆ ਵਾਲੀ ਟੂਰ ਹੀ ਲਵਾ ਦਿੰਦੇ ਆ ਤੁਸੀਂ ਕਦੇ ਕਦੇ ਤਾਂ ਜਾ ਕੇ। ਧੰਨਵਾਦ। ਮੈਨੂੰ ਨਾ ਤੁਹਾਡੀ ਗੱਲ ਇੱਕ ਨਿੱਕੀ ਚੇਤੇ ਆਈ ਵੀ ਬੰਦੇ ਆਪ ਬੰਦਿਆਂ ਤੋਂ ਦੂਰ ਹੁੰਦੇ ਆ ਜੀ, ਬੰਦੇ ਨਹੀਂ ਉੱਥੋਂ ਵਾਲੇ ਦੂਰ ਹੁੰਦੇ। ਨਹੀਂ ਹੁੰਦੇ। ਮੇਰੀ ਆਦਤ ਇਹ ਵੀ ਜਦੋਂ ਮੈਂ ਚਲਿਆ ਗਿਆ ਨਾ, ਮੈਂ ਜਾਂਦੇ ਨਹੀਂ, ਚਾਹ ਪੀਤੀ ਤੇ ਮੱਡੇ ਨੂੰ ਚਲਿਆ ਗਿਆ। ਤੇ ਇੱਕ ਬੰਦੇ ਨੂੰ ਮੈਂ ਨਾ ਵੇਖਿਆ, ਉਹਦੇ ਸ਼ੀਸ਼ੇ ਲਾਏ ਮੂਹਰੇ ਅੱਡੇ ਦੇ ਵਿੱਚ ਵੀ ਮਿੱਟੀ ਅੰਦਰ ਜਾਂਦੀ ਸੀ, ਤੇ ਮੈਂ ਕਿਹਾ ਚੱਲ ਯਾਰ ਇਹਨੂੰ ਮਿਲ ਚੱਲੀਏ। ਜਦੋਂ ਮੈਂ ਅੰਦਰ ਗਿਆ ਤੇ ਮੈਨੂੰ ਉਹਦਾ ਵੀ ਸੁਣਾਓ ਕੀ ਹਾਲ ਆ ਮਾਸਟਰ ਜੀ, ਕਹਿੰਦਾ ਕਿ ਕਦੋਂ ਆਏ? ਮੈਂ ਕਿਹਾ ਵੀ ਅੱਜ ਹੀ ਆਇਆ ਹੁਣੇ। ਤੇ 2 ਗੱਲਾਂ ਕੀਤੀਆਂ, ਮੈਂ ਮੁੜਨ ਲੱਗਾ, ਮੈਨੂੰ ਕਹਿੰਦਾ ਜਾਣਾ ਕਦੋਂ ਆ? ਮੈਂ ਕਿਹਾ ਮੈਂ ਫੋਨ ਲੈਣ ਚੱਲਿਆ ਸੀ, ਜੇ ਕਮੇ ਤਾਂ ਮੈਂ ਅੱਜ ਹੀ ਮੁੜ ਜਾਣਾ, ਫਿਰ ਕਾਹਨੂੰ ਪੈਸੇ ਲਾਉਣੇ ਆ? ਉਹ ਬੜਾ ਹੱਸਿਆ, ਕਹਿੰਦਾ ਯਾਰਾ ਮੈਨੂੰ ਤਾਂ ਚਾਅ ਸੀ ਮੂੰਹੋਂ ਹੀ ਨਿਕਲ ਗਿਆ ਵੀ ਤੁਸੀਂ ਬਾਹਰਲੇ ਰਹਿੰਦੇ ਤਾਂ ਹੁੰਦੇ ਨਹੀਂ, ਮੋੜੀ ਜਾਂਦੇ ਥੋੜਾ ਚਿਰ ਰਹਿੰਦੇ ਹੋ। ਤੇ ਇੱਕ ਮੈਨੂੰ ਮਿਲਿਆ ਸੱਜਣ ਮਿੱਤਰ, ਤੇ ਉਹ ਮੈਂ ਨਾ ਉਹਨੂੰ ਵੇਖ ਕੇ ਤੇ ਉਹ ਵਿਚਾਰਾ ਸਾਈਕਲ ਤੇ ਆਉਂਦਾ ਸੀ ਤੇ ਬੁੱਢਾ ਜਿਹਾ ਹੋਇਆ, ਤੇ ਮੈਂ ਉਹਨੂੰ ਮਿਲਿਆ, ਮੈਂ ਕਿਹਾ ਸਲਾਹ ਵੀ ਸਾਹਿਬ ਤੁਸੀਂ ਕੀ ਹਾਲ ਹੈ? ਹਾਂਜੀ, ਮੈਂ ਨਾਂ ਲੈਣਾ ਨਹੀਂ ਸੀ, ਉਹ ਨਾਂ ਲਿਆ ਗਿਆ। ਮੈਂ ਕਿਹਾ ਕੀ ਹਾਲ ਚਾਲ ਆ, ਹੋਰ ਕਿਵੇਂ ਆ ਤੇਰਾ? ਤੇ ਮੈਨੂੰ ਕਹਿੰਦਾ ਕਾਹਦਾ? ਮੈਂ ਉਹਨੂੰ ਹੱਥ ਮਿਲਾਇਆ, ਤੇ ਉਹ ਸੱਚੀ ਮੁੱਚੀ ਉਹ ਬੰਦੇ ਦੇ ਅੱਖਾਂ 'ਚ ਪਾਣੀ ਆ ਗਿਆ, ਤੇ ਉਹ ਇੰਨਾ ਭਾਵੁਕ ਹੋ ਗਿਆ। ਮੈਨੂੰ ਕਹਿੰਦਾ ਵੀ ਮਾਸਟਰ ਮੁੰਡਾ ਤਾਂ ਮੈਨੂੰ ਕੋਈ ਬੁਲਾਉਂਦਾ ਹੀ ਨਹੀਂ। ਬਹੁਤ ਚਲੋ ਠੀਕ ਆ, ਕਹਿੰਦਾ ਟਾਈਮ ਪਾਸ ਕਰੀ ਜਾਂਦੇ। ਘਰ ਵਾਲੀ ਨੂੰ ਦਿਸਣੋਂ ਹਟ ਗਿਆ, ਉਹਨੇ ਆਪਦੀ ਵਿਚਾਰ ਸੁਣਾਈ। ਮੈਂ ਘਰੇ ਆ ਕੇ ਦੱਸਿਆ, ਮੈਂ ਕਿਹਾ ਵੀ ਮੇਰਾ ਜੀ ਕਰਦਾ ਇਸ ਤਰ੍ਹਾਂ ਕਰਕੇ, ਮੈਂ ਉਹਨੂੰ ਲਿਆਵਾਂ ਸੱਦ ਕੇ ਵੀ ਜੇ ਘਰੇ ਹੋਇਆ ਤਾਂ। ਘਰ ਵਾਲੀ ਤਾਂ ਦੀਨਾ ਨਹੀਂ, ਮੈਂ ਗਿਆ ਤੇ ਵਿਚਾਰਾ ਘਰੇ ਹੀ ਸੀ। ਜਾਣੀ ਉਹ ਇੰਨਾ ਖੁਸ਼ ਹੋਇਆ, ਮੇਰੇ ਮਨ ਨੂੰ ਵੀ ਉਹਨੂੰ ਲਿਆ ਕੇ ਬੜੀ ਖੁਸ਼ੀ ਹੋਈ। ਤੇ ਜਾਣੀ ਤੁਹਾਡੇ ਵਾਲੀ ਗੱਲ ਆ ਵੀ
ਬੰਦੇ ਨੂੰ ਬੰਦਿਆਂ ਤੋਂ ਦੂਰ ਨਹੀਂ ਹੋਣਾ ਚਾਹੀਦਾ, ਨੇੜੇ ਹੋਵੋ। ਕਦੇ ਵੀ ਨਹੀਂ। ਉਹਦਾ ਉਡੀਕਦੇ ਆ, ਖੁਸ਼ ਇੰਨਾ ਹੁੰਦੇ ਆ, ਤੁਹਾਡਾ ਲੂ ਵਧਾ ਦਿੰਦੇ ਆ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਧੰਨਵਾਦ ਤੂਰ ਸਾਹਿਬ, ਥੈਂਕ ਯੂ। ਓਕੇ, ਥੈਂਕ ਯੂ। ਸਰ ਹਰਿੰਦਰ ਸਿੰਘ ਜੀ, ਲਾਈਨ ਨੰਬਰ 2। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ ਬਹੁਤ ਬਹੁਤ ਧੰਨਵਾਦ। ਮਿਸ ਕੀਤਾ ਸੀ ਤਾਂ ਇੰਨਾ ਚਿਰ ਤਰਸੇ ਪਏ ਸੀ ਦਿਲੋਂ, ਸਹੀ ਗੱਲ। ਤੇ ਪੰਜਾਬ 'ਚ ਤਾਂ ਪਿਆਰ ਇੰਨਾ ਜੀ, ਮੈਂ ਤਾਂ ਹਜੇ ਸਾਲ 1.5 ਸਾਲ ਹੀ ਹੋਇਆ ਇੱਥੇ ਆਇਆ ਨੂੰ ਜੀ। ਤੇ ਅੱਗੇ ਜਿਵੇਂ ਕਿਸੇ ਨੂੰ ਮਿਲਣਾ, ਅਗਲਾ ਦੁੱਗਣਾ ਤੁਹਾਨੂੰ ਪਿਆਰ ਕਰਦਾ ਵਾ। ਮੈਨੂੰ ਯਾਦ ਆ ਵੀ ਅਸੀਂ ਝੋਨਾ ਜਦੋਂ ਲਾਉਣਾ ਤੇ ਸਾਡੇ ਨਾ ਬੋਰੀਆ ਭਾਈਚਾਰਾ ਬਹੁਤ ਪਿੰਡ 'ਚ ਹੈਗਾ, ਸਬਜ਼ੀ ਦਾ ਕੰਮ ਕਰਦਾ। ਉਹ ਦੁਪਹਿਰੇ ਕੀ ਹੋਣਾ, ਉਹਨਾਂ ਨੇ ਨਾ ਜਦੋਂ ਲਾਲ ਮਿਰਚਾਂ ਦੀ ਚਟਨੀ ਕੱਢਣੀ ਤੇ ਮੈਂ ਨਾਲ ਹੀ ਉਹਨਾਂ ਦੇ ਬਹਿ ਕੇ ਰੋਟੀ ਖਾ ਲੈਣੀ। ਉਹ ਬੜਾ ਵਧੀਆ ਲੱਗਣਾ। ਤੇ ਕਈ ਪਾਸੇ ਵਾਲੇ ਆਪਣੇ ਜੱਟ ਜ਼ਿਮੀਂਦਾਰ ਇਹ ਚੀਜ਼ ਨੂੰ ਘਿਰਨਾ ਕਰਦੇ ਹੁੰਦੇ। ਮੈਂ ਕਹਿੰਦਾ ਵੀ ਖਾ ਕੇ ਤਾਂ ਵੇਖੋ, ਇੱਕ ਜੇ ਤੁਸੀਂ ਕਿਸੇ ਗਰੀਬ ਨਾਲ ਵਰਤੋਗੇ, ਉਹ ਤੁਹਾਨੂੰ ਆਪਦੇ ਘਰ ਦੀ ਸਾਰਿਆਂ ਤੋਂ ਵਧੀਆ ਚੀਜ਼ ਲਿਆ ਕੇ ਦਊ। ਬਿਲਕੁਲ ਵੀ ਆ ਭਾਈ ਤੂੰ ਆਹ ਦੇਖ, ਸਾਰਿਆਂ ਤੋਂ ਵਧੀਆ ਕੱਪੜੇ ਤੇ ਤੁਹਾਨੂੰ ਬਿਠਾਊ। ਤੇ ਮੈਨੂੰ ਯਾਦ ਹੈ ਇੱਕ ਵਾਰੀ ਅਸੀਂ ਬੀਕਾਨੇਰ ਵਾਲੇ ਕਿਸੇ ਪਿੰਡ 'ਚ ਨਿਕਲ ਕੇ ਕਲੈਤ ਵਾਲੇ ਪਾਸੇ ਜੀ, ਠੀਕ ਹੈ। ਤੇ ਉੱਥੇ ਜਦੋਂ ਚਲੋ ਬਾਹਲਾ ਰੂਰਲ ਏਰੀਆ, ਤੇ ਇੱਕ ਤਾਂ ਉੱਥੇ ਵਧੀਆ ਗੱਲ ਇਹ ਲੱਗੀ, ਕਿਸੇ ਘਰ ਦੇ ਆਲੇ ਦੁਆਲੇ ਚਾਰ ਦੀਵਾਰੀ ਨਹੀਂ, ਕੋਈ ਜਿੰਦਾ ਨਹੀਂ। ਉਹ ਕਹਿੰਦੇ ਸਾਡੇ ਅੱਜ ਤੱਕ ਚੋਰੀ ਨਹੀਂ ਹੋਈ, ਸਾਨੂੰ ਪਤਾ ਹੀ ਨਹੀਂ ਚੋਰੀ ਕੀ ਚੀਜ਼ ਹੈ। ਤੇ ਇੱਕ ਮਾਤਾ ਨੇ ਅੰਦਰੋਂ ਪੀਪੇ ਦੇ ਵਿੱਚੋਂ ਲਾਲ ਮਲਿਆਂ ਦੇ ਬੇਰ ਸਾਨੂੰ ਲਿਆ ਕੇ ਦਿੱਤੇ। ਕਹਿੰਦੀ ਪੁੱਤ ਹੈ ਤਾਂ ਪਿਛਲੇ ਸਾਲ ਦੇ ਆ, ਪਰ ਅਸੀਂ ਆਏ ਗਏ ਵਾਸਤੇ ਵੀ ਸਾਡੇ ਹੋਰ ਤਾਂ ਇੱਥੇ ਕੁਛ ਹੁੰਦਾ ਨਹੀਂ, ਜਾਂ ਤਾਂ ਖੱਖੜੀਆਂ ਚਿੱਬੜ ਹੁੰਦੇ ਆ, ਆਹ ਅਸੀਂ ਰੱਖ ਲੈਂਦੇ ਨੇ, 2-3 ਸਾਲ ਕੱਢ ਜਾਂਦੇ। ਯਾਨੀ ਉਹ ਲਿਆ ਕੇ ਉਹਨੇ ਦਿੱਤੇ। ਯਾਨੀ ਆਮ ਲੋਕਾਂ 'ਚ ਤੁਸੀਂ ਵਿਚਰੋ ਤਾਂ ਸਹੀ, ਜਾ ਕੇ ਵੜੋ ਤਾਂ ਸਹੀ, ਤੁਹਾਨੂੰ ਫੇਰ ਪਤਾ ਲੱਗਦਾ ਫਰਕ ਕੀ ਹੈ। ਬਿਲਕੁਲ ਸਰਾਂ ਸਾਹਿਬ, ਧੰਨਵਾਦ ਬਹੁਤ ਬਹੁਤ, ਥੈਂਕ ਯੂ। ਗਿੱਜੀਆਂ ਸਾਰੇ ਮਿੱਟੀ 'ਚ, ਹੁਣ ਇੱਥੇ ਆ ਮੱਡ ਥੈਰੇਪੀਆਂ ਜਾਂ ਗਾਰੇ 'ਚ ਲਿਟਣ ਵਾਲੀ ਥੈਰੇਪੀਆਂ ਸ਼ੁਰੂ ਹੋ ਗਈਆਂ। ਸਭ ਕੁਝ ਉੱਤੇ ਵਾਲਾ ਚੱਲਦਾ। ਬਿਲਕੁਲ ਠੀਕ ਹੈ, ਬਿਲਕੁਲ। ਤੇ ਡਰਾਮੇ ਚੱਲ ਪਏ। ਥੈਂਕ ਯੂ ਸਰਾਂ ਸਾਹਿਬ। ਇੱਕ ਬਾਈ ਜੀ ਆਧਾਰ ਕਾਰਡ ਦਾ ਸੀਗਾ। ਹਾਂਜੀ। ਕੋਈ ਉਧਰ ਦਾ ਜੰਮਿਆ ਸਿਟੀਜ਼ਨ ਇੱਧਰ ਆ, ਕਾਨੂੰਨ ਨਹੀਂ ਜੀ। ਆਧਾਰ ਕਾਰਡ ਜੇ ਤੁਸੀਂ ਉੱਥੇ ਦੇ ਪੈਦਾ ਹੋਏ ਹੋ, ਤੁਸੀਂ ਇੱਥੇ ਆ ਗਏ, ਤੁਹਾਡਾ ਰਾਸ਼ਨ ਕਾਰਡ 'ਚ ਨਾਂ ਹੁੰਦਾ ਹੈ, ਸਾਈਨ ਤੁਹਾਡਾ ਕਰਦਾ ਹੈ। ਤੇ ਇੱਕ ਹੋਰ ਵੀ ਮੈਂ ਕਹਾਂ, ਜਿਹੜੇ ਤੁਸੀਂ ਇੱਥੇ ਦੇ ਸਿਟੀਜ਼ਨ ਹੋ ਨਾ ਜੀ, OCI ਜ਼ਰੂਰ ਲਾਓ। OCI ਨਾਲ ਤੁਹਾਡੀ ਬਹੁਤ ਚੀਜ਼ਾਂ ਸੌਖੀਆਂ ਕਰ ਦਿੰਦੀ ਹੈ। OCI ਨਾਲ ਸਿਰਫ ਤੁਸੀਂ ਜਿਹੜੀ ਐਗਰੀਕਲਚਰ ਲੈਂਡ ਨਹੀਂ ਖਰੀਦ ਸਕਦੇ, ਬਹੁਤ ਚੀਜ਼ਾਂ ਜਿਹੜੀਆਂ ਤੁਸੀਂ ਉੱਥੇ ਖਰੀਦ ਸਕਦੇ ਹੋ ਜਾ ਕੇ। ਸੌਖਾ ਹੋ ਜੂ, ਵੀਜ਼ਿਆਂ ਦਾ, ਐਮਬੈਸੀ ਬਿਜ਼ੀ ਆ, ਤੁਸੀਂ ਸੌਖੇ ਹੋ ਜਾਓਗੇ। ਅਤੇ ਦੇਈ ਜਾਂਦੇ ਆ ਤੁਹਾਨੂੰ 2-3 ਮਹੀਨੇ ਦਾ ਉਹਨਾਂ ਦਾ ਪ੍ਰੋਸੈਸ ਆ, ਪੇਪਰ ਚਾਹੀਦੇ ਨੇ, ਅਤੇ ਉਹ ਲਾਓ। ਆਧਾਰ ਕਾਰਡ ਜੇ ਤੁਸੀਂ ਸਰਾਂ ਸਾਹਿਬ ਇੱਥੇ ਆ ਗਏ, ਸਿਟੀਜ਼ਨ ਹੋ ਗਏ, ਪਰ ਜੰਪਲ ਉੱਥੇ ਦੇ ਹੋ, ਅਤੇ ਉਹ ਤੁਹਾਡਾ ਰਾਸ਼ਨ ਕਾਰਡ 'ਚ ਨਾਂ ਹੈਗਾ, ਬਸ ਇੱਕ ਉਹੋ ਜਿਹਾ ਵੋਟਰ ਕਾਰਡ ਆਇਆ, ਤੁਸੀਂ ਹੁਣ ਆਏ ਹੋ, ਵੋਟਰ ਕਾਰਡ ਉੱਥੇ ਦਾ ਹਾਲੇ ਬਣਿਆ ਹੋਊਗਾ, ਉਹ ਬਣਾ ਦਿੰਦੇ ਆ ਜੀ। ਆਧਾਰ ਕਾਰਡ ਇੱਕੋ ਇੱਕ ਸ਼ਨਾਖਤ ਆ ਜਿਹੜੀ ਹਰ ਜਗ੍ਹਾ ਵਰਤੀ ਜਾਂਦੀ ਹੈ। ਲਓ ਜੀ, ਹੁਣ ਮੈਂ ਨੰਬਰ ਦੇ ਨਾਲੋਂ ਜਿੰਨਾ ਚਿਰ ਜਿਹੜੇ ਵੇਟ ਕਰ ਰਹੇ ਨੇ 11-11, 12-12 ਮਿੰਟ ਦੇ, ਉਹਨਾਂ ਨੂੰ ਲੈਣ ਲੱਗਿਆ ਲਾਈਨ 'ਤੇ, ਅਤੇ ਸਮਾਂ ਮੇਰੇ ਕੋਲ ਬਹੁਤ ਘੱਟ ਜਾਣਾ ਹੈ। ਛੇਤੀ ਪਲੀਜ਼ ਨਿਬੇੜਿਓ। ਸਰਦਾਰ ਸੁਰਿੰਦਰ ਸਿੰਘ ਮਾਨ ਉਡੀਕ ਰਹੇ ਨੇ 12 ਮਿੰਟ ਤੋਂ। ਮਾਨ ਸਾਹਿਬ, ਤੁਸੀਂ ਏਅਰ 'ਤੇ ਹੋ। ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਗਿੱਲ ਸਾਹਿਬ, ਇਹ ਤੁਹਾਡੀ ਆਇਆਂ ਦੀ ਬੜੀ ਖੁਸ਼ੀ ਆ, ਤੇ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਇੰਡੀਆ ਗਏ। ਹੁਣ ਪਤਾ ਲੱਗਾ, ਉਹ ਤਾਂ ਸੋਚਦੇ ਨੇ ਵੀ ਉਹਨਾਂ ਦੀ ਆਵਾਜ਼ ਨਹੀਂ ਸੁਣੀ। ਜੀ ਮਾਨ ਸਾਹਿਬ। ਤੇ ਗੱਲ ਪਤਾ ਕੀ ਆ, ਜਿੱਦਾਂ ਉੱਥੇ ਜਿੱਦਾਂ ਸਾਡੀਆਂ ਕਮਜ਼ੋਰੀਆਂ ਆ, ਠੀਕ ਆ, ਉਹ ਜਿਹੜੇ ਲੋਕ ਉਹ ਆਪਣੇ ਇੱਥੇ ਸੱਚੇ ਹੈਗੇ ਆ। ਅਸੀਂ ਉਹਨਾਂ ਚੋਂ ਆਏ ਆ, ਉਹਨਾਂ ਦੇ ਵਿੱਚੋਂ ਖੇਡਦੇ ਮੱਲਦੇ ਉੱਥੇ ਸਾਰਾ ਕੁਛ ਕਰਕੇ ਆਏ ਆ। ਅਸੀਂ ਪਿੰਡ ਤੋਂ ਦੂਰ ਰਹਿੰਦੇ ਆ, ਤਕਰੀਬਨ 1.5-2 ਕਿਲੋਮੀਟਰ ਦੇ ਰਹਿੰਦੇ ਆ। 70 ਤੋਂ ਲੈ ਕੇ 80 ਤਾਈਂ ਜਿਹੜੇ ਸ਼ਡਿਊਲ ਕਾਸਟ ਜਿੰਨੇ ਵੀ ਸੀਗੇ ਜਾਂ ਕੋਈ ਵੀ ਬੰਦਾ ਸੀ, ਹਰੇਕ ਬੰਦੇ ਦੇ ਪਾਸਪੋਰਟ ਤੇ ਅਗਵਾਈ ਮੇਰੇ ਬਜ਼ੁਰਗ ਦੀ ਸੀ। ਵਾਹ। ਤੇ ਉਦੋਂ ਤੋਂ ਲੈ ਕੇ 80, 85 ਤਾਈਂ, ਤਕਰੀਬਨ 90 ਤਾਈਂ ਅਸੀਂ ਪਰਿਵਾਰਾਂ ਦੇ ਪਰਿਵਾਰ ਕੋਲੋਂ ਪੈਸੇ ਲਾ ਕੇ, ਜਿਹੜੇ ਦੁਬਈ ਗਏ, ਕੋਈ ਮਾਸਕਟ, ਜਿਹੜਾ ਬੰਦਾ ਵੀ ਆਉਂਦਾ ਸੀ, ਅਸੀਂ ਕਿਸੇ ਨੂੰ ਮੋੜਦੇ ਨਹੀਂ ਸੀ। ਮਗਰੋਂ ਹਾਣੀ ਐ ਹੋ ਗਈ ਸੀ ਵੀ ਜਿਹਦੇ ਕੋਲ ਪੈਸੇ ਸੀਗੇ ਵੀ ਨਾ, ਉਹ ਇਹ ਆ ਕੇ ਕਹਿੰਦਾ ਹੁੰਦਾ ਸੀ ਸਾਡੇ ਬਜ਼ੁਰਗ ਨੂੰ ਵੀ ਤੂੰ ਭਾਵੇਂ 500 ਰੁਪਇਆ ਦੇ ਦੇ, ਤੁਹਾਡੇ ਪੈਸਿਆਂ ਦਿੱਤੇ ਵਾਲਾ ਬੰਦਾ ਇੱਥੇ ਕੋਈ ਮੁੜ ਕੇ ਨਹੀਂ ਆਇਆ ਰਾਹ ਚੋਂ। ਤੇ ਅੱਛਾ, ਹੁਣ ਮੈਂ ਚਲੋ ਗਿਆ ਨਹੀਂ, ਮੈਨੂੰ ਵੀਜ਼ਾ ਨਹੀਂ ਮਿਲਦਾ। ਪਹਿਲਾਂ ਮੈਂ 2 ਵਾਰ ਜਾਇਆ ਆ। ਉੱਥੇ ਦੇਖੋ, ਅਸੀਂ ਜਦੋਂ ਵੀ ਪਰਿਵਾਰ ਜਾਂਦਾ, ਅਸੀਂ ਪਿੰਡ ਜਾ ਕੇ ਇਕੱਲੇ ਦੇ ਘਰ ਜਾ ਕੇ ਜੱਫੀ ਪਾ ਕੇ ਮਿਲਦੇ ਆ। ਬਿਲਕੁਲ ਠੀਕ। ਅੱਛਾ, ਉਹ ਲੋਕ ਵੀ ਸਾਨੂੰ ਏਦਾਂ ਪਿਆਰ ਕਰਦੇ ਹੈਗੇ ਆ। ਇੱਕ ਬੰਦਾ ਇੱਥੇ ਉਹਨੂੰ ਉਹ ਕਹਿੰਦਾ ਜੀ, ਉੱਥੇ ਉਹ ਲੋਕ ਤਾਂ ਐਂ ਕਰਦੇ। ਮੈਂ ਗੱਲ ਸੁਣੋ, ਤੁਸੀਂ ਕਾਰ 'ਚ ਬਹਿ ਕੇ ਜਾਂਦੇ ਆ ਤੇ ਕਾਰ ਹੀ ਅੰਦਰ ਵੜ ਜਾਂਦੀ, ਅੰਦਰੋਂ ਬਾਹਰ ਨਿਕਲ ਆਉਂਦੇ ਆ, ਕੌਣ ਘਰ ਮਿਲ ਜਾਵੇ ਕੋਈ। ਸੋ ਠੀਕ ਆ, ਉਹ ਲੋਕ ਬਹੁਤ ਪਿਆਰ ਕਰਦੇ ਆ। ਉਹਨਾਂ ਦੀਆਂ ਵੀ ਮਜਬੂਰੀਆਂ ਵੀ, ਕਈ ਉਹਨਾਂ ਦੇ ਥੋੜੇ ਆਰਾਂਭੇ ਵੀ ਸਾਡੇ ਤੇ ਹੈਗੇ ਆ। ਬਿਲਕੁਲ ਮਾਨ ਸਾਹਿਬ, ਵੀਜ਼ੇ ਦੀ ਟਰਾਈ ਕਰੋ, ਵੀਜ਼ਾ ਮਿਲੂਗਾ, ਇਹੋ ਜਿਹਾ ਨਹੀਂ ਕੁਛ ਰੋਕਦੇ। ਸਰਦਾਰ ਭਾਗ ਸਿੰਘ। ਹਾਂਜੀ, ਮੇਰੀ ਆਪਣੇ ਗਿੱਲ ਸਾਹਿਬ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਉਣ ਦੀ ਵਧਾਈ ਦਿੰਦਾ। ਧੰਨਵਾਦ ਜੀ। ਤੁਸੀਂ ਮੇਰੇ
ਹਾਂ ਮੈਨੂੰ ਪਰ ਮੇਰੇ ਦਿਮਾਗ 'ਚ ਇਹ ਵੀ ਮੈਨੂੰ ਪਿੰਡ ਦੱਸਿਓ ਆਪਣਾ ਕਿਹੜਾ, ਮੇਰੇ ਕੋਲੇ ਹੀ ਹੋ ਤੁਸੀਂ। ਮੇਰਾ ਜ਼ਿਲ੍ਹਾ ਲੁਧਿਆਣਾ ਜੀ, ਦਰਾਹੇ ਦੇ ਨਾਲ ਪਿੰਡ ਆ ਮਕਸੂਦੜਾ, ਪਹਿਲਕੋਟ। ਹਾਂ ਬਸ ਮਕਸੂਦੜਾ ਹੀ ਸਮਝਿਆ ਸੀ ਮੈਂ, ਮਕਸੂਦੜਾ ਉਹ ਤਾਂ ਹੁਣ ਪਿੰਡ ਦੀ ਗੱਲ ਨਹੀਂ, ਤੁਹਾਡੇ ਆਦਮੀਆਂ ਨਾਲ ਮਕਸੂਦੜੇ ਜਿਹੜੇ ਹੈ ਨਾ, ਤਾਂ ਮੇਰੇ ਯਾਦ ਆ ਗਿਆ ਵੀ ਦਰਾਹੇ ਕੋਲ ਕਹੀ ਜਾਂਦੇ ਨੇ। ਫਿਰ ਮਕਸੂਦੜਾ ਅੱਗੇ ਵੀ ਮੈਂ ਸੁਣਿਆ ਸੀ ਤੁਹਾਡਾ, ਪਰ ਮੈਂ ਅਫਸੋਸ ਮੈਨੂੰ ਬੁੜਾ ਆਦਮੀ ਦੇ ਯਾਦ ਨਹੀਂ ਤੁਸੀਂ ਵੱਡੇ ਹੋ। ਨਹੀਂ ਮੈਨੂੰ ਬੜਾ ਪਿਆਰ ਹੈ ਤੁਹਾਡਾ ਕਿ ਮੈਂ ਸਾਹਨੇਵਾਲ ਨੂੰ ਬਿਲੋਂਗ ਕਰਦਾ, ਔਰ ਪਿੰਡ ਦਾ ਮੇਰਾ ਸਾਹਨੇਵਾਲ ਕੋਲੇ ਨਿੱਕਾ ਜਿਹਾ ਹੈਗਾ ਸੀ, ਠੀਕ ਹੈ। ਔਰ ਮੈਂ ਜਿਵੇਂ ਟਾਂਡੀ ਮੰਗਤਾ ਨੇ ਕਿਹਾ ਨਾ, ਮੇਰਾ ਜਿਹੜੇ ਇੱਕ ਦਾ ਸਭ ਤੋਂ ਮੈਂ ਜਾਨਣਾ ਜ਼ਰੂਰ ਆ, ਪਿੰਡ ਬਹੁਤ ਜਾਨਣਾ, ਬੜਾ ਉੱਥੇ ਸਾਡੇ ਥੜੇ 'ਚ ਬੈਠ ਕੇ ਲੋਕੀ ਤਾਸ਼ ਖੇਡਦੇ ਆ, ਉਹਨਾਂ ਨਾਲ ਗੱਲਾਂ ਕਰਦਾ ਹੁੰਦਾ ਸੀ ਸਾਰੇ। ਪਰ ਅਫਸੋਸ ਇਹ ਆ ਕਿ ਹੁਣ ਮੈਨੂੰ ਉੱਥੇ ਗੱਲਾਂ ਕਰਨ ਵਾਲਾ ਮਿਲਿਆ ਹੀ ਕੋਈ ਨਹੀਂ, ਸਮਝੀਏ ਵੀ ਸਾਰੇ ਰੱਬ ਨੂੰ ਪਿਆਰੇ ਹੋ ਗਏ। ਔਰ ਹੋਣ ਵਾਲੀ ਪਨੀਰੀ 'ਚ ਨਫ਼ਰਤ ਹੋ ਗਈ, ਜੋ ਕਹਿੰਦੇ ਇਹਨੂੰ ਤਾਏ ਨੂੰ ਕੀ ਬੁਲਾਉਣਾ, ਤਾਇਆ ਕਿਹੜਾ ਸਾਨੂੰ ਲੈ ਕੇ ਗਿਆ ਉਧਰ ਕੈਨੇਡਾ, ਇੱਕ ਗੱਲ ਸਮਝੀਏ। ਹਾਂ ਨਹੀਂ ਹਾਣੀ ਜਦ ਚਲੇ ਗਏ ਜੀ, ਫਰਕ ਤਾਂ ਇੰਨਾ ਪੈਣਾ ਹੀ ਹੈ। ਗੁਰਚਰਨ ਬਾਲਾ ਜੀ। ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਲਾ ਸਾਹਿਬ। ਸਭ ਤੋਂ ਪਹਿਲਾਂ ਤਾਂ ਤੁਹਾਡਾ ਦਿਲੋਂ ਵੈਲਕਮ। ਧੰਨਵਾਦ ਜੀ। ਤੁਹਾਡੀ ਆਵਾਜ਼ ਨੂੰ ਵੈਸੇ ਤਰਸੇ ਹੋਏ ਸੀ, ਮੈਂ ਤੁਹਾਡਾ ਪ੍ਰੋਗਰਾਮ ਤਾਂ ਜ਼ਰੂਰ ਸੁਣਦਾ, ਪਰ ਕਦੇ ਕਾਲ ਬਹੁਤ ਘੱਟ ਕੀਤੀ ਹੈ ਜੀ ਬਾਲਾ ਸਾਹਿਬ। ਤੇ ਹੁਣ ਮੇਰੀ ਵੀ ਗਿੱਲ ਸਾਹਿਬ ਜਾਣ ਦੀ ਤਿਆਰੀ ਸੀਗੀ ਜੀ, ਤੇ ਤੁਸੀਂ ਉੱਥੋਂ ਹੋ ਕੇ ਆਏ, ਗੱਲਾਂ ਸੁਣ ਕੇ ਇੰਨਾ ਮੈਂ ਇੰਜੋਏ ਕੀਤਾ, ਬਹੁਤ ਹੀ ਜ਼ਿਆਦਾ। ਗਿੱਲ ਸਾਹਿਬ ਜਿਹੜਾ ਲੋਕੀ ਕਹਿੰਦੇ ਨਾ, ਮਤਲਬ ਉਹ ਪਿਆਰ, ਔਰ ਇਹ ਜਿਹੜਾ ਇਹ ਪਿਆਰ ਤੇ ਆਦਰ ਮਾਣ ਆ ਨਾ, ਇਹ ਮੇਰੇ ਹਿਸਾਬ ਨਾਲ ਇਹ ਅਰਨ ਕਰਨਾ ਪੈਂਦਾ। ਬਿਲਕੁਲ ਠੀਕ। ਇਹ ਏਦਾਂ ਨਹੀਂ ਤੁਸੀਂ ਕਿਸੇ ਕੋਲੋਂ ਰੋਹਬ ਨਾਲ ਵੀ ਮੈਨੂੰ ਆਓ ਬੁਲਾਵੇ ਜਾਂ ਕਰੇ, ਤੁਸੀਂ ਕਿੰਨਾ ਦਿਲੋਂ ਪਿਆਰ ਕਰਦੇ ਹੋ ਕਿਸੇ ਨੂੰ, ਤੇ ਤੁਹਾਨੂੰ ਉਹ ਕਈ ਗੁਣਾ ਵਾਪਸ ਮਿਲੂਗਾ। ਇਹ ਮੇਰਾ ਇਸ ਬਿਲਕੁਲ ਬਾਲਾ ਸਾਹਿਬ ਉਹਦੇ ਤੇ ਪਹੁੰਚਿਆ ਹੈਗਾ। ਤੇ ਗਿੱਲ ਸਾਹਿਬ ਮੈਂ ਵੈਸੇ ਪਿੰਡ ਤਾਂ ਨਹੀਂ ਜੰਮਿਆ, ਪਹਿਲਾਂ ਮੈਂ ਸ਼ਹਿਰ ਲੁਧਿਆਣੇ ਦਾ। ਲੁਧਿਆਣਾ ਸੁਣ ਕੇ ਜਦੋਂ ਤੁਸੀਂ ਹੁਣ ਕਿਹਾ ਨਾ, ਮੇਰਾ ਬੜਾ ਮਨ ਖੁਸ਼ ਹੋਇਆ। ਦਰਾਹਾ ਤੇ ਮਤਲਬ ਮਕਸੂਦੜਾ ਕੋਈ ਜ਼ਿਆਦਾ ਦੂਰ ਨਹੀਂ ਹੈ। ਜੀ। ਹਾਂਜੀ, ਤੇ ਮੈਂ ਲੁਧਿਆਣੇ ਦਾ ਜੰਮਿਆ ਪਲਿਆ, ਤੇ ਮੈਂ ਜੌਬ ਕੀਤੀ ਗਿੱਲ ਸਾਹਿਬ ਯੂਪੀ ਦੇ ਵਿੱਚ ਹਰਿਦੁਆਰ। ਅੱਛਾ ਜੀ। ਤੇ ਕਾਫੀ ਸਾਡੇ ਬੈਚ ਦੇ ਸੀਗੇ। ਤੇ ਹੁਣ ਵੀ ਗਿੱਲ ਸਾਹਿਬ ਜਦੋਂ ਜਾਈਦਾ ਨਾ, ਮਤਲਬ ਇੰਨਾ ਲੋਕੀ ਬਹੁਤ ਪਿਆਰ, ਬਹੁਤ ਆਦਰ ਮਾਣ ਕਰਦੇ ਆ। ਮੈਂ ਤਾਂ ਦੇਖ ਕੇ ਮਤਲਬ ਜਦੋਂ ਉਹਨਾਂ ਨੂੰ ਜੱਫੀ ਪਾਣਾ ਨਾ, ਰੀਅਲੀ ਉਹ ਕਿੱਦਾਂ ਮਤਲਬ ਅੱਖਾਂ ਨਮ ਹੋ ਜਾਂਦੀਆਂ ਹੈਗੀਆਂ। ਬਿਲਕੁਲ ਹੁੰਦੀਆਂ ਜੀ। ਧੰਨਵਾਦ। ਸਮਾਂ ਮੇਰੇ ਕੋਲ ਘੱਟ ਹੈ। ਸਰਦਾਰਨੀ ਅਮਰਜੀਤ ਕੌਰ ਸ਼ਾਂਤ ਜੀ। ਹਾਂਜੀ ਸਤਿ ਸ੍ਰੀ ਅਕਾਲ ਬੇਟਾ, ਵੈਲਕਮ ਟੂ ਹੋਮ। ਮੈਂ ਵੀ ਇਹੀ ਗੱਲ ਕਹਿਦਾ ਜਿਹੜੀ ਹਰ ਕੋਈ ਕਹਿੰਦਾ, ਅਸੀਂ ਤੁਹਾਨੂੰ ਬਹੁਤ ਮਿਸ ਕੀਤਾ। ਬਾਕੀ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ, ਆਪਣੇ ਤੁਹਾਨੂੰ ਪਤਾ ਹੀ ਹੈ ਸਾਡੇ ਪਿੰਡ ਦਾ ਕਿਹੜਾ ਹੈਗਾ। ਤੇ ਮੇਰਾ ਜਿਹੜੇ ਮੇਰੇ ਪੇਕੇ ਨੇ ਉਹ ਮੋਹਾਲੀ ਕੋਟ, ਖੈਰਾ ਦੇ ਕੋਟ, ਸੰਤੇ ਮਾਜਰਾ। ਤੇ ਜਦੋਂ ਜਾਈਦਾ ਕੋਈ ਜਾਓ ਨਾ ਬਾਹਰ, ਭਾਬੀ ਨਾਲ ਜਾਓ, ਕੋਈ ਜੇ ਨਾ ਮੈਂ ਸਤਿ ਸ੍ਰੀ ਅਕਾਲ ਬੁਲਾਉਣੀ ਹਰੇਕ ਨੂੰ, ਭਾਈ ਤੂੰ ਗੁਰਜੀਤ ਨੂੰ ਤਾਂ ਮੇਰੀ ਭਰਜਾਈ ਨੂੰ ਪਛਾਣਦੇ, ਭਾਈ ਇਹ ਕਿਹੜੀ ਕੁੜੀ ਆ? ਅਸੀਂ 3-4 ਭੈਣਾਂ ਨਾ। ਮੈਂ ਕਿਹਾ ਮੈਂ ਫਰੀਦਾਬਾਦ ਵਾਲੀ ਆ। ਅੱਛਾ, ਹੱਥ ਫੇਰਨਗੇ, ਇੰਨਾ ਪਿਆਰ ਆਉਂਦਾ ਨਾ। ਤੇ ਮੈਂ ਕਿਹਾ ਤੁਸੀਂ ਯਾਦ ਕਰਾਤਾ, ਹੁਣ 3 ਸਾਲ ਹੋ ਗਏ ਕੋਵਿਡ ਕਰਕੇ, ਅਗਲੇ ਸਾਲ ਅਸੀਂ ਜਾਣਾ। ਗਿੱਲ ਸਾਹਿਬ ਬਾਕੀ ਉੱਥੇ ਪਿਆਰ ਬਹੁਤ ਕਰਦੇ ਨੇ ਲੋਕੀ, ਨੀਂਦ ਬੜੀ ਆਉਂਦੀ ਹੈ, ਥਕਾਵਟ ਨਹੀਂ ਆਉਂਦੀ, ਭੁੱਖ ਬਹੁਤ ਲੱਗਦੀ ਆ। ਉੱਥੇ ਨੀਂਦ ਨਹੀਂ ਖੁੱਲਦੀ, ਤੇ ਰੋਟੀ ਪਾਣੀ ਤੇ ਕੁਛ ਨੀ। ਕਹਿੰਦੇ ਤੂੰ ਬਿਮਾਰ ਹੋ ਜਾਣਾ, ਕਿਉਂਕਿ ਮੇਰੇ ਉਹ ਪੇਸ ਮੇਕਰ ਪਿਆ। ਮੈਂ ਕਿਹਾ ਮੈਨੂੰ ਤੁਸੀਂ ਭੇਜ ਦਿਓ, ਮੈਨੂੰ ਕੁਛ ਨਹੀਂ ਹੁੰਦਾ। ਮਾਗੜ ਸਾਹਿਬ ਨੂੰ ਕਹੋ ਭੇਜਣ ਬਸ। ਨਹੀਂ ਉਹਦਾ ਨੀ ਕੁਛ ਕਹਿੰਦੇ, ਮੈਨੂੰ ਕਹਿੰਦੇ ਡਰਦੇ ਨੇ ਨਾ ਵੀ ਤੂੰ ਢਿੱਲੀ ਨਾ ਹੋ ਜਾਏ ਉੱਤੇ, ਹੈ ਨਾ। ਤੇ ਮੈਂ ਕੋਈ ਨਹੀਂ, ਜੇ ਲੱਗਾ ਉੱਥੇ ਕੁਝ ਹੋ ਗਿਆ, ਉੱਥੇ ਪਾਥੀਆਂ ਹੈਗੀ। ਥੈਂਕ ਯੂ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ ਵੈਰੀ ਮਚ, ਗੁੱਡ ਡੇ, ਥੈਂਕ ਯੂ ਜੀ। ਸਟਾਰ ਗੁਰਜੰਟ ਸਿੰਘ ਜੀ। ਹੈਲੋ, ਸਤਿ ਸ੍ਰੀ ਅਕਾਲ ਗੱਲ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ। ਸਾਨੂੰ ਪਤੰਦਰਾ ਦੱਸ ਜਿਆ ਕਰ ਬਈ, ਅਸੀਂ ਮੈਂ 2 ਮਹੀਨੇ ਲਾਉਣੇ, ਸਾਨੂੰ ਤਾਂ ਇਹ ਲੱਗਦਾ ਸੀ ਕਿਤੇ ਜੇ ਨਿੱਕੇ ਹੁੰਦੇ ਤੈਨੂੰ ਮਿਲੇ, ਅਸੀਂ ਆਵਾਜ਼ ਹੀ ਨਹੀਂ ਸੁਣੀ। ਮੈਂ ਇਸ ਵਾਰ ਗਲਤੀ ਹੋ ਗਈ ਜੀ, ਗਾਂ ਨੂੰ ਦੱਸ ਕੇ। ਹਾਂ, ਤੇ ਉਹ ਜਦੋਂ ਤੇਰਾ ਪ੍ਰੋਗਰਾਮ ਸੁਣੀਦਾ, ਉਹ ਜਿਹੜੀਆਂ ਆਈਡੀਆਂ ਭਰੀਆਂ ਉਹ ਤਾਂ ਤੇਰੇ ਨਾਂ ਦੀਆਂ, ਤੇ ਅਸੀਂ ਆਨੇ ਵੀ ਉਹ ਪਤਾ ਨਹੀਂ ਕਿੱਧਰ ਗੁੰਮ ਹੋ ਗਿਆ, ਉਸ ਵਿੱਚ ਸਾਨੂੰ ਲੱਭਦਾ ਨੀ ਗਾ। ਹਾਂਜੀ। ਤੇ ਇੱਕ ਹੋਰ ਗੱਲ ਤੁਸੀਂ ਜਿਵੇਂ ਕੀਤੀ ਸੀਗੀ ਵੀ ਜਿਹੜੇ ਆਪਾਂ ਇੱਥੇ ਆ ਗਏ ਤੇ ਅੱਧੇ ਪਰਿਵਾਰ ਉੱਥੇ ਰਹਿ ਗਏ ਆ ਜੀ, ਤੇ ਇੱਥੋਂ ਵਾਲੇ ਤਾਂ ਆਂਦੇ ਆ ਵੀ ਸਵਰਗ ਆ, ਜੋ ਤੂੰ ਆਖਿਆ ਨਾ ਵੀ ਉਹ ਬਹੁਤ ਕਰਮਾਂ ਵਾਲੇ ਜਿਹੜੇ ਉੱਥੇ, ਜਿਨ੍ਹਾਂ ਦੇ ਅੱਧੇ ਪਰਿਵਾਰ ਉੱਥੇ ਰਹਿ ਗਏ ਆ। ਪਰ ਉਹ ਸਾਡੇ ਵਾਸਤੇ ਤਾਂ
ਉਹ ਮਤਲਬ ਕਿ ਕਰਮਾਂ ਵਾਲੇ ਆ, ਪਰ ਜੇ ਉਹਨਾਂ ਨੂੰ ਪੁੱਛੀਏ ਤੇ ਉਹ ਆਂਦੇ ਤੁਸੀਂ ਕਰਮਾਂ ਵਾਲੇ, ਤੁਸੀਂ ਚਲੇ ਗਏ, ਸਾਡੇ ਵਾਸਤੇ ਸੋਚਿਆ ਹੀ ਕੁਝ ਨਹੀਂ ਆ ਤੁਸੀਂ। ਦੇਖੋ ਉਹ ਇੱਥੋਂ ਨੂੰ ਤਾਕਦੇ, ਅਸੀਂ ਉੱਥੋਂ ਨੂੰ ਤਾਕਦੇ। ਹੁਣ ਜੇ ਰਾਤ ਨੂੰ ਨੀਂਦ ਵੀ ਲਈਦੀ ਆ ਤੇ 3 ਘੰਟੇ ਇੰਡੀਆ 'ਚ ਰਹਿਣਾ ਪੈਂਦਾ, ਪੰਜਾਬ 'ਚ ਹੁੰਨੇ ਅਸੀਂ। ਬਿਲਕੁਲ, ਥੈਂਕ ਯੂ। ਹਾਂਜੀ, ਇੱਕ ਗੱਲ ਹੈਗੀ ਮੇਰੀ ਨਿੱਕੀ ਜਿਹੀ ਹੋਰ ਆ, ਜਿਵੇਂ ਆਪਣੇ ਟਾਂਡੀ ਨੇ ਕੁਛ ਆਪਦੀਆਂ ਸਾਰੀ ਇਹ ਹਕੀਕਤ ਦੱਸੀ ਆ। ਇੱਕ ਗੱਲੋਂ ਮੈਂ ਉਹਨੂੰ ਆਣਾ ਵੀ ਉਹ ਇੱਕ ਗੱਲੋਂ ਸੱਚਾ ਵੀ ਆ ਵੀ ਉਹ ਆਪਦੇ ਜਿਹੜੀ ਹੱਡਬੀਤੀ ਦੱਸਦਾ। ਹਾਂ, ਸਤਿ ਸ੍ਰੀ ਅਕਾਲ ਜੀ। ਮੇਰਾ ਇੰਨਾ ਕੀ ਟਾਈਮ ਸੀ, ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਤੁਹਾਡਾ। ਓਕੇ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਦੇਖੋ ਉਹ ਤਾਂ ਹੈ ਹੀ ਹੈ, ਮਤਲਬ ਮੁਸ਼ਕਿਲਾਂ ਤਾਂ ਹੈ ਨੇ, ਮੁਸ਼ਕਿਲਾਂ ਇੱਥੇ ਕਿਹੜਾ ਹੈ ਨਹੀਂ, ਇੱਥੇ ਵੀ ਨੇ। ਕਹਿੰਦੇ 4 ਘੰਟੇ ਬਹੁਤ ਨੇ, 4 ਘੰਟੇ ਵੀ ਮੁੱਕ ਚੱਲੇ, ਕਾਲਰ ਹਾਲੇ ਵੀ ਵੇਟ ਕਰ ਰਹੇ ਨੇ। ਗੋਗੀ ਜੀ ਲਾਈਨ ਨੰਬਰ 3। ਬਾਈ ਮੱਥਾ ਟੇਕਦੇ ਆ ਜੀ। ਓ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਨਮਸਕਾਰ, ਕੀ ਹਾਲ? ਨਮਸਕਾਰ ਜੀ, ਸ਼ੁਕਰ ਜੀ, ਸ਼ੁਕਰ ਸ਼ੁਕਰ। ਭਾਜੀ ਤੁਹਾਨੂੰ ਮੈਂ ਕਿਹਾ ਮੈਨੂੰ ਐ ਲੱਗਦਾ ਦਰਾਹੇ ਦੀ ਗਲੀਆਂ 'ਚ ਬਾਹ ਕਰਦਾ ਫਿਰਦਾ ਸੀ ਮੇਰਾ ਬਾਈ। ਤੁਸੀਂ ਮੈਂ ਕਿਹਾ ਮੈਨੂੰ ਤੁਸੀਂ ਇੰਡੀਆ ਗਏ ਪਰ ਸਾਨੂੰ ਫੀਲ ਐ ਹੁੰਦਾ ਸੀ ਕਿ ਅਸੀਂ ਆਪਣੇ ਪਿੰਡ 'ਚ ਫਿਰਦੇ ਹਾਂ ਜੀ। ਧੰਨਵਾਦ ਧੰਨਵਾਦ। ਕਿਉਂਕਿ ਤੁਹਾਡੀ ਫੀਲਿੰਗਸ ਇੱਥੇ ਵੀ ਤੁਸੀਂ ਇੰਨਾ ਹੀ ਕਿਉਂ ਕਰਦੇ ਆ, ਜਦੋਂ ਇੰਡੀਆ ਜਾਂਦੇ ਹੋ ਤਾਂ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਬਾਈ ਰੱਬ ਤੈਨੂੰ ਲੰਬੀ ਉਮਰ ਤੇ ਇਸੇ ਤਰ੍ਹਾਂ ਤੇਰੇ ਸਰਸਵਤੀ ਮਾਂ ਤੇਰੇ ਬੋਲ ਦੇ ਵਿੱਚ ਬਰਕਤਾਂ ਪਾਉਂਦੀ ਰਹੇ। ਬਸ ਇਹੀ ਮੇਰੀ ਦੁਆ। ਧੰਨਵਾਦ ਗੋਗੀ ਜੀ, ਧੰਨਵਾਦ, ਸ਼ੁਕਰੀਆ ਬਾਈ ਜੀ। ਥੈਂਕ ਯੂ ਗੋਗੀ ਚੰਡੀਗੜ੍ਹੀਆ। ਸਰ ਕੁਲਵੰਤ ਸਿੰਘ ਜੀ ਲਾਈਨ ਨੰਬਰ 1। ਸਤਿ ਸ੍ਰੀ ਅਕਾਲ ਵੀਰ ਜੀ। ਜੀ ਸਤਿ ਸ੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਤਾਂ ਬਹੁਤ ਸੁਣੀਦਾ, ਕਈ ਵਾਰੀ ਟਰੱਕ ਚਲਾਉਣ ਨੇ ਟਾਈਮ ਨਹੀਂ ਲੱਗਦਾ ਗਾ, ਤੇ ਅੱਜ ਗੱਡੀ 'ਚ ਸੀਗੇ ਬੈਠੇ ਜੀ, ਤੇ ਗੱਲਾਂ ਆਪਣੇ ਪਿੰਡਾਂ ਦੀਆਂ ਕਰਦੇ। ਪਿੰਡ ਵਿੱਚ ਇੱਕ ਤਾਂ ਜਦੋਂ ਆਪਾਂ ਜਾਣਦੇ ਆ, ਜਿਹੜੇ ਕਹਿੰਦੇ ਵੀ ਸਾਨੂੰ ਪਿਆਰ ਨਹੀਂ ਮਿਲਦਾ ਗਾ, ਉਹਨਾਂ ਨੂੰ ਇੱਕ ਵਧੀਆ ਜਗ੍ਹਾ ਦੱਸਦੇ ਆ, ਕਿਉਂਕਿ ਮੈਂ ਵੀ ਜਾਂਦਾ ਰਹਿਣਾ। ਤੇ ਉਹ ਵਧੀਆ ਜਗ੍ਹਾ ਗਰਾਊਂਡ ਆ। ਗਰਾਊਂਡ ਦੇ ਵਿੱਚ ਬੱਚਿਆਂ ਨੂੰ ਬਾਲਾਂ ਲਿਆ ਕੇ ਦਿਓ, ਸਮਾਨ ਲਿਆ ਕੇ ਦਿਓ ਤੇ ਉਹਨਾਂ ਨੂੰ ਖਿਡਾਵੋ। ਉਹ ਸਾਰੇ ਘਰਾਂ ਵਿੱਚ ਜਾ ਕੇ ਦੱਸਦੇ ਆ, ਜੋ ਦੱਸਦੇ ਆ ਫਿਰ ਲੋਕ ਤੁਹਾਡੇ ਘਰ ਮਿਲਣ ਵੀ ਆਉਂਦੇ ਆ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਮੰਜੇ ਤੇ ਬੈਠ ਕੇ ਜਦੋਂ ਅਗਲੇ ਚਾਹ ਪੀਵਾਂਗੇ ਸਾਰੇ ਪਿਆਰ ਦਿੰਦੇ ਆ। ਬਿਲਕੁਲ ਬਾਈ ਜੀ, ਥੈਂਕ ਯੂ। ਹਾਂਜੀ, ਤੇ ਦੂਸਰੀ ਗੱਲ ਕਰਨੀ ਸੀ ਆਪਾਂ ਵੀਰ ਜੀ OCI ਦੀ। ਮੇਰੇ ਕੋਲੇ ਸਿਟੀਜ਼ਨ ਆ ਤੇ ਮੈਂ ਇਟਲੀ ਦਾ ਸਿਟੀਜ਼ਨ ਆ, ਉਦੋਂ OCI ਲੈ ਲਈ ਸੀ। ਤੇ ਮੈਨੂੰ ਬਹੁਤ ਵੱਡਾ ਚੱਕਰ ਪਿਆ ਇੰਡੀਆ ਦੇ ਵਿੱਚ। ਜਦੋਂ ਮੈਂ ਗਿਆ, ਮੈਂ ਬਣਾਉਣੀ ਸੀ PCC, ਜਦੋਂ ਇੱਥੇ PR ਦੀ ਫਾਈਲ ਆਈ 18 ਵਿੱਚ। ਅੱਛਾ ਜੀ। ਉਹ ਜਿਹੜਾ ਆਧਾਰ ਕਾਰਡ ਸੀ ਉਹ ਤਾਂ ਮੈਂ ਬਣਾ ਲਿਆ ਸਕੂਲ ਚੋਂ, ਸਰਟੀਫਿਕੇਟ ਕਢਾ ਕੇ। OCI ਦੇ ਵਿੱਚ ਉਹ ਮੇਰੇ ਘਰੇ ਪੁਲਿਸ ਆਇਆ, ਮੈਂ ਬਹੁਤ ਘੰਟਾ ਖੁੰਝੀ ਗਿਆ ਤੇ ਮੈਂ ਅੱਕਿਆ। ਤੇ ਤਾਂ ਜਦੋਂ ਉਹਨੇ ਵਾਰ-ਵਾਰ ਇਹ ਗੱਲ ਕਰ, ਤੂੰ ਸਾਡੇ ਦੇਸ਼ ਦਾ ਬੰਦਾ ਨਹੀਂ। ਮੈਂ ਕਿਹਾ ਵੀ ਜਿਹੜੇ ਘਰ 'ਚ ਮੈਂ ਬੈਠਾ ਰਜਿਸਟਰੀ ਮੇਰੇ ਨਾਂ, ਕਿਉਂਕਿ ਮੇਰੇ ਬਾਪੂ ਨੇ ਜਦੋਂ ਅਸੀਂ ਛੋਟੇ ਸਾਡੇ ਨਾਂ ਕਰਾਤਾ ਸੀ ਉਹ ਘਰ। ਤੇ ਉਹ ਚਲੋ ਪੈਸੇ ਭਾਲਦੇ, ਪੈਸੇ 5000 ਤੋਂ ਚੱਲਿਆ ਤੇ ਮੈਂ ਉਹਨੂੰ 500 ਤੇ ਆਣ ਕੇ ਨਿਬੜਿਆ ਅਖੀਰ ਨੂੰ। ਮੈਂ ਕਿਹਾ ਵੀ ਦਿੰਦਾ ਮੈਂ ਵੀ ਨਹੀਂ, ਜਿੰਨਾ ਜ਼ੋਰ ਮਰਜ਼ੀ ਲਾ ਲਾ। ਤੇ ਜਿਹੜਾ OCI ਦੀ ਗੱਲ ਕਰਦੇ ਆਪਾਂ, OCI ਦੇ ਵਿੱਚ ਪ੍ਰੋਬਲਮ ਕੀ ਆ ਰਹੀ ਸੀਗੀ, ਜਿਹੜੀ OCI ਜਦੋਂ ਆਪਣੀ ਨੈਸ਼ਨੈਲਿਟੀ ਇਹ ਕੈਂਸਲ ਕਰ ਦਿੰਦੇ ਆ, OCI ਦੇ ਉੱਪਰ ਸਾਡਾ ਕੋਈ ਐਡਰੈਸ ਨਹੀਂ ਇੰਡੀਆ ਦਾ। ਇਹ ਬਹੁਤ ਗੰਭੀਰ ਮਸਲਾ, ਕਿਉਂਕਿ ਫਿਰ ਉਹ ਜਦੋਂ OCI ਤੇ ਆਪਣਾ ਇੱਥੋਂ ਦਾ ਐਡਰੈਸ ਹੈ, ਕਿਉਂਕਿ ਜਿਹੜਾ ਮੇਰਾ ਐਡਰੈਸ ਸੀ ਉਹ ਇਟਲੀ ਵਾਲਾ ਸ਼ੋ ਹੋ ਰਿਹਾ ਸੀਗਾ। ਉਹ ਕਹਿੰਦੇ ਮੈਂ ਤੈਨੂੰ, ਫਿਰ ਮੈਂ ਆਪਦੇ ਘਰੇ ਫਿਰ ਮੈਨੂੰ ਇੱਕ ਐਫੀਡੇਵਿਟ ਲਾਉਣਾ ਪਿਆ ਨਾਲ। ਉਹ ਜਿਹੜਾ ਕਿਰਾਏਦਾਰ ਰਹਿੰਦਾ ਸੀ, ਮੈਂ ਇਹਦੇ ਕੋਲੇ ਰਹਿੰਦਾ, ਫੇਰ ਜਾ ਕੇ ਮੇਰਾ ਮਸਲਾ ਹੱਲ ਹੋਇਆ। ਕਰਦੇ ਹਾਂ ਜੀ, ਇਹਦੇ ਦਿਨ ਇੱਕ ਦਿਨ ਨਾ ਲਿਆ ਕੇ ਇਹਦੇ ਬਾਰੇ ਹੋਰ ਜਾਣਕਾਰੀ ਦਿੰਦੇ ਹਾਂ ਜੀ। ਪੰਜਾਬ ਨਾ ਹਿੰਦੂ, ਨਾ ਮੁਸਲਮਾਨ, ਨਾ ਸਿੱਖ, ਪੰਜਾਬ ਬਸਦਾ ਗੁਰਾਂ ਦੇ ਨਾਂ ਤੇ। ਪੰਜਾਬ ਦਾ ਤੋੜ ਨਹੀਂ ਹੈ ਮਿੱਤਰਾ, ਜਿੱਥੇ ਮਰਜ਼ੀ ਜਾ ਵੜੀ, ਪੰਜਾਬ ਪੰਜਾਬ ਹੀ ਹੈ ਤੇ ਇਉਂ ਹੀ ਰਹੂ। ਰੱਬ ਸੁੱਖ ਰੱਖੇ।